ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਸੰਬੰਧਾਂ ਤੋਂ ਵੀ ਕਈਆਂ ਨੂੰ ਐਲਰਜੀ ਹੋ ਜਾਂਦੀ, ਕਈਆਂ ਨੂੰ ਲੱਗਣ ਲੱਗ ਪੈਂਦਾ ਕਿ ਇਹਦੇ ਨਾਲ ਸੰਬੰਧ ਆ, ਇਹ ਪੋਲੀਟਿਕਸ ਹੋ ਗਈ ਕਿ ਆਹ ਮੁਹੱਲਾ ਕਲੀਨਿੰਗ ਹੈ ਖੁੱਲ੍ਹ ਜਾਣਗੇ, ਲੋਕ ਇੰਨੇ ਖੁਸ਼ ਹੋਣਗੇ, ਸਾਡਾ ਵੋਟਰ ਕੇਡਰ ਵਧੇਗਾ। ਮੈਂ ਤਹਈਆ ਕੀਤਾ ਹੋਇਆ ਸੀ ਕਿ ਰਹਿਣਾ ਵੀ ਪੰਜਾਬ 'ਚ ਆ ਔਰ ਪੜ੍ਹਨੀ ਵੀ ਪੰਜਾਬੀ ਆ। ਬਿਲਕੁਲ ਕਿ ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ, ਨਾ ਮੈਂ ਪੰਜਾਬ ਦੀ ਮਿੱਟੀ ਨੂੰ ਛੱਡ ਸਕਦਾ, ਨਾ ਮੈਂ ਪੰਜਾਬੀ ਸੱਭਿਆਚਾਰ ਨੂੰ, ਨਾ ਪੰਜਾਬੀ ਜ਼ੁਬਾਨ ਨੂੰ। ਖਾਸ ਤੌਰ 'ਤੇ ਸ਼ਹਿਰੀ ਭਾਈਚਾਰੇ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਬਸ਼ਿੰਦੇ ਅਸੀਂ ਜ਼ਰੂਰ ਹੈਗੇ ਹਾਂ, ਪਰ ਸਾਡੀ ਮਾਂ ਬੋਲੀ ਜਾਂ ਜਿਹੜੀ ਸਾਡੀ ਬੋਲੀ ਆ ਉਹ ਪੰਜਾਬੀ ਨਹੀਂ ਹੈ। ਜਿੰਨਾ ਚਿਰ ਤੁਸੀਂ ਇੱਕ ਸਿੱਖ ਨਾਲੋਂ ਪੰਜਾਬ ਦੀ ਮਿੱਟੀ ਨੂੰ ਤੇ ਪੰਜਾਬ ਦੀ ਬੋਲੀ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਵੱਧ ਪਿਆਰ ਨਹੀਂ ਕਰਦੇ, ਉਨਾ ਚਿਰ ਇਹ ਮਿੱਟੀ, ਸੱਭਿਆਚਾਰ ਤੇ ਭਾਸ਼ਾ ਵੀ ਤੁਹਾਨੂੰ ਨੰਬਰ 2 ਸਮਝੇਗੀ। ਕਲਾਕਾਰਾਂ ਦੇ ਨਾਲ ਉਸ ਚੀਜ਼ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਪੰਜਾਬੀ ਗੀਤ ਦਾ ਅੰਗਰੇਜ਼ੀ ਟਾਈਟਲ ਕਿਉਂ ਲਿਖਦੇ ਹੋ, ਤਾਂ ਉਹ ਕਹਿੰਦੇ ਨੇ ਕਿ ਉਹਦੇ ਨਾਲ ਸਾਡੀ ਰੀਚ ਵੱਡੀ ਹੁੰਦੀ ਆ। ਤੁਸੀਂ ਕਹੋ ਕਿ ਜੀ ਮੈਂ ਤੇ ਲੰਡਨ ਦੇ ਇੱਕ ਹੈਗਾ ਔਰਫਨੇਜ, ਉੱਥੇ ਜਾ ਕੇ ਸੇਵਾ ਕਰਦਾ ਹੈ, ਉੱਥੇ ਬਜ਼ੁਰਗਾਂ ਦੇ ਜਾ ਕੇ ਮੈਂ ਸੇਵਾ ਕਰਦਾ। ਘਰ ਆਪਣੀ ਮਾਂ ਦਾ ਤੁਸੀਂ ਸਤਿਕਾਰ ਨਹੀਂ ਕਰਦੇ ਤੇ ਇਦੋਂ ਵੱਡਾ ਡਰਾਮਾ ਕੀ ਹੋ ਸਕਦਾ। ਅੰਗਰੇਜ਼ੀ 'ਚ ਨਾਂ ਰੱਖਣ ਨਾਲ ਰੀਚ ਵੱਧਦੀ ਆ, ਪੰਜਾਬੀ 'ਚ ਨਾਂ ਰੱਖਣ ਨਾਲ ਘਟਦੀ ਆ। ਉਹਨਾਂ ਨੂੰ ਪੰਜਾਬੀ ਗੀਤ ਗਾਉਣ ਦਾ ਕੋਈ ਅਧਿਕਾਰ ਨਹੀਂ। ਜੇ ਅੱਜ ਬੱਚੇ ਜ਼ੁਬਾਨ ਨਾਲ ਨਹੀਂ ਜੁੜ ਰਹੇ ਤਾਂ ਉਹਦੇ 'ਚ ਕਸੂਰ ਸਾਡਾ ਆ। ਪਿੰਡਾਂ ਦੇ ਜਿਹੜੇ ਨਾਮ ਅਸੀਂ ਲਿਖੇ ਹੁੰਦੇ ਨੇ, ਉਹਨਾਂ ਦੀ ਉਦਾਹਰਣ ਦੇ ਕੇ ਗੱਲ ਕਰਦੀ ਹਾਂ ਕਿ ਉੱਥੇ ਬੜੇ ਸਾਰੇ ਨਾਮ ਗਲਤ ਲਿਖੇ ਹੁੰਦੇ ਨੇ, ਪੰਜਾਬੀ ਗਲਤ ਲਿਖੀ ਹੁੰਦੀ ਆ। ਅਸੀਂ ਜਿਹੜੀ ਪੰਜਾਬੀ ਪੜ੍ਹੀ ਆ ਉਹਦੇ 'ਚ ਅੱਖ ਐੜੇ ਤੇ ਅੱਧਕ ਖੱਖਾ ਆਖਿਆ, ਪਰ ਲੇਕਿਨ ਅੱਜ ਕੱਲ੍ਹ ਜਿਹੜੀਆਂ ਕਿਤਾਬਾਂ ਆਉਂਦੀਆਂ CBSE ਬੋਰਡ, ਉਹਨਾਂ 'ਚ ਐੜਾ ਖੱਖਾ ਆਖਿਆ। ਬਹੁਤ ਜਗ੍ਹਾ ਪੰਜਾਬੀ ਦੇ ਵਿੱਚ ਉਸ ਥਾਂ ਨੂੰ ਸਵਰਨ ਮੰਦਰ ਲਿਖਿਆ ਜਾਂਦਾ। ਉਹ ਸਾਡੇ ਲਈ ਕਹਿੰਦੇ ਸਵਰਨ ਮੰਦਰ ਨਹੀਂ ਆ, ਉਹ ਸਾਡੇ ਲਈ ਹਰਮੰਦਰ ਸਾਹਿਬ ਆ। ਇਸ ਚੀਜ਼ ਦੇ ਉੱਪਰ ਵੀ ਗਵਰਨਮੈਂਟ ਕੰਮ ਕਰੇਗੀ। ਪੰਜਾਬ 'ਚ ਨੌਕਰੀ ਲੈਣ ਦੇ ਲਈ ਤੁਹਾਨੂੰ ਘੱਟੋ ਘੱਟ ਪੰਜਾਬੀ 'ਚ 50% ਨੰਬਰ ਹੋਣੇ ਚਾਹੀਦੇ ਨੇ ਤੁਹਾਡੇ ਕੋਲੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਦਰ ਥੋੜੀ ਜ਼ਿਆਦਾ ਹੋਣੀ ਚਾਹੀਦੀ ਹੈ? ਐਕਚੁਅਲ ਗਰਾਊਂਡ ਰਿਐਲਿਟੀ ਜੇ ਤੁਸੀਂ ਦੇਖਦੇ ਆ ਤਾਂ ਫਿਰ ਮੈਨੂੰ 50% ਤੇ ਵੀ ਸ਼ੱਕ ਆ ਕਿ 50% ਵੀ ਉਹਨਾਂ ਕੋਲ ਔਖੇ ਹੋਣੇ ਆ। ਜੇ ਸਕੂਲ 'ਚ ਉਹਦੀ ਜ਼ੁਬਾਨ ਬੋਲਣ ਤੇ ਪਾਬੰਦੀ ਆ ਬਿਲਕੁਲ, ਤਾਂ ਉਹਦੇ ਅੰਦਰ ਪੰਜਾਬੀਅਤ ਵਾਲਾ ਇੱਕ ਪੰਜਾਬੀ ਇਨਸਾਨ ਪੈਦਾ ਨਹੀਂ ਹੋ ਸਕਦਾ। 10 ਕਿ 12 ਸਕੂਲ ਮੋਹਾਲੀ ਚੰਡੀਗੜ੍ਹ ਦੇ ਪਤਾ ਕੀਤੇ ਨੇ ਤਾਂ ਕਿਸੇ ਵੀ ਸਕੂਲ ਦੀ ਪ੍ਰੀ ਨਰਸਰੀ ਦੀ ਫੀਸ 1 ਲੱਖ ਤੋਂ ਥੱਲੇ ਨਹੀਂ ਆ। ਹਰ ਸਾਲ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਆ, ਇਹਦੇ ਤੇ ਇੱਕ ਨਿਗਰਾਨ ਕਮੇਟੀ ਤੈਅ ਕੀਤੀ ਗਈ ਆ, ਜਿਹੜੀ ਕਿ ਅਗਲੀ ਵਾਰੀ ਫੀਸ ਜੇ ਵਧਾਉਣੀ ਆ ਤਾਂ ਪਹਿਲਾਂ ਉਹਦੀ ਅਪਰੂਵਲ ਹੋਏਗੀ। ਬਿਹਾਰ ਯੂਪੀ ਤੋਂ ਆਏ ਹੋਏ ਲੋਕ ਇੱਥੇ ਸਾਡੇ ਆਧਾਰ ਕਾਰਡ ਬਣਾ ਲੈਂਦੇ ਨੇ, ਥਾਵਾਂ ਵੀ ਲੈ ਲੈਂਦੇ ਨੇਗੇ। ਤੁਹਾਡੇ ਲਈ ਵੀ ਥੋੜਾ ਜਿਹਾ ਕ੍ਰਿਟਿਸਿਜ਼ਮ ਹੋਇਆ ਸੀਗਾ ਕਿ ਪੈਸਿਆਂ ਦਾ ਲੈਣ ਦੇਣ, ਟਿਕਟਾਂ ਨੂੰ ਲੈ ਕੇ। ਇਹਦਾ ਮੇਰੇ ਕੋਲ ਕੋਈ ਇਲਾਜ ਨਹੀਂ ਹੈਗਾ ਕਿ ਕਿਸੇ ਨੂੰ ਮੇਰਾ ਕੰਮ ਪਸੰਦ ਨਹੀਂ ਜਾਂ ਕੁਛ ਨਹੀਂ ਹੈ। ਇੱਕ ਇੰਨਾ ਹਾਈ ਪ੍ਰੋਫਾਈਲ ਕੇਸ ਹੁੰਦਾ ਆ ਤਾਂ ਉਹਦੇ ਵਿੱਚ ਮੀਡੀਆ ਹਰ ਤਰ੍ਹਾਂ ਦੀ ਕਵਰੇਜ ਕਰ ਰਿਹਾ ਆ ਕਿ ਗਵਰਨਮੈਂਟ ਵੱਲੋਂ ਕੋਈ ਇੱਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਮੀਡੀਆ ਕਵਰੇਜ ਦੀ ਵੀ ਗੇਟ ਕੀਪਿੰਗ ਕੀਤੀ ਜਾਵੇ। TV ਚੈਨਲਾਂ ਦੀ ਜਿਹੜੀਆਂ ਰਿਪੋਰਟਸ ਆ, ਉਹਨਾਂ ਨੇ ਪੰਜਾਬ ਕਿਸ ਤਰ੍ਹਾਂ ਦਾ ਬਣਾਉਣਾ ਆ, ਉਹਨਾਂ ਦੇ ਬੱਚਿਆਂ ਨੇ ਵੀ ਇੱਥੇ ਹੀ ਰਹਿਣਾ। ਇਹ ਨਹੀਂ ਹੈ ਵੀ ਕਿਸੇ ਅਖਬਾਰ ਜਾਂ TV ਦੇ ਸੰਪਾਦਕ ਦੇ ਬੱਚੇ ਜਿਹੜੇ ਆ ਉਹ ਉਹਦੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿ ਲੈਣਗੇ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਠੀਕ ਠਾਕ ਹੋਵੋਗੇ। ਬੀ ਸੋਸ਼ਲ ਦੀ ਅੱਜ ਬੇਹੱਦ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਕਲਾ, ਰਾਜਨੀਤੀ ਅਤੇ ਵਪਾਰ ਦੀ ਇੱਕ ਅਨੋਖੀ ਸ਼ਖਸੀਅਤ ਸਾਡੇ ਨਾਲ ਹੋਣਗੇ। ਇਹ ਇੱਕ ਅਨੋਖਾ ਮਿਸਾਲ ਹੈ, ਉਹ ਸ਼ਖਸੀਅਤ ਸਾਡੇ ਨਾਲ ਹੋਣਗੇ। ਦੀਪਕ ਬਾਲੀ ਅੱਜ ਸਾਡੇ ਨਾਲ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਗੱਲਬਾਤ ਕਰਨਗੇ। ਪਲਾਜ਼ਮਾ ਰੈਕਟ ਦੇ MD, ਪੰਜਾਬੀ ਮਾਂ ਬੋਲੀ ਦੇ ਲਈ ਕੰਮ ਕਰਨਾ, 47 ਦੀ ਦੁਖੜੀ ਨੂੰ ਯਾਦ ਕਰਨਾ ਅਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਨਾਲ ਜੁੜ ਜਾਣਾ। ਮੌਜੂਦਾ ਸਰਕਾਰ ਦੇ ਮੀਡੀਆ ਸਲਾਹਕਾਰ ਨੇ, ਦਿੱਲੀ ਸਰਕਾਰ ਦੇ ਕਲਾ ਅਤੇ ਸੱਭਿਆਚਾਰਕ ਵਿਭਾਗ ਦੇ ਉਹ ਐਡਵਾਈਜ਼ਰ ਨੇ, ਮੁੱਖ ਸਲਾਹਕਾਰ ਨੇ। ਸੋ ਅੱਜ ਉਹਨਾਂ ਦੇ ਨਾਲ ਪੰਜਾਬੀ ਬੋਲੀ, ਉਹਨਾਂ ਦੀ 1994 ਤੋਂ ਲੈ ਕੇ ਮਨਮੋਹਨ ਵਾਰਿਸ ਹੋਰਾਂ ਦੇ ਨਾਲ ਹੋਈ ਸਫ਼ਰ ਦੀ ਸ਼ੁਰੂਆਤ ਦੀ ਗੱਲਬਾਤ ਅਸੀਂ ਕਰਾਂਗੇ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਬੀ ਸੋਸ਼ਲ ਤੇ ਤੁਹਾਡਾ ਬਹੁਤ ਸਵਾਗਤ। ਜੀ ਆਇਆਂ ਨੂੰ। ਜੀ ਧੰਨਵਾਦ। ਬੜਾ ਚੰਗਾ ਲੱਗਿਆ ਜਿਹੜੀਆਂ ਗੱਲਾਂ ਤੁਸੀਂ ਕਹੀਆਂ। ਸੋ ਮੈਨੂੰ ਵੀ ਤੁਹਾਡੀਆਂ ਗੱਲਾਂ ਨੂੰ ਸੁਣ ਕੇ ਹੀ ਮੇਰੇ ਮਨ 'ਚੋਂ ਤਸਵੀਰ ਘੁੰਮੀ ਕਿ ਜਦੋਂ ਪੜ੍ਹਾਈ ਤੋਂ ਬਾਅਦ ਜ਼ਿੰਦਗੀ ਦਾ ਜਿਹੜਾ ਇੱਕ ਪਹਿਲਾ ਪੜਾਅ ਪੜ੍ਹਾਈ ਤੱਕ ਖਤਮ ਹੋ ਜਾਂਦਾ, ਦੂਜਾ ਪੜਾਅ ਜਿਹੜਾ ਹੈ ਫਿਰ ਉਹ ਕਰਮ ਦਾ, ਕੰਮ ਦਾ, ਰੁਜ਼ਗਾਰ ਦਾ, ਰੋਟੀ ਦਾ, ਪਰਿਵਾਰ ਦਾ, ਉਹ ਸ਼ੁਰੂ ਹੋ ਜਾਂਦਾ ਫਿਰ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਜਿਹੜਾ ਸਾਈਕਲ ਸੀ ਉਹ ਮੈਂ ਤੁਹਾਡੇ ਨਾਲ ਹੀ ਘੁੰਮ ਲਿਆ ਇੱਕਦਮ। ਅਤੇ ਉਹਦੇ ਵਿੱਚੋਂ ਖਾਸ ਤੌਰ 'ਤੇ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਉਹਦੇ ਵਿੱਚ ਜਦੋਂ ਤੁਸੀਂ ਇੱਕ ਲਫ਼ਜ਼
ਵਰਤਿਆ ਤੇ ਮੇਰੇ ਅੰਦਰ ਬੜਾ ਹੌਲ ਪਿਆ ਸੀ 47 ਦਾ ਜਿਹੜਾ ਵੰਡ, ਉਹ ਦੁੱਖੜਾ ਜਦੋਂ ਤੁਸੀਂ ਉਹ ਸ਼ਬਦ ਵਰਤਿਆ ਤਾਂ ਮੇਰੇ ਅੰਦਰੋਂ ਇੱਕ ਧਾਰ ਨਿਕਲਦੀ ਉਸ ਚੀਜ਼ ਨੂੰ ਲੈ ਕੇ, ਤਾਂ ਫਿਰ ਮੈਨੂੰ ਇਹ ਸਾਰੀਆਂ ਚੀਜ਼ਾਂ ਯਾਦ ਆ ਗਈਆਂ ਪਿਛਲੇ ਸਮੇਂ ਦੀਆਂ। ਪਰ ਤੁਸੀਂ ਕਦੇ ਸੋਚਿਆ ਕਿ ਬੜੀ ਦੂਰ ਆ ਗਏ ਤੁਸੀਂ, ਬਹੁਤ ਲੰਮਾ ਸਫ਼ਰ ਤੁਸੀਂ ਤੈਅ ਕਰਕੇ ਆਏ ਹੋ? ਮੈਂ ਸੋਚਿਆ ਨਹੀਂ ਕਦੀ ਇਸ ਗੱਲ ਬਾਰੇ, ਕਿਉਂਕਿ ਮੈਨੂੰ ਹਲੇ ਵੀ ਲੱਗਦਾ ਕਿ ਜਿੰਨਾ ਕੁਛ ਕਰਨਾ ਚਾਹੀਦਾ, ਜਿੰਨਾ ਕੁਛ ਠੀਕ ਨਹੀਂ ਹੋ ਰਿਹਾ, ਉਹ ਸਭ ਕਾਸੇ ਨੂੰ ਠੀਕ ਕਰਨ ਲਈ ਹਲੇ ਬਹੁਤ ਦੂਰ ਹੋਰ ਜਾਣਾ ਪੈਣਾ। ਕਿਉਂਕਿ ਇਸ ਮਿੱਟੀ ਦਾ ਅਸੀਂ ਅੰਨ ਖਾਧਾ ਆ, ਇਸ ਮਿੱਟੀ ਦੀ ਹਵਾ ਸਾਹ ਲਿਆ, ਇਸ ਮਿੱਟੀ ਦਾ ਪਾਣੀ ਪੀ ਰਹੇ ਹਾਂ, ਇਸ ਮਿੱਟੀ ਦੀ ਸ਼ਾਨ ਨਾਲ, ਜਾਨ ਨਾਲ, ਆਨ ਨਾਲ ਜੁੜਿਆ ਅਸੀਂ ਕਹਾਉਂਦੇ ਹਾਂ ਕਿ ਮੈਂ ਪੰਜਾਬੀ ਹਾਂ, ਮੈਂ ਇਸ ਸੱਭਿਆਚਾਰ 'ਚ ਪਲਣ ਵਾਲਾ, ਜਿਉਣ ਵਾਲਾ ਵਿਅਕਤੀ ਹਾਂ, ਇਹਦੀ ਜ਼ੁਬਾਨ ਨੂੰ ਬੋਲਣ ਵਾਲਾ ਵਿਅਕਤੀ ਹਾਂ। ਅਤੇ ਫਿਰ ਮੈਨੂੰ ਲੱਗਦਾ ਕਿ ਇਹਦੇ ਲਈ ਬਹੁਤ ਕੁਛ ਕਰਨ ਵਾਲਾ ਆ ਹਲੇ ਸਾਨੂੰ, ਜਿਹੜਾ ਅਸੀਂ ਕਰ ਨਹੀਂ ਰਹੇ। ਹਾਂ ਠੀਕ ਹੈ, ਕੁਝ ਰੋਜ਼ੀ ਰੋਟੀ ਦੇ ਮਸਲੇ ਪੈ ਜਾਂਦੇ ਆ, ਲੇਕਿਨ ਅਦਰਵਾਈਜ਼ ਇੰਨਾ ਕੁਛ ਕਰਨ ਵਾਲਾ ਇਸ ਮਿੱਟੀ ਦਾ ਮੁੱਲ ਤਾਰਨ ਲੱਗਿਆ ਮੈਨੂੰ ਲੱਗਦਾ ਇੱਕ ਵਿਅਕਤੀ ਲਈ ਸਾਰੀ ਜ਼ਿੰਦਗੀ ਵੀ ਛੋਟੀ ਹੋ ਜਾਂਦੀ ਹੈ। ਪਰ ਇਹ ਕਿੰਨੀ ਮਤਲਬ ਅਨੋਖਾ ਜਿਹਾ ਸੁਮੇਲ ਨਹੀਂ ਹੈਗਾ? ਪਹਿਲਾਂ ਤੁਸੀਂ ਕਲਾ ਦੇ ਨਾਲ ਜੁੜੇ, ਉਸ ਤੋਂ ਬਾਅਦ ਤੁਸੀਂ ਪੰਜਾਬੀ, ਚਲੋ ਉਹ ਵੀ ਕਲਾ ਦੇ ਵਿੱਚ ਆ ਜਾਂਦਾ ਆ, ਹੈ ਨਾ, ਤਾਂ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਇੱਕ ਹੋਟਲ ਖੋਲ੍ਹਦੇ ਹੋ, ਉਸ ਤੋਂ ਬਾਅਦ ਤੁਸੀਂ ਪੰਜਾਬ ਦੀ ਰਾਜਨੀਤੀ ਦੇ ਨਾਲ ਜੁੜ ਜਾਂਦੇ ਹੋ। ਮੈਨੂੰ ਇਹ ਲੱਗਦਾ ਨਹੀਂ ਜੀ, ਬੇਸਿਕਲੀ ਕੀ ਆ ਕਿ ਤੁਸੀਂ ਅੰਦਰੋਂ ਆਪਣਾ ਜਿਹੜਾ ਮਨੁੱਖ ਆ, ਜਿਸ ਤਰ੍ਹਾਂ ਦਾ ਬਚਪਨ 'ਚ ਤੁਹਾਨੂੰ ਪਾਲਿਆ ਜਾਂਦਾ, ਜਿਸ ਤਰੀਕੇ ਦਾ ਤੁਹਾਡਾ ਸੁਭਾਅ ਬਣਦਾ, ਵਿਅਕਤੀ ਦਾ ਸੁਭਾਅ ਤੇ ਆਪਣੇ ਹੱਥ 'ਚ ਨਹੀਂ ਹੁੰਦਾ। ਜੇ ਚੰਗਾ ਆ ਤਾਂ ਵੀ ਕੋਈ ਵਧਾਈ ਬਹੁਤੀ ਕਬੂਲਣੀ ਨਹੀਂ ਚਾਹੀਦੀ, ਜੇ ਮਾੜਾ ਆ ਤਾਂ ਜ਼ਰੂਰ ਕਬੂਲ ਲਓ, ਪਰ ਜੇ ਕੋਈ ਚੰਗੇ ਸੁਭਾਅ ਲਈ ਵਧਾਈਆਂ ਦਿੰਦਾ ਤੁਹਾਨੂੰ ਤਾਂ ਕੋਈ ਪ੍ਰਾਪਤੀ ਨਹੀਂ ਹੈ। ਸੁਭਾਅ ਤੁਹਾਡੇ ਮਾਂ-ਬਾਪ ਦਾ ਦਿੱਤਾ ਹੋਇਆ, ਤੁਹਾਡੇ ਪਾਲਣਹਾਰਿਆਂ ਦਾ ਆ, ਜਿਨ੍ਹਾਂ ਨੇ ਤੁਹਾਨੂੰ ਹੱਥਾਂ ਨਾਲ ਪਾਲਿਆ, ਤੁਹਾਡੇ ਦਾਦੀ, ਨਾਨੀ, ਭੂਆ, ਮਾਸੀ, ਚਾਚੇ, ਤਾਏ, ਮਾਮੇ, ਤੁਹਾਡੇ ਪਿੰਡ ਦੇ ਨਾਇਕ, ਤੁਹਾਡੇ ਪਿੰਡ ਦੇ ਬਜ਼ੁਰਗ, ਹੈ ਨਾ, ਤੁਹਾਡੇ ਹਮਜਮਾਤੀ, ਤੁਹਾਡੇ ਅਧਿਆਪਕ, ਇਹ ਲੋਕ ਰਲ ਕੇ ਤੁਹਾਡਾ ਸੁਭਾਅ ਜਿਹੜਾ ਆ ਉਹ ਬਣਾਉਂਦੇ ਆ। ਜੇ ਉਹ ਸਹੀ ਬਣਿਆ ਹੋਇਆ ਨਾ ਤਾਂ ਤੁਸੀਂ ਕਿਸੇ ਵੀ ਕਰੈਕਟਰ 'ਚ ਫਿੱਟ ਹੋ ਸਕਦੇ ਆ, ਚਾਹੇ ਉਹ ਹੈਗਾ ਪਰਿਵਾਰਕ ਤੌਰ 'ਤੇ ਪਰਿਵਾਰ ਨੂੰ ਚਲਾਉਣ ਵਾਲਾ ਆ, ਚਾਹੇ ਉਹ ਕੰਮ ਦਾ ਆ, ਚਾਹੇ ਉਹ ਰੁਜ਼ਗਾਰ ਦਾ ਆ, ਚਾਹੇ ਉਹ ਹੋਟਲ ਖੋਲ੍ਹਣ ਦਾ ਬਿਜ਼ਨਸ ਫਾਰਮੈਟ ਤਾਂ ਵੱਖਰਾ ਹੋ ਸਕਦਾ, ਪਰ ਹੋਟਲ ਕਿਸ ਤਰੀਕੇ ਨਾਲ ਚਲਾਉਣਾ, ਉਸੇ ਤਰੀਕੇ ਨਾਲ ਤੁਸੀਂ ਮਿਊਜ਼ਿਕ ਕੰਪਨੀ ਚਲਾਉਣੀ ਆ, ਉਸੇ ਤਰੀਕੇ ਨਾਲ ਤੁਸੀਂ ਸਿਆਸਤ 'ਚ ਕੰਮ ਕਰਨਾ। ਉਹ ਇਹੀ ਆ ਬੇਸਿਕਲੀ ਕਿ ਤੁਸੀਂ ਇਹ ਮੰਨਣਾ ਆ ਕਿ ਹੋਟਲ ਦੇ ਵਿੱਚ, ਮੈਂ ਵੀ ਸਟਾਫ ਨੂੰ ਇਹੀ ਕਹਿਣਾ ਹੁੰਦਾ ਕਿ ਕੋਈ ਮਾੜੀ ਚੀਜ਼ ਨਹੀਂ ਵਰਤਣੀ, ਕਿਉਂਕਿ ਮੇਰੀ ਕਮਾਈ ਨਾਲੋਂ ਦੂਜੇ ਦੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਆ। ਬਿਲਕੁਲ, ਤੁਸੀਂ ਮਾੜੀਆਂ ਚੀਜ਼ਾਂ ਵਰਤ ਕੇ, ਮਾੜਾ ਪਨੀਰ ਲੈ ਕੇ, ਮਾੜਾ ਤੇਲ ਲੈ ਕੇ, ਮਾੜਾ ਘਿਓ ਲੈ ਕੇ ਮੈਨੂੰ 50,000 ਰੁਪਏ ਮਹੀਨੇ ਦਾ ਬਚਾਓਗੇ, ਪਰ ਮੇਰੇ 50,000 ਨਾਲੋਂ ਜਿਸ ਵਿਅਕਤੀ ਨੇ ਉਹ ਖਾਣਾ ਹੈ ਉਹਦੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਮੈਂ ਆਪਣੇ ਡਰਾਈਵਰ ਨੂੰ ਵੀ ਗੱਡੀ 'ਚ ਇਹੀ ਕਹਿੰਦਾ ਹੁੰਦਾ ਕਿ ਤੇਰੀ ਗੱਡੀ ਨਾਲੋਂ, ਤੇਰੀ ਸਪੀਡ ਨਾਲੋਂ, ਤੇਰੇ ਮੇਰੇ ਪਹੁੰਚਣ ਨਾਲੋਂ ਜਿਹੜਾ ਸਾਹਮਣੇ ਬੰਦਾ ਆ ਰਿਹਾ ਉਹਦੀ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਪਤਾ ਨਹੀਂ ਮੇਰੇ ਘਰ 'ਚ ਹੋ ਸਕਦਾ ਕੋਈ ਆਪਸ਼ਨ ਹੋਵੇ, ਠੀਕ ਆ, ਮੇਰਾ ਘਰ ਹੋ ਸਕਦਾ ਚੱਲਦਾ ਹੋਵੇ, ਲੇਕਿਨ ਹੋ ਸਕਦਾ ਜਿਹੜਾ ਵਿਅਕਤੀ ਸਾਹਮਣੇ ਆ ਰਿਹਾ ਉਹਦੇ 'ਤੇ ਕਿੰਨੀਆਂ ਕੁ ਜ਼ਿੰਮੇਵਾਰੀਆਂ ਹੋਣ, ਉਹ ਤੋਂ ਬਿਨਾਂ ਉਹਦਾ ਪਰਿਵਾਰ ਤਹਿਸ ਨਹਿਸ ਹੋ ਜਾਊਗਾ। ਇਸ ਕਰਕੇ ਹਮੇਸ਼ਾ ਦੂਜੇ ਦੇ ਪ੍ਰਤੀ ਸੰਵੇਦਨਸ਼ੀਲ ਭਾਵਨਾਵਾਂ ਰੱਖ ਕੇ ਚਲਾਉਣਾ। ਇਹੀ ਕਾਰਨ ਸੀ ਕਿ ਜਦੋਂ ਮਿਊਜ਼ਿਕ ਕੰਪਨੀ 'ਚ ਵੀ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਹੋਰ ਆਰਟਿਸਟਾਂ ਦੇ ਐਲਬਮਸ ਕਰਾਂਗੇ, ਹੋਰ ਕਰਾਂਗੇ, ਵੀ ਯਾਰ ਨਹੀਂ ਇਹਨੂੰ ਇੱਥੇ ਤੱਕ ਹੀ ਕਰਨਾ, ਕਿਉਂਕਿ ਫੇਅਰ ਨਹੀਂ ਮੈਂ ਕਰ ਪਾਵਾਂਗਾ। ਜੇ ਮੈਂ ਫੇਅਰ ਨਹੀਂ ਕਰ ਪਾਵਾਂਗਾ ਤਾਂ ਮੈਂ ਉਹ ਕੰਮ ਨਹੀਂ ਕਰਾਂਗਾ। ਇਸੇ ਤਰ੍ਹਾਂ ਹੀ ਪੋਲੀਟਿਕਸ ਆ। ਪਹਿਲੀ ਗੱਲ ਤਾਂ ਪੋਲੀਟਿਕਸ ਕਰਨੀ ਨਹੀਂ ਚਾਹੀਦੀ। ਪੋਲੀਟਿਕਸ ਬੇਸਿਕਲੀ ਜਿਹੜੀ ਉਹ ਸੇਵਾ ਆ, ਦਰਅਸਲ ਸਮਾਜ ਸੇਵਾ ਤੋਂ ਅਗਲਾ ਇਹ ਇੱਕ ਸਟੈਪ ਆ ਕਿ ਤੁਸੀਂ ਸਮਾਜ ਸੇਵਾ ਕਰਦੇ ਕਰਦੇ ਕਿਸੇ ਨਾ ਕਿਸੇ ਥੋਟ ਨਾਲ ਜੁੜ ਜਾਂਦੇ ਆ। ਉਹ ਥੋਟ ਤੁਹਾਨੂੰ ਲੱਗਦਾ ਕਿ ਸਮਾਜ ਵਿੱਚ ਕੁਝ ਤਬਦੀਲੀ ਲਿਆ ਸਕਦਾ ਤੇ ਤੁਸੀਂ ਉਸ ਤਰੀਕੇ ਨਾਲ ਉਹਦੇ ਜੁੜ ਜਾਂਦੇ ਆ। ਮੇਰਾ ਖਿਆਲ ਆ ਕਿ ਤੁਸੀਂ ਕੋਈ ਵੀ ਰੂਪ, ਕੋਈ ਵੀ ਕਰੈਕਟਰ, ਜਿੱਦਾਂ ਪੁੱਤਰ ਵੀ ਹੁੰਦਾ ਹੈ, ਫਿਰ ਉਹ ਪਤੀ ਵੀ ਬਣ ਜਾਂਦਾ, ਫਿਰ ਉਹ ਭਰਾ ਵੀ ਬਣ ਜਾਂਦਾ, ਫਿਰ ਉਹ ਪਿਓ ਬਣ ਜਾਂਦਾ, ਫਿਰ ਉਹ ਦਾਦਾ ਬਣ ਜਾਂਦਾ, ਲੇਕਿਨ ਐਂਡ ਤੱਕ ਜੇ ਉਹਦਾ ਸੁਭਾਅ ਉਹੋ ਜਿਹਾ ਰਹਿੰਦਾ, ਉਹਦੇ 'ਚ ਵਿਚਾਰਾਂ ਦੀ ਬਦਲਾਅ ਨਹੀਂ ਆਉਂਦਾ, ਤਾਂ ਹਰ ਰਿਸ਼ਤੇ 'ਚ ਕਾਮਯਾਬ ਆ। ਬਿਲਕੁਲ, ਬੇਸਿਕ
ਜਿਹੜਾ ਤੁਹਾਡੇ ਅੰਦਰ ਦਾ ਮਨੁੱਖ ਆ, ਜੇਕਰ ਉਹਦੀਆਂ ਜਿਹੜੀਆਂ ਰੁਚੀਆਂ ਆ, ਉਹਦੇ ਸੁਭਾਅ ਆ, ਉਹਦੇ ਲਾਲਚ ਆ, ਉਹ ਉਸ ਤਰ੍ਹਾਂ ਦੇ ਨਹੀਂ ਬਣਦੇ ਜਿਹੜੇ ਕਿ ਹੋਰ ਲੋਕਾਂ ਲਈ ਘਾਤਕ ਹੋ ਸਕਦੇ ਆ, ਤਾਂ ਫਿਰ ਉਹ ਹਰ ਜਗ੍ਹਾ ਹੀ ਫਿੱਟ ਹੋ ਜਾਂਦਾ, ਹਰ ਜਗ੍ਹਾ ਹੀ ਉਹਦਾ ਉਹੋ ਜਿਹਾ ਪ੍ਰਭਾਵ ਆ ਜਾਂਦਾ। ਕਾਮਯਾਬੀ ਜਾਂ ਨਾ ਕਾਮਯਾਬੀ ਉਹ ਇੱਕ ਵੱਖਰੀ ਗੱਲ ਆ, ਲੇਕਿਨ ਤੁਹਾਡੇ ਐਫਰਟ 'ਚ ਓਨੈਸਟੀ ਜਿਹੜੀ ਆ ਉਹ ਹਮੇਸ਼ਾ ਰਹਿਣੀ ਚਾਹੀਦੀ ਹੈ। ਜ਼ਰੂਰੀ ਆ। ਮੈਂ ਸਵਾਲ ਤੁਹਾਡੇ ਬਚਪਨ ਨੂੰ ਲੈ ਕੇ ਕਰਨਾ ਸੀ, ਪਰ ਰਾਜਨੀਤੀ ਦੀ ਗੱਲ ਹੋਈ ਹੈ ਇੱਥੇ। ਜਿਹੜੇ ਰਾਜਨੀਤੀ ਸ਼ਬਦ ਇਹ ਸਾਡੇ ਲਈ ਅੱਜ ਦੇ ਸਮੇਂ ਦੇ ਵਿੱਚ ਇੱਕ ਨਾ ਪੱਖੀ ਸ਼ਬਦ ਕਿਉਂ ਹੋ ਗਿਆ? ਆਪਾਂ ਕਈ ਵਾਰ ਕਿਤੇ ਕੋਈ ਗੱਲ ਕਰਦੇ ਹਾਂ, ਕਿਸੇ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਉੱਥੇ ਪੋਲੀਟਿਕਸ ਬੜੀ ਆ। ਪੋਲੀਟਿਕਸ ਆਪਾਂ ਉੱਥੇ ਵਰਤਦੇ ਹਾਂ ਵੀ ਜਿੱਥੋਂ ਦਾ ਮਾਹੌਲ ਕੋਈ ਜ਼ਿਆਦਾ ਵਧੀਆ ਨਹੀਂ ਆ, ਜਿੱਥੇ ਮਤਲਬ ਕੰਮ ਖਰਾਬ ਕਰਨ ਵਾਲੇ ਜ਼ਿਆਦਾ ਲੋਕ ਨੇ, ਤੁਹਾਨੂੰ ਅਗਾਂਹ ਵਧਣ ਤੋਂ ਰੋਕਣ ਵਾਲੇ ਜ਼ਿਆਦਾ ਲੋਕ ਹੋਣ, ਉੱਥੇ ਆਪਾਂ ਕਹਿੰਦੇ ਹਾਂ ਕਿ ਨਹੀਂ ਉਸ ਜਗ੍ਹਾ ਦਾ ਮਾਹੌਲ ਨਹੀਂ ਬਾਲਾ ਵਧੀਆ ਕਿਉਂਕਿ ਉੱਥੇ ਪੋਲੀਟਿਕਸ ਬੜੀ ਆ। ਇਹ ਸਾਡੇ ਲਈ ਨੈਗੇਟਿਵ ਕਿਉਂ ਹੋ ਗਿਆ ਅੱਜ ਦੇ ਟਾਈਮ ਦੇ ਵਿੱਚ? ਇਹ ਨੈਗੇਟਿਵ ਬੇਸਿਕਲੀ ਨੈਗੇਟਿਵ ਹੈ ਨਹੀਂ, ਉਹਦਾ ਨੈਗੇਟਿਵ ਹੋ ਗਿਆ। ਅਦਰਵਾਈਜ਼ ਤਾਂ ਦੇਖੋ ਪੋਲੀਟਿਕਸ ਆਪਣੇ ਆਪ 'ਚ ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਕਿ ਇਹਦੇ 'ਚ ਆ ਗਲਤ ਚੀਜ਼ਾਂ ਹੋਣੀਆਂ, ਹੈ ਨਾ। ਜਿਹੜੀਆਂ ਚੰਗੀਆਂ ਚੀਜ਼ਾਂ ਵੀ ਇਹਦੇ ਵਿੱਚ ਹੋਣੀਆਂ, ਲੇਕਿਨ ਉਹ ਸਮੇਂ ਦੇ ਨਾਲ ਕਈ ਵਾਰੀ ਜੂਝਦਿਆਂ ਕੁਛ ਚੀਜ਼ਾਂ ਤੁਸੀਂ ਇਹ ਸੋਚ, ਕੋਈ ਮੈਨੂੰ ਨਹੀਂ ਲੱਗਦਾ ਐਜ਼ ਪਰ ਮਾਈ ਨੌਲੇਜ ਜਿਨ੍ਹਾਂ ਆਪਣੀ ਆਮ ਆਦਮੀ ਪਾਰਟੀ 'ਚ ਵੀ ਆਪਣੇ ਸਾਰੇ ਟੌਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਤੋਂ ਲੈ ਕੇ ਮਾਨ ਸਾਹਿਬ ਹੋਰ ਸਾਰਿਆਂ ਤੱਕ ਮੈਂ ਦੇਖਦਾ, ਮੈਂ ਕਦੇ ਇਹ ਉਹਨਾਂ ਨੂੰ ਵੇਖਿਆ ਨਹੀਂ ਕਿ ਕੋਈ ਨੈਗੇਟਿਵ ਥਾਟ ਪਲਾਨ ਕੀਤਾ ਹੋਵੇ ਕਿ ਯਾਰ ਹੁਣ ਪੰਜਾਬ 'ਚ ਨਾ ਇਸ ਤਰ੍ਹਾਂ ਦਾ ਨੈਗੇਟਿਵ ਥਾਟ ਪਲਾਨ ਕਰੀਏ, ਇਹਦੇ ਨਾਲ ਆ ਜਾਏਗਾ, ਇਹਦੇ ਨਾਲ ਆ ਜਾਏਗਾ। ਨੋ, ਤੁਸੀਂ ਆਪਣੀ ਬੁੱਧੀ ਨਾਲ, ਆਪਣੇ ਵਿਵੇਕ ਨਾਲ ਕੰਮ ਕਰਦੇ ਆ। ਉਹ ਕਈ ਵਾਰੀ ਦੂਜਿਆਂ ਨੂੰ ਗਲਤ ਲੱਗਦਾ ਹੁੰਦਾ, ਦੂਜੇ ਫਿਰ ਉਹਦੀ ਪਰਸੈਪਸ਼ਨ ਕ੍ਰੀਏਟ ਕਰ ਦਿੰਦੇ ਆ। ਮੈਂ ਕਈ ਵਾਰੀ ਸੋਚਦਾ ਕਿ ਮੈਂ ਆਪਣੇ ਅੱਗੇ ਵਧਣ ਲਈ, ਮੈਂ ਆਪਣੀ ਤਰੱਕੀ ਲਈ ਆਹ ਮਿਹਨਤ ਕਰਾਂ, ਮੈਂ ਆਹ ਕਰਾਂ, ਮੈਂ ਐਕਸਟਰਾ ਕਰ ਲਾਂ, ਦੂਜੇ ਨੂੰ ਲੱਗਣ ਲੱਗ ਪੈਂਦਾ, ਜਾਂ ਮੇਰੇ ਕਿਸੇ ਨਾਲ ਕੋਈ ਸੰਬੰਧ ਬਣ ਜਾਂਦੇ, ਉਹਨਾਂ ਨੂੰ ਇਹ ਸੰਬੰਧਾਂ ਤੋਂ ਵੀ ਕਈਆਂ ਨੂੰ ਐਲਰਜੀ ਹੋ ਜਾਂਦੀ, ਕਈਆਂ ਨੂੰ ਲੱਗਣ ਲੱਗ ਪੈਂਦਾ ਕਿ ਇਹਦੇ ਨਾਲ ਸੰਬੰਧ ਆ, ਇਹ ਪੋਲੀਟਿਕਸ ਹੋ ਗਈ ਹੈ, ਇਹਨੂੰ ਫੇਵਰ ਕਰ ਦਿੱਤਾ, ਇਹਨੂੰ ਆਹ ਕਰ ਦਿੱਤਾ ਕਿ ਮੈਂ ਇਸ ਤਰ੍ਹਾਂ ਦੀ। ਇਹ ਆਪਣਾ ਕਿਸੇ ਦਾ ਸੁਭਾਅ ਹੁੰਦਾ, ਸਾਰਿਆਂ ਨੂੰ ਬਹੁਤ ਮਿਲਣ ਦਾ। ਕੋਈ ਹੁੰਦੇ ਆ ਆਊਟਵਰਡ ਲੋਕ ਹੁੰਦੇ ਆ, ਕੋਈ ਇਨਵਰਡ ਲੋਕ ਹੁੰਦੇ ਆ ਨਾ, ਜਿਹੜੇ ਆਪਣੇ ਆਪ 'ਚ ਹੀ ਰਹਿਣਾ ਪਸੰਦ ਕਰਦੇ ਆ। ਪਰ ਮੈਨੂੰ ਲੱਗਦਾ ਨਹੀਂ ਹੈ ਕਿ ਇਹਦੇ 'ਚ ਕੋਈ ਨੈਗੇਟਿਵ ਚੀਜ਼ ਨਹੀਂ ਹੈ। ਹਾਂ, ਬਸ਼ਰਤ ਮੈਂ ਉਹੀ ਕਿਹਾ ਕਿ ਤੁਹਾਡੇ 'ਚ ਵਿਚਾਰਾਂ ਦੀ ਸ਼ੁੱਧਤਾ ਔਰ ਪ੍ਰੈਫਰੈਂਸਿਸ ਪਬਲਿਕ ਵੈਲਫੇਅਰ ਦਾ ਹੋਣਾ ਚਾਹੀਦਾ, ਫਿਰ ਹਰ ਚੀਜ਼ ਜਿਹੜੀ ਆ ਉਹ ਸਹੀ ਮੰਨੀ ਜਾਂਦੀ ਆ। ਆਪਣੀ ਪਰਸੈਪਸ਼ਨ ਕ੍ਰੀਏਟ ਹੋ ਜਾਂਦੀ ਆ ਕਿ ਇਹਦੇ 'ਚੋਂ ਆਹ ਚੀਜ਼ ਗਲਤ ਆ। ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੇ ਜਿੰਨਾ ਕੁ ਬਹੁਤ ਛੋਟਾ ਮੇਰਾ ਰਾਜਨੀਤਿਕ ਕੈਰੀਅਰ ਆ, ਉਹਦੇ ਵਿੱਚ ਮੈਂ ਆਪਣੇ ਪਾਰਟੀ ਦੇ ਅੰਦਰ ਕਿਸੇ ਵੀ ਬੰਦੇ ਨੂੰ ਕੋਈ ਵੀ ਨੈਗੇਟਿਵ ਥਾਟ ਪਲਾਨ ਕਰਦਿਆਂ ਨਹੀਂ ਵੇਖਿਆ, ਪੋਜ਼ਿਟਿਵ ਜ਼ਰੂਰ ਕਰਦੇ ਵੇਖਿਆ, ਔਰ ਸਮਾਜ ਦੀਆਂ ਨੈਗੇਟਿਵਿਟੀਜ਼ 'ਤੇ ਚਿੰਤਾ ਵਿਅਕਤ ਕਰਦਿਆਂ ਜ਼ਰੂਰ ਦੇਖਿਆ। ਸਮਾਜ ਦੇ ਭਲੇ ਲਈ ਨਵੇਂ ਆਈਡੀਆਜ਼ ਕੋਈ ਲੈ ਕੇ ਜਾਓ ਤਾਂ ਵੈਲਕਮ ਕਰਦੇ ਆ ਕਿ ਹਾਂ ਇਹਨੂੰ ਆਹ ਕਰ ਸਕਦੇ ਹਾਂ, ਇਹਨੂੰ ਆਹ ਠੀਕ ਆ। ਉਹਦੇ 'ਚ ਇਹ ਜ਼ਰੂਰ ਹੁੰਦਾ ਕਿ ਹਾਂ ਇਸ ਤਰ੍ਹਾਂ ਕਰਾਂਗੇ ਨਾ ਕਿ ਆਹ ਮੁਹੱਲਾ ਕਲੀਨਿੰਗ ਖੁੱਲ੍ਹ ਜਾਣਗੇ, ਲੋਕ ਇੰਨੇ ਖੁਸ਼ ਹੋਣਗੇ, ਸਾਡਾ ਵੋਟਰ ਕੇਡਰ ਵਧੇਗਾ। ਉਹ ਲਾਲਚ ਤਾਂ ਹੋ ਸਕਦਾ ਕਿ ਪਰ ਲੇਕਿਨ ਉਹ ਚੰਗੇ ਕੰਮ ਦਾ ਹੀ ਹੁੰਦਾ ਕਿ ਤੁਸੀਂ ਆਹ ਚੰਗਾ ਕੰਮ ਕਰਦੇ ਹੋ, ਇਹਦੇ ਨਾਲ ਤੁਹਾਡਾ ਲੋਕਾਂ 'ਚ, ਕਿਉਂਕਿ ਹਰ ਵਿਅਕਤੀ ਜਿਹੜਾ ਆ ਉਹ ਸਮਾਜ ਦੇ ਜੇ ਤੁਸੀਂ ਵੱਡੀ ਗਿਣਤੀ ਨੂੰ ਨਾਲ ਜੋੜਨਾ ਤਾਂ ਤੁਹਾਨੂੰ ਉਹਨਾਂ ਦੇ ਭਲੇ ਲਈ ਸੋਚਣਾ ਪੈਣਾ। ਸੋ ਮੇਰਾ ਖਿਆਲ ਆ ਕਿ ਆਪੋਜੀਸ਼ਨ ਜਾਂ ਹੋਰ ਲੋਕ ਜਿਹੜੇ ਨਹੀਂ ਆਉਣਾ ਚਾਹੁੰਦੇ, ਉਹਨਾਂ ਨੂੰ ਲੱਗਦਾ ਕਿ ਇਸ ਕਸ਼ਮਕਸ਼, ਇਸ ਲੜਾਈ 'ਚ ਕਿਉਂ ਪੈਣਾ, ਉਹ ਫਿਰ ਡਰਦੇ। ਜਿਵੇਂ ਸਾਡਾ ਗਾਇਕੀ ਦਾ ਕਿੱਤਾ ਆ, ਇਹਦੇ ਵਿੱਚ ਕੁੜੀਆਂ ਨੂੰ ਕਿੰਨਾ ਨੈਗੇਟਿਵ ਉਹਦਾ ਥਾਟ ਨਾਲ ਵੇਖਿਆ ਜਾਂਦਾ। ਹਾਲਾਂਕਿ ਕੁੜੀਆਂ ਇਹਦੇ 'ਚ ਕਾਮਯਾਬ ਆ, ਕੁੜੀਆਂ ਇਹਦੇ 'ਚ ਗਾ ਰਹੀਆਂ। ਇਕੁਅਲੀ 50% ਪਾਪੂਲੇਸ਼ਨ ਆ ਸਮਾਜ ਦੀ, ਉਹ ਵਿਸ਼ਵ ਦੀ ਇਕੁਅਲੀ ਦੇਖਵਾ, ਉਹਨਾਂ ਦਾ ਸ਼ੇਅਰ ਉਨਾ ਹੀ ਬਰਾਬਰ ਦਾ ਬਣਦਾ। ਪਰ ਇਹਦੇ 'ਚ ਨਹੀਂ ਕੁੜੀਆਂ ਲਈ ਇਹ ਕੰਮ ਠੀਕ ਨਹੀਂ ਹੈ, ਇਹ ਕੁੜੀਆਂ ਲਈ ਕਿੱਤਾ ਠੀਕ ਨਹੀਂ ਹੈ ਨਾ। ਪਰ ਜਦ ਕਿ ਤੁਸੀਂ ਇਸ ਕਿੱਤੇ 'ਚੋਂ, ਮੈਂ ਸੋਚਦਾ ਮੇਰੇ ਗਾਹਾਂ ਬੱਚੇ ਆ, ਮੇਰੇ ਆਂਢ ਗੁਆਂਢ 'ਚੋਂ ਮੈਨੂੰ ਕੋਈ ਲੱਗੇ ਵੀ ਮੇਰੀ ਰਿਸ਼ਤੇਦਾਰੀ 'ਚ ਇੱਕ ਬੱਚਾ ਅੱਛਾ ਗਾਉਂਦਾ, ਮੈਂ ਕਹਿੰਦਾ ਨਹੀਂ ਤੂੰ ਮੈਨੂੰ ਸੁਣਾ, ਜੇ ਮੈਨੂੰ ਤੇਰੇ ਚਿਣਕ ਦਸੀ ਤਾਂ ਮੈਂ ਤੈਨੂੰ ਜ਼ਰੂਰ ਇਹਦੇ 'ਚ ਅਗਾਂਹ ਪੁਸ਼ ਕਰਾਂਗਾ। ਸੋ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਆ। ਪਰ ਅਦਰਵਾਈਜ਼ ਤੁਸੀਂ ਪੋਜ਼ਿਟਿਵ ਸੈਟ ਆਫ ਮਾਈਂਡ ਦੇ ਨਾਲ ਕਰਦੇ ਆ ਤਾਂ ਸਭ ਕੁਝ ਪੋਜ਼ਿਟਿਵ ਹੀ ਲੱਗਦਾ ਤੁਹਾਨੂੰ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਮਨੁੱਖ ਦਾ ਸੁਭਾਅ ਉਹਦੇ ਆਪਣੇ ਹੱਥ 'ਚ ਨਹੀਂ ਹੁੰਦਾ। ਮਨੁੱਖ ਦਾ ਸੁਭਾਅ ਬਣਦਾ ਵਾ ਜੋ ਆਲੇ ਦੁਆਲੇ ਚੀਜ਼ਾਂ ਵਾਪਰਦੀਆਂ ਨੇ, ਜਿਸ ਰਹਿਣ ਸਹਿਣ 'ਚ ਤੁਸੀਂ ਰਹਿੰਦੇ ਹੋ, ਜੋ ਪਰਿਵਾਰਕ ਮੈਂਬਰ ਜਾਂ ਕੁਝ ਖਾਸ ਸ਼ਖਸੀਅਤਾਂ ਤੁਹਾਡੇ 'ਤੇ ਹੁੰਦੀ ਨੇ, ਅਤੇ ਕੁੱਲ ਮਿਲਾ ਕੇ ਉਹਨਾਂ ਦਾ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਤੁਸੀਂ ਹੁੰਦੇ ਹੋ, ਹੈ ਨਾ। ਸੋ ਤੁਹਾਡਾ ਬਚਪਨ ਕਿੱਦਾਂ ਦਾ ਸੀਗਾ? ਥੋੜ੍ਹਾ ਜਿਹਾ ਸਾਨੂੰ ਉਸ ਚੀਜ਼ ਬਾਰੇ ਦੱਸੋ।
ਤੇ ਤੁਹਾਡੇ ਤੇ ਕਿੰਨਾ ਸ਼ਖਸੀਅਤਾਂ ਦਾ ਪ੍ਰਭਾਵ ਸੀ? ਦੇਖੋ, ਜਿਹੜਾ ਮੇਰਾ ਬਚਪਨ ਹੈ ਨਾ, ਉਹ ਬੜਾ ਹੀ ਪਿਆਰਾ ਬਚਪਨ ਹੈ। ਮੈਂ ਸੋਚਦਾ ਕਿ ਦੁਨੀਆ ਦੇ ਜਿਹੜੇ ਕੁਝ ਬਿਹਤਰੀਨ ਕੋਈ ਚੰਗੀ ਕਿਸਮਤ ਵਾਲੇ ਬੱਚੇ ਹੋਣਗੇ ਨਾ, ਜਿਨ੍ਹਾਂ ਨੂੰ ਚੰਗਾ ਬਚਪਨ ਨਸੀਬ ਹੋਇਆ, ਤਾਂ ਜੇ ਗਿਣਤੀ ਦੇ ਤੁਸੀਂ ਕੱਢੋਗੇ ਤਾਂ ਮੈਂ ਉਹਨਾਂ 'ਚ ਇੱਕ ਹਾਂ ਕਿ ਪਰਮਾਤਮਾ ਨੇ ਮੈਨੂੰ ਐਸੇ ਘਰ 'ਚ ਭੇਜਿਆ ਕਿ ਜਿੱਥੇ ਪਿਆਰ ਹੀ ਪਿਆਰ ਸੀ, ਜਿੱਥੇ ਕੁਰਬਾਨੀ ਸੀ। ਚਾਹੇ ਮੈਂ ਮਾਂ ਦੇ ਰੂਪ 'ਚ ਵੇਖਾਂ ਜਾਂ ਮੈਂ ਪਿਤਾ ਦੇ ਰੂਪ 'ਚ ਵੇਖਾਂ, ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਮੇਰੇ ਜਿਹੜੇ ਮਾਂ-ਬਾਪ ਆ, ਉਹ ਤਾਂ ਕੁਰਬਾਨੀ ਦਾ ਮੁਜੱਸਮਾ ਨੇ। ਮੇਰੇ ਪਿਤਾ ਨੇ ਇੰਨੀ ਕੁਰਬਾਨੀ ਕੀਤੀ ਜ਼ਿੰਦਗੀ 'ਚ। ਉਹਨਾਂ ਨੇ ਆਪਣਾ ਸੁੱਖ ਨਹੀਂ ਦੇਖਿਆ, ਆਪਣਾ ਆਰਾਮ ਨਹੀਂ ਦੇਖਿਆ, ਆਪਣੇ ਸ਼ੌਕ ਨਹੀਂ ਵੇਖੇ, ਆਪਣੀ ਆਮਦਨ ਨਹੀਂ ਵੇਖੀ। ਮਤਲਬ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਹਰ ਸਮਾਂ ਜਿਹੜਾ ਮੇਰਾ ਅੱਜ ਵੀ ਜਿਹੜਾ ਮੇਰੇ ਰੋਲ ਮਾਡਲ ਹੈ, ਉਹ ਮੇਰੇ ਫਾਦਰ ਆ। ਉਹ ਮੈਨੂੰ ਲੱਗਦਾ ਹੁੰਦਾ ਕਿ ਬੰਦਾ ਆਪਣੇ ਰੋਲ ਮਾਡਲ ਵਰਗਾ ਬਣਨਾ ਚਾਹੁੰਦਾ, ਪਰ ਮੈਨੂੰ ਲੱਗਦਾ ਕਿ ਮੈਂ ਉਹਨਾਂ ਦਾ ਬਣ ਹੀ ਨਹੀਂ ਸਕਦਾ। ਮੈਂ ਪਹਿਲੀ ਗੱਲ ਤਾਂ ਉਹਨਾਂ ਆਪਣੇ ਪਰਿਵਾਰ ਲਈ ਇਮਾਨਦਾਰ ਨਹੀਂ ਹੋ ਸਕਦਾ ਜਿੰਨੇ ਮੇਰੇ ਫਾਦਰ ਆ। ਉਹਨਾਂ ਮੈਂ ਸੁਸਾਇਟੀ ਲਈ ਇਮਾਨਦਾਰ ਨਹੀਂ ਹੋ ਸਕਦਾ। ਸਾਰਾ ਪਿੰਡ ਮੇਰੇ ਡੈਡੀ ਕੋਲੋਂ ਆ ਕੇ ਚਿੱਠੀਆਂ ਲਿਖਾਉਂਦਾ ਹੁੰਦਾ ਸੀ, ਸਾਰੇ ਪਿੰਡ। ਫਿਰ ਉਹਨਾਂ ਨੇ ਹਰ ਪਿੰਡ ਦੇ ਹਰ ਬੰਦੇ ਦਾ ਪਤਾ ਹੁੰਦਾ ਸੀ ਚਿੱਠੀ 'ਚ ਕੀ ਲਿਖਾਇਆ, ਪਰ ਉਹਨਾਂ ਦੇ ਰਾਜ਼ ਆਪਣੇ ਕੋਲ ਰੱਖਣੇ, ਬਿਲਕੁਲ ਉਹਨਾਂ ਦੇ ਪ੍ਰਤੀ ਵਫਾਦਾਰੀ ਰੱਖਣੀ। ਉਸ ਤੋਂ ਬਾਅਦ ਆਪਣੇ ਸ਼ੌਕ ਕੱਟ ਕੇ ਬੱਚਿਆਂ ਨੂੰ ਪੜ੍ਹਾਉਣਾ, ਆਪ 40-41 ਸਾਲ ਸਾਈਕਲ ਤੇ ਨੌਕਰੀ ਕਰਨੀ, ਨਿਆਣਿਆਂ ਨੂੰ ਕਹਿਣਾ ਤੁਸੀਂ ਹਰ ਸੁੱਖ ਸਹੂਲਤ ਲਓ। ਹਰ ਰਿਸ਼ਤੇਦਾਰੀ 'ਚ ਮੇਰੀਆਂ ਭੂਆ, ਉਹਨਾਂ ਨੂੰ ਪੜ੍ਹਾਉਣਾ, ਵਿਆਹੁਣਾ। ਮੇਰੀ ਮਦਰ ਦੀ ਉਹ ਹੱਦੋਂ ਵੱਧ ਰਿਸਪੈਕਟ ਕਰਦੇ ਆ। ਇਵੇਂ ਮੇਰੇ ਮਦਰ ਆ। ਮੇਰੀ ਮਦਰ ਨੇ ਹਮੇਸ਼ਾ ਹੀ ਆਪਣੇ ਆਪ ਨੂੰ ਵੱਧ ਤੋਂ ਵੱਧ ਕੰਮ ਕਰਕੇ, ਵੱਧ ਤੋਂ ਵੱਧ ਔਖੀਆਂ ਮੁਸੀਬਤਾਂ ਝੱਲ ਕੇ, ਪਰਿਵਾਰ ਦਾ ਪੇਟ ਕੱਟ ਕੇ ਸਾਨੂੰ ਪਾਲਿਆ, ਸਾਨੂੰ ਪੜ੍ਹਾਇਆ, ਸਾਨੂੰ ਪ੍ਰੇਰਿਆ। ਸਾਨੂੰ ਪ੍ਰੇਰਨ 'ਚ ਮਾਤਾ ਪਿਤਾ ਦਾ ਬਹੁਤ ਵੱਡਾ ਯੋਗਦਾਨ ਆ। ਸੋ ਮੈਂ ਸੋਚਦਾ ਕਿ ਔਰ ਮੈਨੂੰ ਭੈਣ ਭਰਾ ਮੇਰੇ ਜਿਹੜੇ ਬਚਪਨ 'ਚ ਉਹ ਇੰਨੇ ਚੰਗੇ ਮਿਲੇ ਕਿ ਮਤਲਬ ਮੈਂ ਜ਼ਿਆਦਾ ਮੇਰੇ ਤੋਂ ਗੱਲ ਹੋਣੀ ਨਹੀਂ, ਫਿਰ ਮੈਂ ਇਮੋਸ਼ਨਲ ਹੋ ਜਾਵਾਂਗਾ। ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਨੂੰ ਭੈਣ ਨਹੀਂ ਮਿਲੀ, ਮੈਨੂੰ ਮਾਂ ਦੇ ਰੂਪ 'ਚ ਮਿਲੀ ਆ। ਅਤੇ ਜਿਹੜਾ ਮੇਰਾ ਛੋਟਾ ਭਰਾ ਆ, ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਮੈਨੂੰ ਛੋਟਾ ਭਰਾ ਨਹੀਂ ਹੈ, ਉਹ ਮੇਰਾ ਬੇਟਾ ਆ। ਹਾਲਾਂਕਿ ਮੇਰੇ ਕੋਲ 1.25 ਸਾਲ ਛੋਟਾ ਉਹ, ਲੇਕਿਨ ਅੱਜ ਵੀ ਮਤਲਬ ਮੈਂ ਉਹਨੂੰ ਹਾਕ ਮਾਰਾਂ ਨਾ, ਤਾਂ ਜੇ ਰੋਟੀ ਦੀ ਬੁਰਕੀ ਉਹਨੇ ਤੋੜੀ ਆ, ਉਹਨੇ ਇਹ ਨਹੀਂ ਵੀ ਬੁਰਕੀ ਮੂੰਹ 'ਚ ਪਾ ਲੇਗਾ, ਮੁਰਕੀ ਪਲੇਟ 'ਚ ਰੱਖ ਕੇ ਮੇਰੇ ਕੋਲ ਭੱਜਿਆ ਆਏਗਾ। ਇੰਨਾ ਜ਼ਿਆਦਾ ਉਹ ਪਿਆਰਾ ਆ। ਸੋ ਇਹ ਮੇਰੇ 'ਤੇ ਇੱਕ ਬਲੈਸਿੰਗ ਆ। ਔਰ ਵੱਡੀ ਗੱਲ ਕਿ ਜਿਸ ਚੀਜ਼ ਨੂੰ ਮੈਂ ਬਹੁਤ ਵੱਡੀ ਖੁਸ਼ਕਿਸਮਤੀ ਮੰਨਦਾ ਕਿ ਮੈਨੂੰ ਜਨਮ ਲੈਣ ਲਈ ਪੰਜਾਬ ਦੀ ਧਰਤੀ ਮਿਲੀ ਆ। ਬਿਲਕੁਲ, ਕਿਉਂਕਿ ਵਿਅਕਤੀ ਦਾ ਜਿਹੜਾ ਜਨਮ ਹੈ ਉਹਦੇ ਆਪਣੇ ਹੱਥ 'ਚ ਨਹੀਂ ਹੈ। ਕੋਈ ਵਿਅਕਤੀ ਕੇਰਲਾ 'ਚ ਹੋ ਸਕਦਾ, ਕੋਈ ਅਫਰੀਕਾ 'ਚ ਹੋ ਸਕਦਾ, ਕੋਈ ਚੀਨ 'ਚ, ਜਾਪਾਨ 'ਚ, ਲੇਕਿਨ ਮੈਨੂੰ ਉਹ ਧਰਤ ਮਿਲੀ ਜਿਹਨੂੰ 10 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਆ, ਜਿੱਥੇ ਰਿਗਵੇਦ ਪੈਦਾ ਹੋਇਆ, ਜਿੱਥੇ ਰਾਮਾਇਣ ਪੈਦਾ ਹੋਈ, ਮਹਾਭਾਰਤ ਪੈਦਾ ਹੋਇਆ, ਜਿੱਥੇ ਗਾਇਤਰੀ ਮੰਤਰ ਹਿੰਦੂ ਧਰਮ ਦਾ ਰਚਿਆ ਗਿਆ, ਜਿੱਥੇ ਸੂਫੀ ਬਾਣੀ ਸਿਰਜੀ ਗਈ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਹੋਈ ਆ, ਜਿੱਥੇ ਸੂਫੀ ਜਿਹੜੇ ਬੁੱਲੇ ਸ਼ਾਹ, ਵਾਰਿਸ ਸ਼ਾਹ ਤੋਂ ਲੈ ਕੇ ਅੱਜ ਤੱਕ ਇਹ ਬੌਧਿਕ ਤੌਰ 'ਤੇ ਬੇਹੱਦ ਉਪਜਾਊ ਧਰਤੀ ਆ। ਅਤੇ ਮੈਂ ਸੋਚਦਾ ਇਹ ਸਾਰੇ ਕਰੈਕਟਰ, ਸਾਰੀਆਂ ਸੰਵੇਦਨਾਵਾਂ, ਸਾਰੇ ਪ੍ਰਭਾਵ ਮੈਨੂੰ ਮੇਰੇ ਬਚਪਨ 'ਚ ਮਿਲੇ, ਜਿਸ ਕਰਕੇ ਮੇਰੇ ਬਚਪਨ ਦੇ ਵਧੀਆ ਹੋਣ ਕਰਕੇ ਹੀ ਮੇਰਾ ਮੋਹ ਪੰਜਾਬੀ ਨਾਲ ਪਿਆ। ਕਿਉਂਕਿ 86 'ਚ ਮੈਂ 10ਵੀਂ ਕੀਤੀ ਆ। 10ਵੀਂ ਤੋਂ ਬਾਅਦ ਹੀ ਮੈਂ ਸੋਚ ਲਿਆ ਸੀ ਕਿ ਮੈਂ 11ਵੀਂ 'ਚ ਪੰਜਾਬੀ ਜਿਹੜੀ ਆ ਇਲੈਕਟਿਵ ਸਬਜੈਕਟ ਤੌਰ 'ਤੇ ਲੈਣੀ ਆ, BA ਤੱਕ ਹੋਰ ਪੜ੍ਹਨੀ ਆ, ਫਿਰ MA ਮੈਂ ਪੰਜਾਬੀ ਦੀ ਕਰਨੀ ਆ। ਉਦੋਂ ਆਪਸ਼ਨ ਸੀਗੀਆਂ। ਹਾਲਾਂਕਿ ਪੰਜਾਬ ਦੇ ਹਾਲਾਤ ਵੀ ਇਸ ਤਰ੍ਹਾਂ ਦੇ ਸੀਗੇ ਕਿ ਕੁਛ ਹਿੰਦੂ ਪਰਿਵਾਰ ਭੈਭੀਤ ਸੀ ਕਿ ਪਤਾ ਨਹੀਂ ਪੰਜਾਬ ਦਾ ਭਵਿੱਖ ਕਿਹੋ ਜਿਹਾ ਹੋਣਾ, ਕਿਹੋ ਜਿਹਾ ਨਹੀਂ ਹੋਣਾ। ਅਤੇ ਸਾਡੇ ਰਿਸ਼ਤੇਦਾਰੀ ਵੀ ਸਾਨੂੰ ਕਹਿੰਦੇ ਸੀ ਕਿ ਤੁਸੀਂ ਭਾਜੀ ਮੇਰੇ ਡੈਡੀ ਨੂੰ ਕਿ ਇਹਨੂੰ ਅੰਗਰੇਜ਼ੀ ਦੀ MA ਕਰਾ ਦਿਓ, ਇਹਨੂੰ ਹਿੰਦੀ ਦੀ ਕਰਾ ਦਿਓ, ਇਹਨੂੰ ਇਕਨੋਮਿਕਸ ਦੀ ਕਰਾ ਦਿਓ, ਦਿੱਲੀ ਬਾਹਰ ਪੰਜਾਬ 'ਚ ਕਿਤੇ ਨੌਕਰੀ ਮਿਲ ਜਾਏਗੀ, ਪੰਜਾਬ ਪਤਾ ਨਹੀਂ ਸੁਰੱਖਿਅਤ ਹੈ ਨਹੀਂ ਹੈ। ਲੇਕਿਨ ਮੇਰੇ ਬਚਪਨ ਦਾ ਹੀ ਪ੍ਰਭਾਵ ਸੀਗਾ ਕਿ ਮੈਂ ਤਹਈਆ ਕੀਤਾ ਹੋਇਆ ਸੀ ਕਿ ਰਹਿਣਾ ਵੀ ਪੰਜਾਬ 'ਚ ਆ ਔਰ ਪੜ੍ਹਨੀ ਵੀ ਪੰਜਾਬੀ ਆ। ਬਿਲਕੁਲ, ਕਿ ਕਿਸੇ ਤਰ੍ਹਾਂ ਦੇ ਵੀ ਹਾਲਾਤ ਹੋਣ, ਨਾ ਮੈਂ ਪੰਜਾਬ ਦੀ ਮਿੱਟੀ ਨੂੰ ਛੱਡ ਸਕਦਾ, ਨਾ ਮੈਂ ਪੰਜਾਬੀ ਸੱਭਿਆਚਾਰ ਨੂੰ, ਨਾ ਪੰਜਾਬੀ ਜ਼ੁਬਾਨ ਨੂੰ। ਬਿਲਕੁਲ, ਔਰ ਇਹਨੂੰ ਮੈਂ ਆਪਣੇ ਹਮੇਸ਼ਾ ਨਾਲ ਲਾ ਕੇ ਰੱਖਣਾ। ਸੋ ਬਹੁਤ ਪਿਆਰਾ ਬਚਪਨ ਆ ਕਿ ਮੈਂ ਕਈ ਦਿਨ ਲੱਗ ਜਾਣਗੇ ਮੈਨੂੰ ਯਾਦਾਂ ਨੂੰ ਕਰਦਿਆਂ, ਪਰ ਮੈਂ ਸੋਚਦਾ ਕਿ ਬਹੁਤ ਪਿਆਰ ਸਾਡਾ ਆਪਸ ਵਿੱਚ ਮਾਤਾ ਪਿਤਾ ਦਾ, ਭੈਣਾਂ ਭਰਾਵਾਂ ਦਾ, ਦੁਨੀਆ ਦੇ ਹਰ ਰਿਸ਼ਤੇ ਦਾ ਮੈਂ ਆਨੰਦ ਮਾਣਿਆ।
ਜਿੰਨੇ ਵੀ ਇਸ ਸਮਾਜ ਵਿੱਚ ਵਿਅਕਤੀ ਦੇ ਜਿਹੜਾ ਜੀਵਨ ਸਾਈਕਲ ਹੈ ਨਾ, ਕਿ ਉਹਦਾ ਅੱਜ ਤੱਕ ਦੀ ਮੇਰੀ ਜਿਹੜੀ ਜ਼ਿੰਦਗੀ ਆ, ਕਿ ਜਨਮ ਤੋਂ ਲੈ ਕੇ ਅੱਜ ਤੱਕ ਦੀ ਜ਼ਿੰਦਗੀ, ਜਿੰਨੇ ਵੀ ਰਿਸ਼ਤੇ ਹੁੰਦੇ ਆ ਜੀ, ਚਾਹੇ ਉਹ ਭਰਾ ਦਾ ਆ, ਭੈਣ ਦਾ ਆ, ਉਹ ਪਤੀ ਦਾ ਆ, ਉਹ ਪਿਤਾ ਦਾ ਆ, ਉਹ ਭਾਣਜੇ ਦਾ ਹੈ, ਮੈਂ ਕਿਸੇ ਦਾ ਭਾਣਜਾ ਹੋਵਾਂਗਾ, ਕੋਈ ਮੇਰਾ ਭਾਣਜਾ ਹੋਏਗਾ, ਭਾਣਜੀ ਮੇਰੀ ਮਾਸੀ ਹੋਏਗੀ ਤਾਂ ਮੈਂ ਕਿਸੇ ਦਾ, ਮੇਰੀ ਕੋਈ ਭਾਣਜੀ ਹੋਏਗੀ। ਮੈਂ ਦੁਨੀਆ ਦੇ ਹਰ ਉਸ ਰਿਸ਼ਤੇ 'ਚੋਂ ਪਿਆਰ ਲਿਆ, ਚਾਹੇ ਉਹ ਦੋਸਤੀ ਦਾ ਆ, ਚਾਹੇ ਉਹ ਵਪਾਰ ਦਾ ਆ। ਮਤਲਬ ਮੈਨੂੰ ਇਹ ਲੱਗਦਾ ਕਿ ਮੈਨੂੰ ਪੂਰੀ ਦੁਨੀਆ ਦੇ ਵਿੱਚ ਕੋਈ ਇੱਕ ਵੀ ਵਿਅਕਤੀ ਐਸਾ ਨਹੀਂ ਹੈਗਾ ਮਿਲਦਾ ਜਿਹਦੇ ਨਾਲ ਮੇਰੀ ਬੋਲਚਾਲ ਨਹੀਂ ਹੈ, ਕਿ ਜਿਹਨੂੰ ਵੇਖ ਕੇ ਮੈਨੂੰ ਇਹ ਲੱਗਦਾ ਹੋਵੇ ਕਿ ਨਹੀਂ ਇਹ ਤੋਂ ਮੈਂ ਪਾਸਾ ਵੱਟ ਲਾਂ, ਉਹ ਵਿਅਕਤੀ ਮੇਰੇ ਨਾਲ ਬੋਲਦਾ ਨਹੀਂ, ਉਹਦੀ ਮੇਰੇ ਨਾਲ ਲੜਾਈ ਆ। ਅੱਜ ਮੈਨੂੰ ਤੁਸੀਂ ਇੱਕ ਲਿਸਟ ਦਿਓਗੇ ਤਾਂ ਲਿਖ ਇੱਥੇ ਦੁਨੀਆ 'ਚ ਕਿਹੜੇ ਕਿਹੜੇ ਬੰਦੇ ਨੂੰ ਤੂੰ ਪਸੰਦ ਨਹੀਂ ਕਰਦਾ, ਤਾਂ ਉਹ ਜ਼ੀਰੋ ਲਿਸਟ ਆ। ਮੇਰੇ ਕੋਲ ਕੋਈ ਨਾਂ ਨਹੀਂ ਹੈ ਉਸ ਲਿਸਟ ਵਿੱਚ ਪਾਉਣ ਦੇ ਲਈ। ਮੈਂ ਸੋਚਦਾ ਕਿ ਇਦੋਂ ਵੱਧ ਪਿਆਰੇ ਮਾਪੇ ਨਹੀਂ ਹੋ ਸਕਦੇ, ਇਦੋਂ ਵੱਧ ਪਿਆਰੇ ਭੈਣ ਭਰਾ ਨਹੀਂ ਹੋ ਸਕਦੇ, ਇਦੋਂ ਪਿਆਰੀ ਪਤਨੀ ਨਹੀਂ ਹੋ ਸਕਦੀ, ਇਦੋਂ ਪਿਆਰਾ ਪੁੱਤਰ ਨਹੀਂ ਹੋ ਸਕਦਾ, ਧੀ ਨਹੀਂ ਹੋ ਸਕਦੀ, ਭੂਆ ਮਾਮੇ ਚਾਚੇ ਮਾਸੀਆਂ, ਇਦੋਂ ਪਿਆਰੇ ਮਨਮੋਹਨ ਭਾਜੀ, ਮਨਮੋਹਨ ਵਾਰਸ ਭਾਜੀ ਵਰਗਾ ਕੋਈ ਵੱਡਾ ਭਰਾ ਜਾਂ ਕੋਈ ਦੋਸਤ ਜਾਂ ਕੋਈ ਸਹਿਯੋਗੀ ਜਾਂ ਕੋਈ ਸਾਥੀ ਜਾਂ ਕੋਈ ਕੰਮ ਕਰਨ ਵਾਲਾ ਵਿਅਕਤੀ ਨਹੀਂ ਹੋ ਸਕਦਾ। ਅੱਜ ਤੱਕ ਦੇ 36 ਸਾਲ ਦਾ ਸਾਡਾ ਰਿਸ਼ਤਾ ਹੋ ਗਿਆ, ਮੈਂ ਨਹੀਂ ਕਦੀ ਉਹਨਾਂ ਨੂੰ ਉੱਚੀ ਆਵਾਜ਼ 'ਚ ਮੈਨੂੰ ਹਾਕ ਮਾਰਦੇ ਵੀ ਸੁਣਿਆ। ਮਤਲਬ ਮੈਂ ਕਈ ਵਾਰੀ ਸੋਚਦਾ ਵੀ ਚੰਗੇ ਕਰਮ ਹੀ ਆ ਵੀ ਅਸੀਂ ਟੂਰ 'ਤੇ ਵੀ ਜਾਂਦੇ ਹਾਂ ਨਾ, ਜੇ ਉਹਨਾਂ ਨੇ ਮੈਨੂੰ ਉਠਾਲਣਾ ਆ ਸਵੇਰੇ, ਅਸੀਂ ਇੱਕ ਕਮਰੇ 'ਚ ਮੰਨ ਲਓ ਉਹਨਾਂ ਨੇ ਮੈਨੂੰ ਉਠਾਲਣਾ, ਤਾਂ ਉਹਨਾਂ ਨੇ ਮੈਨੂੰ ਦੂਰੋਂ ਆਵਾਜ਼ ਨਹੀਂ ਮਾਰਨੀ ਪਈ, ਉੱਚੀ ਮਾਰਨੀ ਪੈਗੀ। ਇਹਨਾਂ ਨੇ ਮੇਰੇ ਕੋਲ ਆ ਕੇ ਮੇਰਾ ਸਿਰ ਪਲੋਸ ਕੇ ਕਹਿਣਾ, ਅੱਛਾ ਦੀਪਕ ਉੱਠ ਜਾ, ਚਾਹ ਪੀ ਲਾ, ਫਿਰ ਆਪਾਂ 9 ਵਜੇ ਤੁਰਨਾ ਆ। ਇੰਨੇ ਪਿਆਰ ਨਾਲ ਮਤਲਬ ਉਹ ਮੈਨੂੰ ਬੁਲਾਉਂਦੇ ਆ। ਸੋ ਮੈਂ ਸੋਚਦਾ ਇੱਕ ਕੋਈ ਪਰਮਾਤਮਾ ਦੀ ਬਖਸ਼ਿਸ਼ ਆ ਕਿ ਹਰ ਰਿਸ਼ਤੇ 'ਚੋਂ ਮੈਨੂੰ ਇੰਨਾ ਪਿਆਰ ਮਿਲਿਆ, ਇੰਨਾ ਨਿੱਘ ਮਿਲਿਆ। ਔਰ ਜਿਹੜਾ ਰਿਸ਼ਤਾ ਮੇਰੇ ਨਾਲ 30 ਸਾਲ ਪਹਿਲਾਂ ਵੀ ਜੁੜਿਆ ਸੀਗਾ, ਔਰ ਜਿਹੜਾ ਅੱਜ ਦਾ ਦਿਨ ਆ, ਅੱਜ ਦਾ ਦਿਨ ਵੀ ਉਸ ਰਿਸ਼ਤੇ 'ਚ ਹੋਰ ਪਿਆਰ, ਇਤਫਾਕ, ਵਿਸ਼ਵਾਸ ਵਾਧਾ ਕਰਕੇ ਛਿਪਦਾ। ਸੋ ਆਈ ਐਮ ਵੈਰੀ ਮਚ ਹੈਪੀ। ਪਰ ਇਹ ਚੀਜ਼ ਪੋਲੀਟਿਕਸ 'ਚ ਆਉਣ ਤੋਂ ਬਾਅਦ ਵੀ ਬਰਕਰਾਰ ਰਹਿ ਸਕਦੀ ਹੈ ਕਿ ਸਾਰੇ ਤੁਹਾਡੇ ਤੋਂ ਖੁਸ਼ ਨੇ ਜਾਂ ਤੁਸੀਂ ਵੀ ਸਾਰਿਆਂ ਤੋਂ ਖੁਸ਼? ਦੇਖੋ, ਇਸ ਗੱਲ ਦਾ ਮੈਨੂੰ ਕੋਈ ਫਰਕ ਨਹੀਂ ਕਿ ਕੋਈ ਮੇਰੇ ਤੋਂ ਖੁਸ਼ ਹੈ ਕਿ ਨਹੀਂ, ਪਰ ਮੈਂ ਸਾਰਿਆਂ ਤੋਂ ਖੁਸ਼ ਹਾਂ। ਮੈਨੂੰ ਜੇ ਕੋਈ ਚੀਜ਼ ਲੱਗੇ ਵੀ ਨਾ ਕਿ ਯਾਰ ਉਹ ਫਲਾਣਾ ਆਹ ਚੀਜ਼ ਉਹਨੇ ਇੱਦਾਂ ਕੀਤੀ ਨਹੀਂ, ਮੈਂ ਕਹਿੰਦਾ ਨਾ ਕੋਈ ਗੱਲ ਨਹੀਂ, ਕੋਈ ਮਜਬੂਰੀ ਹੋਏਗੀ, ਪਰ ਉੱਦਾਂ ਅੰਦਰੋਂ ਮੈਨੂੰ ਉਹ ਪਿਆਰ ਹੀ ਕਰਦਾ ਆ। ਤੁਹਾਨੂੰ ਆਪਣਾ ਮਾਈਂਡ ਸੈੱਟ ਪੋਜ਼ਿਟਿਵ ਰੱਖਣਾ ਪੈਂਦਾ। ਬਿਲਕੁਲ। ਤੁਸੀਂ ਅੰਦਰ ਹੇਟ ਪੈਦਾ ਕਰੋ। ਸੁਸਾਇਟੀ ਬੇਸਿਕਲੀ ਕੀ ਆ? ਮੇਰੀ ਨਜ਼ਰ ਸੁਸਾਇਟੀ ਇੱਕ ਰਿਫਲੈਕਸ਼ਨ ਆ, ਕੁਛ ਨਹੀਂ ਹੈ। ਸੁਸਾਇਟੀ ਇੱਕ ਵੈਸੇ ਤਾਂ ਸਾਹਿਤ 'ਚ ਵੀ ਕਿਹਾ ਜਾਂਦਾ ਨਾ ਕਿ ਸਾਹਿਤ ਜਿਹੜਾ ਹੈ ਸਮਾਜ ਦਾ ਦਰਪਣ ਆ, ਕਿ ਸਮਾਜ ਵਿੱਚ ਕੀ ਕੁਛ ਹੋ ਰਿਹਾ ਉਹ ਲੇਖਕ ਅਬਜ਼ਰਵ ਕਰਦਾ, ਅਬਜ਼ਰਵ ਕਰਕੇ ਫਿਰ ਆਪਣੇ ਸ਼ਬਦਾਂ ਰਾਹੀਂ, ਚਾਹੇ ਉਹ ਕਵਿਤਾ, ਕਹਾਣੀ, ਕਵਿਤਾ, ਗਜ਼ਲ, ਗੀਤ ਹੈ, ਬੰਦ, ਨਾਟਕ, ਨਾਵਲ, ਕਹਾਣੀ ਦੇ ਰੂਪ 'ਚ ਉਹ ਤੁਹਾਨੂੰ ਪੇਸ਼ ਕਰ ਦਿੰਦਾ। ਸੋ ਇਸੇ ਤਰ੍ਹਾਂ ਸੁਸਾਇਟੀ ਵੀ ਰਿਫਲੈਕਸ਼ਨ ਆ। ਜੇ ਮੇਰੇ ਮਨ 'ਚ ਤੁਹਾਡੇ ਪ੍ਰਤੀ ਸਤਿਕਾਰ ਹੈਗਾ, ਤੁਹਾਡੇ ਪ੍ਰਤੀ ਪਿਆਰ ਹੈਗਾ, ਕਿ ਮੈਨੂੰ ਲੱਗਦਾ ਕਿ ਬਹੁਤ ਗੁਰਦੀਪ ਸਿੰਸੀਅਰ ਆ, ਮੇਰੀ ਛੋਟੀ ਭੈਣ ਆ, ਬੜੀ ਪਿਆਰੀ ਆ, ਹੈ ਨਾ, ਉਹਦਾ ਆਦਰ ਕਰਨਾ, ਉਹਦਾ ਸਤਿਕਾਰ ਕਰਨਾ, ਉਹਨੂੰ ਪਿਆਰ ਕਰਨਾ, ਉਹਦੇ ਸਿਰ 'ਤੇ ਅਸੀਸਾਂ ਵਾਲਾ ਹੱਥ ਰੱਖਣਾ ਮੇਰਾ ਫਰਜ਼ ਬਣਦਾ, ਤਾਂ ਓਬਵੀਅਸਲੀ ਤੁਹਾਡੇ ਅੰਦਰੋਂ ਵੀ ਇਹੀ ਫੀਲਿੰਗ ਆਉਣੀ ਆ ਕਿ ਨਹੀਂ ਇਹ ਤਾਂ ਮੈਨੂੰ ਮੇਰਾ ਵੱਡਾ ਭਰਾ ਆ, ਮੇਰੇ ਤੋਂ ਵੱਡਾ ਆ, ਮੈਨੂੰ ਫਾਦਰਲੀ ਪਿਆਰ ਕਰਦਾ। ਸੋ ਸੁਸਾਇਟੀ ਜਿਹੜੀ ਆ ਇਹ ਰਿਫਲੈਕਸ਼ਨ ਆ। ਬਿਲਕੁਲ। ਕਿਸੇ ਨੂੰ ਕੋਈ ਜੈਲਸੀ ਹੋਏਗੀ ਤਾਂ ਕੋਈ ਵਿਰੋਧਤਾ ਕਰ ਸਕਦਾ ਮੇਰੀ, ਬਟ ਆਈ ਐਮ ਸ਼ੋਰ ਜੇ ਕੋਈ ਤੱਥਾਂ ਦੇ ਆਧਾਰ 'ਤੇ ਕਹੇਗਾ ਤਾਂ ਫਿਰ ਨਹੀਂ ਕਰ ਸਕਦਾ ਉਹ। ਮੈਨੂੰ ਕੋਈ ਬੰਦਾ ਕਹੇ ਨਾ ਕਿ ਫਲਾਣਾ ਬੰਦਾ ਐਵੇਂ, ਮੈਂ ਕਹਿੰਦਾ ਨਾ ਭਰਾ ਮੇਰੇ ਸਾਹਮਣੇ ਬਿਠਾਓ, ਉਹਨੂੰ ਕਹਾ 10 ਚੀਜ਼ਾਂ ਲਿਖ ਦੇ ਜਿਹੜੀਆਂ ਮੈਂ ਉਹਦੇ ਲਈ ਬੁਰੀਆਂ ਕੀਤੀਆਂ ਹੋਣ। ਜੇ 10 ਹੋਈਆਂ ਤਾਂ ਮੈਂ 2 ਸਵੀਕਾਰ ਕਰ ਲਾਂਗਾ, ਨਹੀਂ ਤਾਂ ਮੈਨੂੰ ਇਹ ਪਤਾ ਹੈ ਕਿ 10 ਲੱਭਣੀਆਂ ਨਹੀਂ ਉਹਨੂੰ। ਕਿਉਂਕਿ ਤੁਸੀਂ ਮਾਈਂਡ ਸੈਟ, ਤੁਹਾਡਾ ਪਾਲਣ ਪੋਸ਼ਣ, ਤੁਹਾਡੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਪੋਜ਼ਿਟਿਵ ਬਿਲਕੁਲ ਹੋ ਕੇ ਜੀਵਨ ਵਿਚਰੋ, ਤਾਂ ਬੜਾ ਹੀ ਪਿਆਰ ਲੋਕ ਸਾਰੇ ਤੁਹਾਡਾ ਵਿਸ਼ਵਾਸ ਵੀ ਕਰਦੇ ਆ। ਮੈਂ ਸਮਟਾਈਮਸ ਮਤਲਬ ਮੈਂ ਹੈਰਾਨ ਹੋ ਜਾਂਦਾ ਜਦੋਂ ਇੰਨਾ ਪਿਆਰ ਲੋਕ ਕਰਦੇ ਆ, ਕਿ ਪਿਆਰ ਮਤਲਬ ਕਿ ਆਮ ਨਾਟ ਕਿ ਮੈਂ ਤੁਰਿਆ ਜਾਂਦਾ ਅਤੇ 50,000 ਲੋਕ ਮੇਰੇ ਮਗਰ ਆਟੋਗ੍ਰਾਫ ਨਾ। ਮੈਂ ਜਿਸ ਵੀ ਵਿਅਕਤੀ ਨਾਲ, ਜਿਹਦੇ ਨਾਲ ਵੀ ਰਿਸ਼ਤਾ ਜੋੜਿਆ, ਮੈਨੂੰ ਉਹਦੇ 'ਚੋਂ ਨਿੱਘ ਮਿਲਿਆ, ਉਹਦੇ 'ਚ ਮੈਨੂੰ ਸਤਿਕਾਰ ਮਿਲਿਆ। ਮਤਲਬ ਉਸ ਰਿਸ਼ਤੇ 'ਚੋਂ ਜੋ ਕੁਛ ਵੀ ਮਿਲ ਸਕਦਾ ਹੈ ਵੱਧ ਤੋਂ ਵੱਧ
ਮੈਨੂੰ ਉਹ ਮਿਲਦਾ ਉਹ 'ਚ। ਤੁਸੀਂ ਇੱਕ ਬਹੁਤ ਸੋਹਣੀ ਗੱਲ ਕਹੀ ਹੈ ਕਿ ਮੈਂ ਪੰਜਾਬ ਦਾ ਬਸ਼ਿੰਦਾ, ਪੰਜਾਬੀ ਮੇਰੀ ਬੋਲੀ ਆ। ਇਹ ਮੈਂ ਕੋਈ ਕਾਸਟਿਜ਼ਮ 'ਤੇ ਕੋਈ ਕਮੈਂਟ ਨਹੀਂ ਕਰ ਰਹੀ ਹੈਗੀ ਜਾਂ ਕਿਸੇ ਤੁਹਾਡੇ ਧਰਮ ਦੇ ਉੱਪਰ ਕਮੈਂਟ ਨਹੀਂ ਕਰ ਰਹੀ, ਪਰ ਅੱਜ ਦੇ ਟਾਈਮ 'ਚ ਪੰਜਾਬ ਦਾ ਹਿੰਦੂ ਆ ਜਿਹੜਾ, ਉਹ ਬਹੁਤ ਇਨਸਿਕਿਉਰ ਫੀਲ ਕਰਦਾ ਆ। ਜੇ ਅਸੀਂ ਪਿੰਡਾਂ 'ਚ ਰਹਿੰਦੇ ਹਿੰਦੂ ਭਾਈਚਾਰੇ ਨੂੰ ਛੱਡ ਕੇ ਖਾਸ ਤੌਰ 'ਤੇ ਸ਼ਹਿਰੀ ਭਾਈਚਾਰੇ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਬਸ਼ਿੰਦੇ ਅਸੀਂ ਜ਼ਰੂਰ ਹੈਗੇ ਹਾਂ, ਪਰ ਸਾਡੀ ਮਾਂ ਬੋਲੀ ਜਾਂ ਜਿਹੜੀ ਸਾਡੀ ਬੋਲੀ ਆ ਉਹ ਪੰਜਾਬੀ ਨਹੀਂ ਹੈ। ਉਹ ਕਹਿੰਦੇ ਨੇ ਕਿ ਸਾਡੀ ਬੋਲੀ ਹਿੰਦੀ ਹੈ, ਅਤੇ ਉਹ ਜ਼ਿਆਦਾਤਰ 99% ਜਿਹੜੇ ਸ਼ਹਿਰਾਂ 'ਚ ਰਹਿੰਦੇ ਹਿੰਦੂ ਨੇ ਉਹ ਹਿੰਦੀ ਹੀ ਬੋਲਦੇ ਨੇ। ਇਹ ਕਿਉਂ? ਪਰ ਮੈਨੂੰ ਲੱਗਦਾ ਵੀ ਇਹ ਥੋੜ੍ਹਾ ਜਿਹਾ, ਮੈਂ ਜਦੋਂ 94-95 'ਚ ਸ਼ਹਿਰ 'ਚ ਆਇਆ, ਵਿਚਰਿਆ, ਖਾਸ ਤੌਰ 'ਤੇ ਜਦੋਂ ਤੋਂ ਮੇਰਾ ਇੱਧਰ ਧਿਆਨ ਜ਼ਿਆਦਾ ਹੋਇਆ 2004-05 ਤੋਂ ਮੈਂ ਦੇਖਣਾ ਸ਼ੁਰੂ ਕੀਤਾ, ਤਾਂ ਉਦੋਂ ਮੈਂ ਇਹ ਗੱਲ ਮਹਿਸੂਸ ਕੀਤੀ ਥੋੜ੍ਹੀ ਜਿਹੀ। ਪਰ ਫਿਰ ਜਦੋਂ ਮੈਂ ਇਸ ਸੰਬੰਧ 'ਚ ਲੋਕਾਂ ਨੂੰ ਹਲੂਲਣਾ ਸ਼ੁਰੂ ਕੀਤਾ, ਹਲੂਣਾ ਦੇਣਾ ਦੇਖਿਆ, ਮੈਂ ਇਹਨਾਂ ਨੂੰ ਸ਼ੇਕ ਕੀਤਾ, ਤਾਂ ਮੈਨੂੰ ਲੱਗਿਆ ਵੀ ਉਹ ਅਚਨਚੇਤ ਹੀ ਇਸ ਤਰ੍ਹਾਂ ਦਾ ਮਨ ਬਣਾਈ ਬੈਠੇ ਆ। ਕੁਛ ਗਲੋਬਲ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉਹਨਾਂ ਦਾ ਇਹ ਪ੍ਰਭਾਵ ਆ, ਕੁਛ ਦੂਜਿਆਂ ਸੱਭਿਆਚਾਰਾਂ ਦੇ ਪ੍ਰਭਾਵ ਆ, ਕੁਛ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਰਹੇ ਕਿ ਜਿਵੇਂ 47 'ਚ ਜਿਹੜੀ ਵੰਡ ਹੋਈ ਆ, ਉਹਨੇ ਵੀ ਹਿੰਦੂਆਂ ਨੂੰ ਬਹੁਤ ਭੈਭੀਤ ਕੀਤਾ ਕਿ ਅਸੀਂ ਉੱਥੋਂ ਚੱਲ ਕੇ ਆਏ, ਇੱਥੇ ਆ ਕੇ ਵਸ ਗਏ, ਫਿਰ ਇਹ ਇੱਕ ਸਿੱਖ ਸਟੇਟ ਦੇ ਤੌਰ 'ਤੇ ਬਣਨ ਲੱਗ ਪਈ, ਫਿਰ ਹਿੰਦੂ ਲੱਗਣ ਲੱਗ ਪਿਆ ਵੀ ਹੁਣ ਸਾਨੂੰ ਇੱਥੋਂ ਫਿਰ ਅੱਗੇ ਜਾਣਾ ਪਏਗਾ। ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਜੇ ਅਸੀਂ ਹਿੰਦੀ ਭਾਸ਼ਾ ਲਿਖਾਵਾਂਗੇ ਤਾਂ ਸ਼ਾਇਦ ਇਹ ਵੱਡੀ ਸਟੇਟ ਰਹੇਗੀ। ਸੋ ਇਸ ਤਰ੍ਹਾਂ ਦੀਆਂ ਪੋਲੀਟਿਕਸ ਵਿੱਚ ਜਾਂ ਮੂਵਮੈਂਟਸ, ਸੋਸ਼ਲ ਮੂਵਮੈਂਟਸ ਅਸੁਰੱਖਿਅਤ ਲੋਕ ਜਿਹੜੇ ਮਹਿਸੂਸ ਕਰਦੇ ਸੀ ਉਹਦੇ 'ਚ ਰਹੀਆਂ। ਪਰ ਮੈਂ ਇਹ ਗੱਲ ਸੋਚਦਾ ਕਿ ਅੱਜ ਜਿਹੜਾ ਮੈਂ ਤਾਂ ਵੈਸੇ ਆਪਣੇ ਹਿੰਦੂ ਭਾਈਚਾਰੇ ਦੇ ਸਾਰੇ ਦੋਸਤਾਂ ਨੂੰ ਵੀ, ਲੋਕਾਂ ਨੂੰ ਵੀ ਕਹਿਣਾ ਹੁੰਦਾ ਕਿ ਜਿੰਨਾ ਚਿਰ ਤੁਸੀਂ ਇੱਕ ਸਿੱਖ ਨਾਲੋਂ ਪੰਜਾਬ ਦੀ ਮਿੱਟੀ ਨੂੰ ਤੇ ਪੰਜਾਬ ਦੀ ਬੋਲੀ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਵੱਧ ਪਿਆਰ ਨਹੀਂ ਕਰਦੇ, ਉਨਾ ਚਿਰ ਇਹ ਮਿੱਟੀ, ਸੱਭਿਆਚਾਰ ਤੇ ਭਾਸ਼ਾ ਵੀ ਤੁਹਾਨੂੰ ਨੰਬਰ 2 ਸਮਝੇਗੀ। ਬਿਲਕੁਲ। ਤੁਹਾਨੂੰ ਇਹ ਮੈਨੂੰ ਅਸ਼ੋਰ ਕਰਨਾ ਪੈਣਾ ਕਿ ਮੰਨ ਲਓ ਮੇਰਾ ਕੋਈ ਸਾਹਮਣੇ ਦੋਸਤ ਬੈਠਾ, ਇੱਕ ਦੋਸਤ ਹੋਰ ਬੈਠਾ, ਜਿੰਨਾ ਚਿਰ ਮੈਂ ਉਸ ਦੋਸਤ 'ਤੇ ਆਪਣਾ ਹੱਕ ਤੁਹਾਡੇ ਨਾਲੋਂ ਵੱਧ ਨਹੀਂ ਜਮਾਉਂਦਾ, ਉਨਾ ਚਿਰ ਉਹ ਮੈਨੂੰ ਨੰਬਰ 2 'ਤੇ ਪਿਆਰ ਕਰੇਗਾ। ਜਦ ਉਹਨੂੰ ਲੱਗੇਗਾ ਕਿ ਨਹੀਂ ਇਹ ਤਾਂ ਮੈਨੂੰ ਤਾਂ ਵੱਧ ਪਿਆਰ ਕਰਦਾ, ਜਦ ਉਹਨੂੰ ਲੱਗੇਗਾ ਕਿ ਇਹ ਬੰਦਾ, ਇਹਦਾ ਉਚਾਰਨ ਦੇਖੋ, ਇਹਦਾ ਊੜਾ ਜਿਹੜਾ ਇੱਕ ਸਿੱਖ ਨਾਲੋਂ ਵਧੀਆ ਉਚਾਰਨ ਹੈ, ਇਹਦਾ ਉਚਾਰਨ ਦੀ ਸ਼ੁੱਧਤਾ ਆ, ਇਹਦੀ ਪ੍ਰਤਿਬੱਧਤਾ ਦੇਖੋ ਕਿ ਇਹਦੇ ਘਰ ਦੇ ਬਾਹਰ ਲੰਘ ਕੇ ਜਾਓ ਤਾਂ ਪੰਜਾਬੀ 'ਚ ਇਹਦੇ ਪਿਤਾ ਦਾ ਨਾਮ ਲਿਖਿਆ ਹੋਇਆ। ਬਿਲਕੁਲ ਹੈ। ਮੈਂ ਹੋਟਲ ਜਦੋਂ ਬਣਾਇਆ ਤਾਂ ਹੋਟਲ ਦੇ ਵਿੱਚ ਮੈਂ 40 ਫੁੱਟ ਉੱਚਾ ਪੰਜਾਬੀ 'ਚ ਲਿਖਾਇਆ ਨਾ, 40 ਫੁੱਟ ਉੱਚਾ ਤੇ 6 ਫੁੱਟ ਚੌੜਾ। ਮੈਨੂੰ ਇਹ ਭਰਮ ਸੀ ਲੋਕਾਂ ਦੇ ਅੰਦਰ ਕਿ ਕੀ ਹੋਟਲ ਦੇ ਬਾਹਰ ਅੰਗਰੇਜ਼ੀ 'ਚ ਹੀ ਲਿਖਾਉਣਾ। ਬਿਲਕੁਲ ਹਾਂ। ਠੀਕ ਹੈ। ਮੈਂ ਕਿਹਾ ਨਹੀਂ, ਹੋਟਲ ਚੱਲੇਗਾ ਫੈਸਿਲਿਟੀਆਂ ਕਰਕੇ। ਬਿਲਕੁਲ। ਹੋਟਲ ਚੱਲੇਗਾ ਬੈਸਟ ਫੂਡ ਕਰਕੇ। ਹੋਟਲ ਪੰਜਾਬੀ ਕਰਕੇ ਹੋਟਲ ਦੀ ਸ਼ਾਨ ਵਧੇਗੀ, ਘਟੇਗੀ ਨਹੀਂ। ਇਹ ਭਰਮ ਲੋਕਾਂ ਦੇ ਅੰਦਰੋਂ ਤੋੜਨੇ ਪੈਂਦੇ ਆ। ਸੋ ਇਵੇਂ ਹਿੰਦੂਆਂ ਦੇ ਅੰਦਰ ਵੀ ਇੱਕ ਭੈ ਸੀਗਾ ਕਿ ਅਸੀਂ ਕੀ ਇਹ ਸਾਨੂੰ ਸਟੇਟ ਉਸ ਤਰ੍ਹਾਂ ਅਡੋਪਟ ਕਰਦੀ ਆ। ਤਾਂ ਮੇਰਾ ਉਹਨਾਂ ਨੂੰ ਵੀ ਕਹਿਣਾ ਇਹ ਸੀਗਾ ਕਿ ਤੁਸੀਂ ਇੱਕ ਸਿੱਖ ਨਾਲੋਂ ਵੱਧ ਇਹਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦਿਖਾਓ, ਇਹਦੀ ਭਾਸ਼ਾ ਨੂੰ, ਇਹਦੇ ਸੱਭਿਆਚਾਰ ਨੂੰ, ਇਹਦੀ ਮਿੱਟੀ ਨੂੰ, ਇਹਦੀ ਜੀਵਨ ਸ਼ੈਲੀ ਨੂੰ ਅਪਣਾਓਗੇ ਤਾਂ ਇਹ ਵੀ ਤੁਹਾਨੂੰ ਉਹਦੇ ਨਾਲੋਂ ਵੱਧ ਪਿਆਰ ਕਰੇਗੀ। ਜਿਹੜਾ ਨੰਬਰ 1 ਸਿਟੀਜ਼ਨ, ਨੰਬਰ 2 ਸਿਟੀਜ਼ਨ, ਇਹ ਨਹੀਂ ਹੋਣੇ ਚਾਹੀਦੇ। ਇਕੁਅਲ ਸਟੇਟ ਆ ਪੰਜਾਬ ਜਿਹੜਾ ਆ, ਇਹ ਕਿਸੇ ਇੱਕ ਧਰਮ ਦਾ ਨਹੀਂ ਹੈ। ਇਹ ਜਿਵੇਂ ਭਾਰਤ ਵੀ ਸਾਰੇ ਭਾਰਤੀਆਂ ਦਾ ਆ, ਇਵੇਂ ਜਿਹੜਾ ਪੰਜਾਬ ਆ, ਇਹ ਵੀ ਇੱਥੇ ਜਿਸ ਵਿਅਕਤੀ ਦਾ ਇੱਥੇ ਜਨਮ ਹੋਇਆ ਇਹ ਉਹਦਾ ਆ, ਇਹ ਜ਼ੁਬਾਨ ਉਹਦੀ ਆ। ਕਿਸੇ ਵੀ ਇੱਕ ਫਿਰਕੇ ਦੀ ਇਹ ਜ਼ੁਬਾਨ ਨਹੀਂ ਹੈ, ਇੱਕ ਰੀਜਨ ਦੀ ਜ਼ੁਬਾਨ ਆ। ਇਹ ਖੇਤਰੀ ਭਾਸ਼ਾ ਆ ਕਿ ਜਿਹੜੇ ਲੋਕ ਪੰਜਾਬ ਦੇ ਖੇਤਰ ਦੇ ਵਿੱਚ ਜਿਉਂਦੇ ਵਸਦੇ ਆ, ਇਹ ਉਹਨਾਂ ਲੋਕਾਂ ਦੀ ਜ਼ੁਬਾਨ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਹਿੰਦੂ ਆ, ਚਾਹੇ ਈਸਾਈ ਆ, ਤੇ ਚਾਹੇ ਉਹ ਸਿੱਖ ਆ। ਸੋ ਇਸ ਤਰ੍ਹਾਂ ਦੇ ਭਰਮ ਤੋੜਨ ਦੇ ਲਈ ਸਾਨੂੰ ਅੱਗੇ ਆ ਕੇ ਵਧਣਾ ਪੈਣਾ। ਅੱਜ ਪੰਜਾਬੀ ਜਿਹੜੀ ਹੈ ਨਾ, ਪੰਜਾਬੀ ਤੇ ਮੈਂ ਗੱਲ ਕਰਦਾ, ਮੈਨੂੰ ਲੱਗਦਾ ਹੁੰਦਾ ਕਿ ਧਰਮ ਪੰਜਾਬੀ ਦਾ ਮੁੱਦਾ ਨਹੀਂ ਰਿਹਾ। ਅੱਜ ਪੰਜਾਬੀ ਐਲੀਟ ਤੇ ਨਾਨ ਐਲੀਟ ਦਾ ਵਿਤਕਰਾ ਬਣ ਗਿਆ ਕਿ ਸਟੇਟਸ ਸਿੰਬਲ, ਮਰਸੀਡੀਜ਼ ਵਾਲੇ ਦੀ ਜਿਹੜੀ ਭਾਸ਼ਾ ਆ ਉਹ ਅੰਗਰੇਜ਼ੀ ਜਾਂ ਹਿੰਦੀ ਆ, ਜਿਹਦੇ ਕੋਲ ਕੋਈ ਸਾਈਕਲ ਆ ਜਾਂ ਸਕੂਟਰ ਆ ਜਾਂ ਮਰੂਤੀ ਆ, ਉਹਦੀ ਭਾਸ਼ਾ ਪੰਜਾਬੀ ਆ। ਜਿਹੜਾ ਬੰਦਾ ਜਾਏਗਾ
ਮੌਲ 'ਚ ਜਾਂ ਰੈਡੀਸਨ 'ਚ ਉਹ ਤਾਂ ਜਾ ਕੇ ਇੰਗਲਿਸ਼ 'ਚ ਆਰਡਰ ਕਰੇਗਾ, ਜਿਹੜਾ ਬੰਦਾ ਢਾਬੇ ਤੇ ਜਾਏਗਾ ਉਹ ਪੰਜਾਬੀ 'ਚ ਆਰਡਰ ਕਰੇਗਾ, ਜਿਹੜਾ ਮੌਲ 'ਚ ਜਾਏਗਾ ਉਹ ਜਾ ਕੇ ਅੰਗਰੇਜ਼ੀ 'ਚ ਦੱਸੇਗਾ ਹੈ ਕੋਡ ਆਈ ਗੈਟ ਅਨੀਅਨ ਐਂਡ ਆਲ। ਜਿਹੜਾ ਬੰਦਾ ਮੁਹੱਲੇ 'ਚ ਦੁਕਾਨ ਤੇ ਜਾਏਗਾ ਉਹ ਕਹੇਗਾ ਭਾਈ ਸਾਨੂੰ ਗੰਢੇ ਦੇ ਦੇ, ਸਾਨੂੰ ਖੰਡ ਦੇ ਦੇ, ਸਾਨੂੰ ਆਲੂ ਦੇ ਦੇ। ਸੋ ਇਸੇ ਤਰ੍ਹਾਂ ਹੀ ਜਿਹੜੀ ਭਾਸ਼ਾ ਆ ਇਹ ਲੋਕਾਂ ਦੇ ਦਿਮਾਗਾਂ 'ਚ ਐਲੀਟ ਤੇ ਨਾਨ ਐਲੀਟ ਦੇ ਵਿਤਕਰੇ ਦਾ ਸ਼ਿਕਾਰ ਹੋ ਗਈ। ਅੱਜ ਲੋਕਾਂ ਨੂੰ ਇਸ ਗੱਲ ਪ੍ਰਤੀ, ਅੱਜ ਵੀ ਇੱਕ ਸਾਡੀ ਮੀਟਿੰਗ ਸੀ, ਮੈਂ ਉਹਦੇ 'ਚ ਵੀ ਕਿਹਾ ਸੀ ਕਿ ਜਦੋਂ ਮੈਂ ਫਲਾਈਟ 'ਚ ਟਰੈਵਲ ਕਰਦਾ ਨਾ ਤਾਂ ਮੇਰੇ ਹੱਥ 'ਚ ਜਦੋਂ ਨਾਨਕ ਸਿੰਘ ਦਾ ਨਾਵਲ ਹੁੰਦਾ ਤਾਂ ਮੈਂ ਮਾਣ ਮਹਿਸੂਸ ਕਰਦਾ। ਮੈਂ ਬਿਜ਼ਨਸ ਕਲਾਸ ਵਿੱਚ ਟਰੈਵਲ ਕਰ ਰਿਹਾ ਹੋਵਾਂ ਤੇ ਇੱਕ ਹੱਥ ਮੇਰੇ 'ਚ ਪੰਜਾਬੀ ਦੀ ਕਿਤਾਬ ਹੋਵੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਆਮ ਟੌਪ ਆਫ ਦੀ ਵਰਲਡ। ਨਾਲ ਦੇ ਕੋਈ ਸ਼ੈਕਸਪੀਅਰ ਹੋਵੇ, ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਮੈਨੂੰ ਇਸ ਗੱਲ ਨਾਲ ਫਰਕ ਪੈਂਦਾ ਕਿ ਕੀ ਮੈਂ ਇਹਨੂੰ ਲੈ ਕੇ ਸਾਨੂੰ ਹੁਣ ਬੱਚਿਆਂ ਦੇ ਅੰਦਰ, ਲੋਕਾਂ ਦੇ ਅੰਦਰ ਭਾਸ਼ਾ ਦੇ ਪ੍ਰਤੀ ਜਿਹੜੀ ਹੀਣ ਭਾਵਨਾ ਆ ਉਹਨਾਂ ਨੂੰ ਉਹਨਾਂ ਦੇ ਦਿਮਾਗਾਂ 'ਚੋਂ ਖੁਰਚਣ ਦੀ ਲੋੜ ਆ। ਬਿਲਕੁਲ ਕਿ ਭਾਸ਼ਾ ਜਿਹੜੀ ਆ ਇਹ ਤੁਹਾਡਾ ਪੱਧਰ ਤੈਅ ਨਹੀਂ ਕਰਦੀ, ਤੁਹਾਡਾ ਗਿਆਨ ਤੁਹਾਡਾ ਪੱਧਰ ਤੈਅ ਕਰਦਾ, ਤੁਹਾਡੀ ਨੀਅਤ ਤੁਹਾਡਾ ਪੱਧਰ ਤੈਅ ਕਰਦੀ ਆ, ਤੁਹਾਡਾ ਸੁਭਾਅ ਤੁਹਾਡਾ ਪੱਧਰ ਤੈਅ ਕਰਦਾ, ਤੁਹਾਡੇ ਜਿਹੜੇ ਕਰਮ ਆ ਉਹ ਤੁਹਾਡਾ ਪੱਧਰ ਤੈਅ ਕਰਦੇ ਆ। ਜਿਵੇਂ ਮਹਾਤਮਾ ਬੁੱਧ ਨੇ ਇੱਕ ਵਾਰੀ ਆਪਣੇ ਸ਼ਾਗਿਰਦਾਂ ਨੂੰ ਪੁੱਛਿਆ ਕਿ ਦੱਸੋ ਕਿ ਦੁਨੀਆ 'ਚ ਸਭ ਤੋਂ ਵੱਧ ਖੁਸ਼ਬੂ ਕਿਹਦੀ ਆ, ਤਾਂ ਸ਼ਾਗਿਰਦਾਂ ਨੇ ਕਿਸੇ ਨੇ ਕਿਹਾ ਇਤਰ ਦੀ, ਕਿਸੇ ਨੇ ਕਿਹਾ ਚੰਦਨ ਦੀ, ਕਿਸੇ ਨੇ ਕਿਹਾ ਗੁਲਾਬ ਦੀ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਸਭ ਤੋਂ ਵੱਧ ਖੁਸ਼ਬੂ ਮਨੁੱਖ ਦੇ ਚੰਗੇ ਕਰਮਾਂ ਦੀ ਆ। ਅੱਜ ਮੈਂ ਜਦੋਂ ਇੱਕ ਦਿਨ ਇੱਕ ਸਕੂਲ 'ਚ ਗਿਆ, ਮੈਂ ਮਦਰ ਟੈਰੇਸਾ ਦਾ ਨਾਮ ਪੜ੍ਹਿਆ ਤਾਂ ਮੈਨੂੰ ਲੱਗਿਆ ਮਦਰ ਟੈਰੇਸਾ ਕਿੱਥੇ ਜਨਮ ਹੋਇਆ, ਕਿੱਦਾਂ ਸ਼ਖਸੀਅਤ ਬਣੀ, ਕਿੱਥੇ ਕੰਮ ਕੀਤਾ, ਤੇ ਅੱਜ ਨਵੇਂ ਜਲੰਧਰ ਜ਼ਿਲ੍ਹੇ ਦੇ ਕਿਸੇ ਛੋਟੇ ਜਿਹੇ ਪਿੰਡ 'ਚ ਨਾਂ ਲਿਖਿਆ ਹੋਇਆ। ਨੈਲਸਨ ਮੰਡੇਲਾ ਕਿੱਥੇ ਪੈਦਾ ਹੋਇਆ, ਕਿੱਥੇ ਤੱਕ ਨਾਂ ਜਾਂਦਾ। ਮਹਾਤਮਾ ਗਾਂਧੀ ਕਿੱਥੇ ਪੈਦਾ ਹੋਇਆ, ਪੂਰੀ ਦੁਨੀਆ 'ਚ ਨਾਂ ਜਾਂਦਾ। ਭਗਤ ਪੂਰਨ ਸਿੰਘ ਜੀ ਕਿੱਥੇ ਪੈਦਾ ਹੋਏ, ਕਿਹਨਾਂ ਹਾਲਾਤਾਂ 'ਚ ਰਹੇ ਉਹ, ਤੇ ਕਿੱਦਾਂ ਦੁਨੀਆ 'ਚ ਉਹਨਾਂ ਦਾ ਨਾਮ ਗਿਆ। ਸੋ ਜਿਹੜੀ ਮਨੁੱਖ ਦੇ ਚੰਗੇ ਕਰਮ ਹੈ ਨਾ, ਇਵੇਂ ਬਲਾਸ ਸਾਹਨੀ ਦੀ ਗੱਲ ਹੈਗੀ ਹੈ, ਸੁਣੀ ਤੁਸੀਂ? ਮੈਂ ਕਹਿ ਰਹੀ ਸੀ ਟੈਗੋਰ ਵਾਲੀ ਹੈ ਨਾ, ਵੀ ਕੀ ਤੁਸੀਂ ਉਹ ਦੁਹਰਾ ਸਕਦੇ ਹੋ? ਹਾਂ, ਉਹ ਇਹੀ ਗੱਲ ਹੈ ਕਿ ਜਦੋਂ ਬਲਰਾਜ ਸਾਹਨੀ ਰਵਿੰਦਰਨਾਥ ਟੈਗੋਰ ਦੇ ਕੋਲ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਲਰਾਜ ਅੱਜ ਕੱਲ੍ਹ ਕੀ ਕਰ ਰਹੇ ਹੋ? ਉਹਨਾਂ ਨੇ ਕਿਹਾ ਕਿ ਮੈਂ ਅੱਜ ਕੱਲ੍ਹ ਹਿੰਦੀ 'ਚ ਲਿਖਣਾ ਸ਼ੁਰੂ ਕੀਤਾ, ਮੈਂ ਚਾਹੁੰਦਾ ਕਿ ਮੇਰੀ ਜਿਹੜੀ ਪਹਿਚਾਣ ਆ, ਪਕੜ ਆ ਸਾਹਿਤਕਾਰ ਦੇ ਤੌਰ 'ਤੇ ਉਹ ਪੂਰੇ ਭਾਰਤ 'ਚ ਹੋਵੇ। ਉਹਨਾਂ ਨੇ ਕਿਹਾ ਕਿ ਉਹ ਕਿਉਂ? ਉਹਨਾਂ ਨੇ ਕਿਹਾ ਜੀ ਕਿ ਬੜੀ ਲਿਮਟਿਡ ਲੈਂਗੁਏਜ ਆ, ਅੰਮ੍ਰਿਤਸਰ ਤੋਂ ਲੈ ਕੇ ਰਾਜਪੁਰੇ ਤੱਕ ਆ, ਇਹਨੂੰ ਥੋੜ੍ਹਾ ਗਵਾਰਾਂ ਦੀ ਭਾਸ਼ਾ ਕਿਹਾ ਜਾਂਦਾ, ਇਹ ਮੂੰਹ ਫੱਟ ਲੋਕਾਂ ਦੀ ਭਾਸ਼ਾ ਆ, ਅਤੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੇਰੀ ਪਹਿਚਾਣ ਕਿਉਂ ਆ ਭਾਰਤ 'ਚ? ਇਸੇ ਕਰਕੇ ਕਿ ਮੈਂ ਨੈਸ਼ਨਲ ਐਂਥਮ ਲਿਖਿਆ। ਉਹਨਾਂ ਨੇ ਕਿਹਾ ਕਿ ਤੂੰ ਉਸ ਭਾਸ਼ਾ 'ਚੋਂ ਆਇਆ ਜਿਸ ਭਾਸ਼ਾ ਅੱਜ ਤੋਂ ਕਈ ਸੌ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਯੂਨੀਵਰਸ ਦਾ ਐਂਥਮ ਲਿਖ ਦਿੱਤਾ ਕਿ ਗਗਨ ਮੇਂ ਥਾਲ ਰਵਚੰਦ ਦੀਪਕ ਬਣੇ। ਸੋ ਉਹਨਾਂ ਨੇ ਕਿਹਾ ਕਿ ਇਹ ਤਾਂ ਉਹਨਾਂ ਨੇ ਆਕਾਸ਼ ਦੀ, ਬ੍ਰਹਿਮੰਡ ਦੀ, ਤਾਰਿਆਂ ਦੀ, ਸੂਰਜ ਦੀ, ਪਤਾਲ ਦੀ ਜਿਹੜੀ ਗਾਥਾ ਆ, ਦਾ ਐਂਥਮ ਆ, ਉਹ ਗੁਰੂ ਨਾਨਕ ਸਾਹਿਬ ਨੇ ਲਿਖ ਦਿੱਤਾ। ਤੂੰ ਉਸ ਭਾਸ਼ਾ ਨੂੰ ਗਵਾਰਾਂ ਦੀ ਜਾਂ ਮੂੰਹ ਫਟ ਲੋਕਾਂ ਦੀ ਭਾਸ਼ਾ ਕਹਿ ਰਿਹਾ ਜਿਸ ਭਾਸ਼ਾ 'ਚ ਅੱਜ ਤੋਂ ਕਈ ਸੌ ਸਾਲ ਪਹਿਲਾਂ ਯੂਨੀਵਰਸ ਦਾ ਐਂਥਮ ਲਿਖਿਆ ਗਿਆ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਬੰਗਾਲੀ 'ਚ ਲਿਖਦਾ, ਜੇ ਮੇਰੀ ਲਿਖਤ ਵਿੱਚ ਦਮ ਹੈ ਬਿਲਕੁਲ ਤਾਂ ਉਹਨੂੰ ਲੋਕੀ ਆਪੇ ਦਾ ਲੱਥਾ ਕਰ ਲੈਂਦੇ ਆ, ਟਰਾਂਸਲੇਟ ਕਰ ਲੈਂਦੇ ਆ। ਤੂੰ ਪੰਜਾਬੀ 'ਚ ਹੀ ਲਿਖ, ਜੇ ਤੇਰੀ ਲਿਖਤ ਵਿੱਚ ਦਮ ਹੋਏਗਾ ਤਾਂ ਆਪਣੇ ਆਪ ਟਰਾਂਸਲੇਟ ਹੋ ਕੇ ਦੁਨੀਆ ਦੀ ਹਰ ਜ਼ੁਬਾਨ ਛਪ ਜਾਏਗੀ ਉਹ। ਸੋ ਇਹ ਉਹਦੇ ਲਈ ਬੜੀ ਪ੍ਰੇਰਨਾ ਦੀ ਗੱਲ ਸੀਗੀ। ਮੈਂ ਇੱਕ ਇੰਟਰਵਿਊ 'ਚ ਸਵਾਲ ਰੱਖਿਆ ਸੀਗਾ ਅੱਗੇ ਜਾ ਕੇ, ਜਿਵੇਂ ਮੈਕਸੀਮਮ ਕੰਮ ਤੁਹਾਡਾ ਪੰਜਾਬੀ ਨੂੰ ਲੈ ਕੇ ਵੀ ਆ, ਕਲਾ ਦੇ ਖੇਤਰ ਨਾਲ ਵੀ ਤੁਸੀਂ ਜੁੜੇ ਹੋਏ ਹੋ, ਅਤੇ ਅੱਜ ਕੱਲ੍ਹ ਅਸੀਂ ਦੇਖਦੇ ਕਿ ਬਹੁਤ ਸਾਰੇ ਜਿਹੜੇ ਗੀਤ ਆ ਰਹੇ ਨੇ ਉਹਨਾਂ ਦੇ ਜਿਹੜੇ ਟਾਈਟਲ ਨੇ ਉਹ ਅੰਗਰੇਜ਼ੀ ਦੇ ਨੇਗੇ। ਤਾਂ ਜਦੋਂ ਕਿਤੇ ਕਲਾਕਾਰਾਂ ਦੇ ਨਾਲ ਉਸ ਚੀਜ਼ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਪੰਜਾਬੀ ਗੀਤ ਦਾ ਅੰਗਰੇਜ਼ੀ ਟਾਈਟਲ ਕਿਉਂ ਲਿਖਦੇ ਹੋ, ਤਾਂ ਉਹ ਕਹਿੰਦੇ ਨੇ ਕਿ ਉਹਦੇ ਨਾਲ ਸਾਡੀ ਰੀਚ ਵੱਡੀ ਹੁੰਦੀ ਆ। ਜਿਹਨੂੰ ਪੰਜਾਬੀ ਨਹੀਂ ਵੀ ਸਮਝ ਆਉਂਦੀ, ਘੱਟੋ ਘੱਟ ਉਹ ਟਾਈਟਲ ਦੇਖ ਕੇ ਉਹ ਸਾਡਾ ਗਾਣਾ ਸੁਣ ਲੈਂਦਾ ਆ। ਅਤੇ ਗਾਣਾ ਜੇ ਅਸੀਂ ਮੰਨ ਲਓ ਕਹਿੰਦੇ ਕੋਈ ਪੰਜਾਬੀ ਦਾ ਟਾਈਟਲ ਰੱਖਦੇ ਹਾਂ ਤਾਂ ਜਿਹੜੇ ਬੰਦਿਆਂ ਨੂੰ ਪੰਜਾਬੀ ਨਹੀਂ ਆਉਂਦੀ ਹੈਗੀ ਤਾਂ ਉਹ ਗਾਣਾ ਸੁਣਦੇ ਹੀ ਨਹੀਂ ਆ, ਜਾਂ ਜਦੋਂ ਉਹਨਾਂ ਨੇ ਕਿਤੇ YouTube 'ਤੇ ਸਰਚ ਕਰਨਾ ਤਾਂ ਉਹਨਾਂ ਦੇ ਲਈ ਉਹ ਥੋੜ੍ਹਾ ਸੌਖਾ ਹੋ ਜਾਂਦਾ। ਅਤੇ ਮੈਂ ਚਾਹੁੰਦੀ ਸੀ ਕਿ ਇਸ ਚੀਜ਼ 'ਤੇ ਵੀ ਅਸੀਂ ਗੱਲਬਾਤ ਕਰੀਏ। ਇਹ ਬੇਸਿਕਲੀ ਕੀ ਆ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਵਿਅਕਤੀ ਦੀਆਂ ਨਿਸ਼ਾਨੀਆਂ ਇਹ, ਜਿਹੜਾ ਇਸ ਤਰ੍ਹਾਂ ਸੋਚਦਾ ਕਿ ਮੈਂ ਆਪਣੇ ਗਾਣੇ ਦਾ ਟਾਈਟਲ ਅੰਗਰੇਜ਼ੀ 'ਚ ਰੱਖਾਂਗਾ ਅਤੇ ਗਾਣਾ ਪ੍ਰਸਿੱਧ ਹੋ ਜਾਏਗਾ, ਗਾਣੇ ਨੂੰ ਵੱਧ ਸੁਣ ਲੈਣਗੇ। ਤੁਸੀਂ ਅੰਗਰੇਜ਼ੀ 'ਚ ਰੱਖੇ ਹੋਏ ਗਾਣੇ, ਹਜ਼ਾਰਾਂ ਗਾਣੇ ਫਲੋਪ ਹੋਏ ਹੋ ਦੇਖੇ ਹੋਣਗੇ,
ਵੀ ਅੰਗਰੇਜ਼ੀ 'ਚ ਨਾਂ ਰੱਖਿਓ, YouTube ਤੇ ਉਹਦੇ ਵਿਊ ਨਹੀਂ ਹੋਣੇ 25,000 ਵੀ, ਬਿਲਕੁਲ ਠੀਕ ਆ, 50,000 ਵੀ। ਤੇ ਗੱਲ ਅੰਗਰੇਜ਼ੀ ਦੀ ਨਾਮ ਰੱਖਣ ਦੀ ਨਹੀਂ ਹੈ। ਗੱਲ ਇਹ ਆ ਵੀ ਪਹਿਲੀ ਤਾਂ ਗੱਲ ਇਹ ਹੈ ਵੀ ਜੇ ਤੁਸੀਂ ਅੰਗਰੇਜ਼ੀ 'ਚ ਨਾਂ ਰੱਖਣਾ ਵੀ ਤੁਸੀਂ ਅੰਗਰੇਜ਼ੀ ਪੌਪ ਸਿੰਗਰ ਬਣ ਜਾਓ, ਤੁਸੀਂ ਅੰਗਰੇਜ਼ੀ ਗਾਣਾ ਸ਼ੁਰੂ ਕਰ ਦਿਓ। ਤੁਸੀਂ ਕਹਾਉਣੇ ਦਾ ਪੰਜਾਬੀ ਗਾਇਕ ਆ, ਨਾਮ ਤੁਸੀਂ ਅੰਗਰੇਜ਼ੀ 'ਚ ਰੱਖਦੇ ਹੋ, ਇਹ ਜਸਟੀਫਾਈ ਕਿਵੇਂ ਕਰਦੇ ਹੋ ਤੁਸੀਂ? ਬਿਲਕੁਲ। ਮੈਂ ਕਹਾਂ ਕਿ ਮੈਂ ਪੰਜਾਬ ਦਾ ਪੰਜਾਬੀ ਆ, ਮੈਂ ਇਹਦੇ ਲਈ ਕੰਮ ਕਰਨਾ, ਮੈਂ ਗੱਲਾਂ ਕਰੀ ਜਾਵਾਂ ਭੋਜਪੁਰੀ। ਸੋ ਇਹ ਬਿਲਕੁਲ ਗਲਤ ਗੱਲ ਆ। ਇਹ ਮਾਨਸਿਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਨਿਸ਼ਾਨੀ ਆ ਕਿ ਤੁਸੀਂ ਦੁਨੀਆ ਅਨਾਥ ਆਸ਼ਰਮ ਜਾ ਕੇ ਤੁਸੀਂ ਸੇਵਾ ਕਰਦੇ ਆ। ਤੁਸੀਂ ਕਹੋ ਕਿ ਜੀ ਮੈਂ ਤੇ ਲੰਡਨ ਦੇ ਇੱਕ ਹੈਗਾ ਔਰਫਨੇਜ, ਉੱਥੇ ਜਾ ਕੇ ਸੇਵਾ ਕਰਦਾ ਹੈ, ਉੱਥੇ ਬਜ਼ੁਰਗਾਂ ਦੇ ਜਾ ਕੇ ਮੈਂ ਸੇਵਾ ਕਰਦਾ। ਘਰ ਆਪਣੀ ਮਾਂ ਦਾ ਤੁਸੀਂ ਸਤਿਕਾਰ ਨਹੀਂ ਕਰਦੇ ਤੇ ਇਦੋਂ ਵੱਡਾ ਡਰਾਮਾ ਕੀ ਹੋ ਸਕਦਾ? ਜਿਹੜਾ ਵਿਅਕਤੀ ਆਪਣੀ ਭਾਸ਼ਾ ਨੂੰ ਸਤਿਕਾਰ ਨਹੀਂ ਦਿੰਦਾ, ਉਹਨੂੰ ਪਿਆਰ ਨਹੀਂ ਕਰਦਾ, ਉਹਨੂੰ ਲੱਗਦਾ ਕਿ ਮੈਂ ਕਹਿੰਦਾ ਕਿ ਦੁਨੀਆ ਦੀ ਹਰ ਮਾਂ ਚੰਗੀ, ਹਰ ਮਾਂ ਸੋਹਣੀ, ਹਰ ਮਾਂ ਸਿਆਣੀ, ਪਰ ਮੇਰੀ ਮਾਂ ਦੀ ਜੇ ਚੁੰਨੀ ਵੀ ਫਟੀ ਆ, ਜੇ ਉਹਦਾ ਸੂਟ ਸਸਤਾ ਵੀ ਪਾਇਆ ਹੋਇਆ, ਪਰ ਮੈਨੂੰ ਉਹ ਤੋਂ ਸੋਹਣਾ ਕੋਈ ਨਹੀਂ ਲੱਗਦਾ। ਬਿਲਕੁਲ। ਉਹਦੀ ਜਿਹੜੀ ਦੇਖਿਆ ਮੈਨੂੰ ਉਹ ਸਭ ਤੋਂ ਉੱਤਮ ਲੱਗਦੀ ਹੈ। ਮੈਨੂੰ ਲੱਗਦਾ ਕਿ ਦੁਨੀਆ ਦੀ ਕੋਈ ਵੀ ਮਾਂ ਜਿਹੜੀ ਆ ਉਹ ਮੇਰੀ ਮਾਂ ਤੋਂ ਖੂਬਸੂਰਤ ਨਹੀਂ ਹੋ ਸਕਦੀ। ਜਦੋਂ ਮੈਨੂੰ ਕਦੀ ਮੌਕਾ ਲੱਗੇਗਾ, ਮੈਂ ਨਹੀਂ ਦੇਖਾਂਗਾ ਇੱਥੇ ਕੋਈ ਅਪ ਟੂ ਡੇਟ ਕੋਈ ਮੋਡਰੇਟ ਮਾਂ ਲਿਆ ਕੇ ਖੜੀ ਕਰ ਦਵਾਂ ਅੱਜ ਸਟੇਜ ਦੇ ਉੱਤੇ, ਤਾਂ ਮੈਂ ਆਪਣੀ ਮਾਂ ਨੂੰ ਲੈ ਕੇ ਜਾਊਂਗਾ, ਹੱਥ ਫੜ ਕੇ ਉਹਨੂੰ ਦਊਂਗਾ, ਤਾਂ ਮੈਨੂੰ ਉਹਦੇ 'ਚ ਮਾਣ ਮਹਿਸੂਸ ਹੋਏਗਾ। ਜਿਹੜੇ ਵਿਅਕਤੀ ਇਸ ਤਰ੍ਹਾਂ ਸੋਚਦੇ ਆ ਕਿ ਪੰਜਾਬੀ 'ਚ ਨਾਂ ਰੱਖਣ ਨਾਲ, ਅੰਗਰੇਜ਼ੀ 'ਚ ਨਾਂ ਰੱਖਣ ਨਾਲ ਰੀਚ ਵੱਧਦੀ ਆ, ਪੰਜਾਬੀ 'ਚ ਨਾਂ ਰੱਖਣ ਨਾਲ ਘਟਦੀ ਆ, ਉਹਨਾਂ ਨੂੰ ਪੰਜਾਬੀ ਗੀਤ ਗਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਨੂੰ ਚਾਹੀਦਾ ਕਿ ਉਹ ਆਪਣਾ ਇੱਥੋਂ ਜੁੱਲੀ ਬਿਸਤਰਾ ਚੁੱਕ ਕੇ ਅੰਗਰੇਜ਼ੀ ਗਾ ਲੈਣ, ਅੰਗਰੇਜ਼ੀ 'ਚ ਰਹਿ ਲੈਣ। ਲੇਕਿਨ ਕਿਉਂਕਿ ਤੁਸੀਂ ਜਿਸ ਰੀਜਨ ਦੇ, ਤੁਸੀਂ ਦੇਖੋ ਹਰ ਖੇਤਰ ਦੇ ਨਾਇਕ ਹੁੰਦੇ ਆ। ਜਿਹੜੇ ਸੁਸਾਇਟੀ ਦੇ ਲੋਕ, ਐਕਟਿਵ ਲੋਕ ਕੰਮ ਕਰਦੇ ਆ, ਉਹ ਨਾਇਕ ਆ। ਖੇਡਾਂ ਦਾ ਕੋਈ ਨਾਇਕ ਆ, ਸਾਡੇ ਕੋਲ ਤਾਕਤ ਦਾ ਨਾਇਕ ਆ ਦਾਰਾ ਸਿੰਘ। ਅਸੀਂ ਦਾਰਾ ਸਿੰਘ ਨੂੰ ਕਹਿੰਦੇ ਆ ਤਾਂ ਸਾਨੂੰ ਲੱਗਦਾ ਤਾਕਤ, ਬਿਲਕੁਲ ਹੈ ਨਾ, ਪਾਵਰ। ਤਾਂ ਸਾਨੂੰ ਲੱਗਦਾ ਖੇਡਾਂ ਦਾ ਨਾਇਕ ਆ, ਹਾਕੀ ਦਾ ਕੋਈ ਨਾਇਕ ਆ, ਕ੍ਰਿਕਟ ਦਾ ਕੋਈ ਨਾਇਕ ਆ, ਸਿਆਸਤ ਦਾ ਕੋਈ ਨਾਇਕ ਆ, ਸਾਹਿਤ ਦਾ ਕੋਈ ਨਾਇਕ ਆ। ਅਸੀਂ ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਇਹ ਸਾਡੇ ਭਾਈ ਵੀਰ ਸਿੰਘ, ਇਹ ਸਾਡੇ ਸਾਹਿਤ ਦੇ ਨਾਇਕ ਹੋਏ ਆ। ਬਿਲਕੁਲ। ਤਾਂ ਇਵੇਂ ਹੀ ਸਾਡੀ ਗਾਇਕੀ ਦੇ ਨਾਇਕ ਆ। ਸਾਡੀ ਗਾਇਕੀ ਦੇ ਨਾਇਕਾਂ ਨੂੰ ਵੀ ਚਾਹੀਦਾ ਕਿ ਜਿਸ ਖਿੱਤੇ ਦੇ ਤੁਸੀਂ ਨਾਇਕ ਆ, ਉਸ ਖਿੱਤੇ ਦੀ ਨੁਮਾਇੰਦਗੀ ਕਰੋ, ਤਾਂ ਕਿ ਤੁਸੀਂ ਹੋਰ ਲੋਕਾਂ ਲਈ ਰੋਲ ਮਾਡਲ ਆ। ਬਿਲਕੁਲ। ਤੁਸੀਂ ਜਨਰੇਸ਼ਨਸ ਲਈ ਰੋਲ ਮਾਡਲ ਆ। ਤੁਸੀਂ ਉਹਦੇ ਨਾਲ ਸਬ ਟਾਈਟਲ ਦੇ ਤੌਰ 'ਤੇ ਤਾਂ ਦੇ ਦਿਓ। ਹਾਂ, ਬਿਲਕੁਲ। ਪਹਿਲ ਪੰਜਾਬੀ ਨੂੰ ਸਬ ਟਾਈਟਲ ਜਿਹੜਾ ਤੁਸੀਂ ਅੰਗਰੇਜ਼ੀ ਦਾ ਦੇ ਦਿਓ, ਤੇ ਉਹਦੇ ਨਾਲ ਤੀਜਾ ਟਾਈਟਲ ਭਾਵੇਂ ਤੁਸੀਂ ਹਿੰਦੀ 'ਚ ਵੀ ਦੇ ਦਿਓ, ਕੋਈ ਮਾਈਂਡ ਨਹੀਂ ਹੈ। ਤਾਂ ਹੁਣ ਤਾਂ ਨੋਟੀਫਿਕੇਸ਼ਨ ਕੀਤੀ ਸਰਕਾਰ ਨੇ ਕਿ ਹਰ ਬੋਰਡ ਜਿਹੜਾ ਹੈ ਸਭ ਤੋਂ ਉੱਪਰ ਮਾਤ ਭਾਸ਼ਾ, ਉਸ ਤੋਂ ਬਾਅਦ ਜਿਹੜੀ ਤੁਹਾਡੀ ਹਿੰਦੀ ਭਾਸ਼ਾ, ਉਸ ਤੋਂ ਬਾਅਦ ਅੰਗਰੇਜ਼ੀ। ਤੁਸੀਂ ਕਿਸੇ ਵੀ ਭਾਸ਼ਾ ਲਿਖੋ, ਲੇਕਿਨ ਪ੍ਰੈਫਰੈਂਸ ਜਿਹੜਾ ਪਹਿਲ ਆ ਉਹ ਤੁਹਾਨੂੰ ਆਪਣੀ ਭਾਸ਼ਾ ਨੂੰ ਦੇਣੀ ਚਾਹੀਦੀ ਆ। ਸੋ ਉਹਨਾਂ ਨੂੰ ਬਿਲਕੁਲ ਆਪਣਾ ਇਹ ਇਰਾਦਾ, ਆਪਣੇ ਮਨ 'ਚੋਂ ਖਿਆਲ ਬਦਲਣਾ ਚਾਹੀਦਾ ਕਿ ਜਿਸ ਮਿੱਟੀ 'ਚ ਜੰਮੇ ਪਲੇ ਆ ਉਹਦੇ ਵਫਾਦਾਰ ਰਹੋ। ਕਿਉਂਕਿ ਇਹ ਤਾਂ ਵੈਸੇ ਕਹਿਣ ਵਾਲੀ ਗੱਲ ਨਹੀਂ ਆ। ਹਰ ਸੂਬਾ ਹੀ ਆਪਣੀ ਬੋਲੀ ਨੂੰ ਲੈ ਕੇ ਇੰਨਾ, ਜਿਵੇਂ ਕਹਿੰਦੇ ਹੁੰਦੇ ਕਿ ਡਿਟਰਮਿਨ ਨੇ ਉਹ ਹਰ ਆਪਣੀ ਬੋਲੀ ਨੂੰ ਲੈ ਕੇ। ਦੇਖੋ ਜਿਹੜੀ ਨਾ ਭਾਰਤ ਦੀ ਬਣਤਰ ਆ, ਇਹ ਕਲਚਰਲੀ ਡਿਫਰੈਂਟ ਰੀਜਨਸ ਦਾ ਇੱਕ ਜੁੜਾਓ ਆ। ਇਹ ਰਿਪਬਲਿਕ ਆ, ਰਿਪਬਲਿਕ ਆਫ ਇੰਡੀਆ। ਕੀ ਆ ਕਿ ਪੰਜਾਬ ਇੱਕ ਵੱਖਰਾ ਦੇਸ਼ ਸੀ। ਸੁਣਿਆ ਨਹੀਂ ਤੁਸੀਂ, ਮੇਰਾ ਸੋਹਣਾ ਦੇਸ਼ ਪੰਜਾਬ, ਹੈ ਨਾ, ਮੇਰਾ ਸੋਹਣਾ ਰਾਜ ਪੰਜਾਬ ਥੋੜ੍ਹੀ ਕੋਈ ਕਹਿੰਦਾ ਸੀਗਾ। ਪੰਜਾਬ ਇੱਕ ਵੱਖਰਾ ਦੇਸ਼ ਸੀਗਾ, ਅਵਧ ਇੱਕ ਵੱਖਰਾ ਸੀ, ਬੰਗਾਲ ਇੱਕ ਵੱਖਰਾ ਸੀ, ਹੈਦਰਾਬਾਦ ਦਾ ਨਿਜ਼ਾਮ ਵੱਖਰਾ ਸੀ, ਰਾਜਸਥਾਨ ਦੇ ਰਾਜੇ ਵੱਖਰੇ ਸੀ, ਸਾਊਥ ਇੱਕ ਵੱਖਰਾ ਸੀ। ਸੋ ਇਹਨਾਂ ਸਾਰਿਆਂ ਨੂੰ ਜੋੜ ਕੇ ਫਿਰ ਇੱਕ ਰਿਪਬਲਿਕ ਬਣਾਇਆ ਗਿਆ ਭਾਰਤ ਦਾ, ਕਿ ਇਹ ਕਲਚਰਲੀ ਡਿਫਰੈਂਟ ਰੀਜਨਸ ਨੇ। ਬਿਲਕੁਲ। ਇਹਨਾਂ ਦੇ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੀ ਆਪਣੀ ਇੱਕ ਬਾਉਂਡਰੀ ਸੀ, ਉਹਨਾਂ ਦੀ ਆਪਣੀ ਇੱਕ ਆਰਮਡ ਫੋਰਸ ਸੀ ਜਿਹੜੀ ਤੁਹਾਡੇ ਬਾਰਡਰ ਦੀ ਸੁਰੱਖਿਆ ਕਰਦੀ ਸੀਗੀ, ਜਿਹੜੇ ਦੇ ਲਈ ਤੁਹਾਨੂੰ ਵੀਜ਼ਾ ਲੈਣਾ ਪੈਂਦਾ ਸੀ, ਪ੍ਰਵਾਨਗੀ ਲੈਣੀ ਪੈਂਦੀ ਸੀ ਉਸ ਦੇਸ਼ 'ਚੋਂ ਜਾਣ ਆਉਣ ਦੇ ਲਈ, ਕਿਉਂਕਿ ਇਹਨਾਂ ਦੀ ਉਹਦੀ ਡਿਫੈਂਸ ਆਪਣੀ ਸੀ, ਹੋਮ ਮਿਨਿਸਟਰੀ ਆਪਣੀ ਸੀ, ਕਰੰਸੀ ਆਪਣੀ ਸੀ, ਆਕਟਰਾਇਜ਼ ਵੱਖਰੀਆਂ ਸੀਗੀਆਂ, ਟੈਕਸ ਸਿਸਟਮ ਆਪਣਾ ਸੀਗਾ, ਜ਼ਮੀਨ ਦੀ ਕਾਸ਼ਤ, ਜ਼ਮੀਨ ਦੀ ਜਿਹੜੀ ਜਮ੍ਹਾਂਬੰਦੀ, ਉਹ ਸਭ ਕੁਝ ਆਪਣਾ ਸੀ, ਆਪਣਾ ਸਿਸਟਮ ਸੀ। ਜਿਵੇਂ ਅੱਜ ਭਾਰਤ ਤੇ ਪਾਕਿਸਤਾਨ ਦੋ ਮੁਲਕ, ਇਵੇਂ ਸਾਰੇ ਇਹ ਮੁਲਕ ਵੱਖਰੇ ਵੱਖਰੇ ਸੀਗੇ। ਹਰ ਰਾਜੇ ਦੀ ਆਪਣੇ ਇੱਕ ਉਹਦੀ ਕੰਟਰੀ ਹੁੰਦੀ ਸੀ।
ਸੋ ਇਸੇ ਤਰ੍ਹਾਂ ਜਦੋਂ ਇਹਨਾਂ ਨੂੰ ਜੋੜਿਆ ਗਿਆ, ਜੋੜ ਕੇ ਅੰਗਰੇਜ਼ਾਂ ਨੇ ਇਹ ਬਣਾਇਆ ਮੁਲਕ, ਤਾਂ ਉਹ ਵੀ ਇਹ ਅਲੱਗ-ਅਲੱਗ ਰੀਜਨਸ ਦੇ ਲੋਕ ਆ, ਅਲੱਗ-ਅਲੱਗ ਸੱਭਿਆਚਾਰ, ਉਹਨਾਂ ਦੀ ਜ਼ੁਬਾਨਾਂ, ਜੀਵਨ ਸ਼ੈਲੀ, ਉਹਨਾਂ ਦਾ ਪਹਿਰਾਵਾ। 3 ਚੀਜ਼ਾਂ ਤੋਂ ਮਨੁੱਖ ਜਿਹੜਾ ਪਹਿਚਾਣਿਆ ਜਾਂਦਾ। ਇੱਕ ਤਾਂ ਉਹ ਪਹਿਰਾਵੇ ਤੋਂ ਪਛਾਣਿਆ ਜਾਂਦਾ ਕਿ ਦੂਰੋਂ ਤੁਸੀਂ ਦੇਖ ਕੇ ਦੱਸ ਦਿੰਦੇ ਆ ਕਿ ਇਹ ਬੰਦੇ ਨੇ ਸਿਰ ਤੇ ਚਿੱਟਾ ਕੱਪੜਾ ਦੇ ਉੱਪਰ ਕਾਲਾ ਉਹ ਬੈਂਡ ਲਾਇਆ ਹੋਇਆ ਤੇ ਇਹ ਤੁੱਥ ਲੱਗਦਾ, ਅਰਬ ਤੋਂ ਲੱਗਦਾ। ਉਸ ਤੋਂ ਬਾਅਦ ਜਦੋਂ ਵਿਅਕਤੀ ਪਹਿਲਾ ਲਫ਼ਜ਼ ਬੋਲਦਾ, ਉਹ ਤੋਂ ਪਹਿਚਾਣਿਆ ਜਾਂਦਾ। ਜੇ ਮੈਂ ਪੰਜਾਬੀ ਬੋਲਦਾ ਤੇ 1 ਮਿੰਟ 'ਚ ਸਮਝਣ ਵਾਲਾ ਬੰਦਾ ਸਮਝ ਜਾਏਗਾ ਕਿ ਇਹ ਭਾਰਤ, ਪੰਜਾਬ ਔਰ ਖ਼ਾਸ ਤੌਰ 'ਤੇ ਦੁਆਬਾ, ਮਾਝਾ ਜਾਂ ਮਾਲਵਾ ਕਿਸ ਖਿੱਤੇ 'ਚੋਂ ਇਹ ਵਿਅਕਤੀ ਆ। ਇਸੇ ਤਰ੍ਹਾਂ ਮੈਨੂੰ ਪਤਾ ਲੱਗਾ ਕਿ ਹੈਬਰੀ ਬੋਲਦਾ ਤੇ ਕਿੱਥੋਂ ਹੋਏਗਾ, ਅੰਗਰੇਜ਼ੀ ਦਾ ਐਕਸੈਂਟ ਕਿਹੜਾ, ਇੱਥੋਂ ਤੱਕ ਕਿ ਬਰੀਕੀ ਹੈ ਕਿ ਇਹਦਾ ਬ੍ਰਿਟਿਸ਼ ਐਕਸੈਂਟ ਆ, ਇਹਦਾ ਕੈਨੇਡੀਅਨ ਆ, ਅਮਰੀਕਨ ਆ, ਜਾਂ ਆਸਟ੍ਰੇਲੀਅਨ ਹੈ, ਜਾਂ ਨਿਊਜ਼ੀਲੈਂਡ ਆ, ਜਾਂ ਸਕਾਟਲੈਂਡ ਦਾ ਆ, ਉਹ ਪਤਾ ਲੱਗ ਜਾਂਦਾ। ਤੀਜੀ ਤੁਹਾਡੀ ਜੀਵਨ ਸ਼ੈਲੀ, ਕਿ ਜਿਹੜੀ ਉਹ ਦੱਸ ਦਿੰਦੀ ਆ ਕਿ ਇਹਦੀ ਜਿਹੜੀ ਜਨਮ ਤੋਂ ਮੌਤ ਤੱਕ ਦੀਆਂ ਰਸਮਾਂ ਆ ਉਹ ਕਿਸ ਤਰ੍ਹਾਂ ਦੀਆਂ ਆ। ਉਹ ਕਿਸੇ ਖਾਸ ਰੀਜਨ ਦੀਆਂ ਆਪਣੀਆਂ ਹੁੰਦੀਆਂ। ਸਾਡੇ ਇੱਥੇ ਵਿਆਹ ਅਲੱਗ ਤਰ੍ਹਾਂ ਹੁੰਦੇ ਆ, ਸਾਊਥ 'ਚ ਅਲੱਗ ਤਰ੍ਹਾਂ ਹੁੰਦੇ ਆ, ਬੰਗਾਲ 'ਚ ਅਲੱਗ ਤਰ੍ਹਾਂ ਹੁੰਦੇ ਆ। ਸਾਡਾ ਖਾਣਾ ਅਲੱਗ ਆ, ਸਾਡਾ ਗਾਣਾ ਅਲੱਗ ਆ, ਸਾਡਾ ਰਹਿਣਾ ਅਲੱਗ ਆ। ਇਸੇ ਤਰ੍ਹਾਂ ਹੀ ਭਾਰਤ ਦੇ, ਸੋ ਇਹ ਡਿਫਰੈਂਟ ਕਲਚਰਲੀ ਜਿਹੜੇ ਨੇਸ਼ਨਸ ਆ ਉਹਨਾਂ ਨੂੰ ਰਲਾ ਕੇ ਇੱਕ ਭਾਰਤ ਦੇਸ਼ ਦੀ ਜਿਹੜੀ ਆ ਉਹਦੀ ਸਿਰਜਣਾ ਹੋਈ ਆ। ਬਿਲਕੁਲ। ਪੰਜਾਬ ਜਾਗ੍ਰਿਤੀ ਮੰਚ ਅਤੇ ਹਰੀਵੱਲਭ ਸੰਗੀਤ ਸੰਮੇਲਨ ਦਾ ਤੁਸੀਂ ਹਿੱਸਾ ਹੋ, ਤੇ ਮੈਂ ਚਾਹੁੰਦੀ ਹਾਂ ਕਿ ਪੰਜਾਬ ਜਾਗ੍ਰਿਤੀ ਮੰਚ ਅਤੇ ਸੰਗੀਤ ਸੰਮੇਲਨ ਇਹ ਕੀ ਆਰਗੇਨਾਈਜੇਸ਼ਨਸ ਨੇ, ਇਹਨਾਂ ਦੇ ਕੀ ਕੰਮ ਨੇ? ਜੀ ਪੰਜਾਬ ਜਾਗ੍ਰਿਤੀ ਮੰਚ ਜਿਹੜੀ ਸੰਸਥਾ ਆ, ਬੇਸਿਕਲੀ ਇਹ ਪੰਜਾਬ ਦੇ ਹੱਕਾਂ ਹਿੱਤਾਂ ਲਈ, ਪੰਜਾਬ ਦੇ ਸੱਭਿਆਚਾਰ ਲਈ, ਪੰਜਾਬ ਦੀ ਜ਼ੁਬਾਨ ਦੇ ਰੱਖ ਰਖਾਅ ਲਈ, ਪ੍ਰਚਾਰ ਲਈ, ਪ੍ਰਸਾਰ ਲਈ, ਇਹਦੇ 'ਤੇ ਜਦੋਂ ਕੋਈ ਮੁਸ਼ਕਿਲ ਆਵੇ ਉਸ ਪ੍ਰਤੀ ਆਵਾਜ਼ ਉਠਾਉਣ ਦੇ ਲਈ, ਲੋਕਾਂ ਨੂੰ ਜਾਗਰੂਕ ਕਰਨ ਲਈ ਸੰਸਥਾ ਇਹ ਕੰਮ ਕਰਦੀ। ਇਹਦੇ 'ਚ ਪ੍ਰਧਾਨ ਸਤਨਾਮ ਮਾਣਕ ਜੀ ਨੇ, ਜਿਹੜੇ ਬਹੁਤ ਸੀਨੀਅਰ ਜਰਨਲਿਸਟ ਨੇ ਪੰਜਾਬ ਦੇ। ਔਰ ਇਹਦਾ ਕੰਮ ਬੇਸਿਕਲੀ ਮੇਰੇ ਹਿਸਾਬ ਨਾਲ ਇਹ ਆ ਕਿ ਮੈਂ ਸੋਚਦਾ ਕਿ ਇਹ ਮਿਡਲ ਜਨਰੇਸ਼ਨ ਦੀ ਸੰਸਥਾ ਆ। ਕਿ ਮਿਡਲ ਜਨਰੇਸ਼ਨ ਦਾ ਕੰਮ ਕੀ ਆ ਕਿ ਜਿਹੜੀ ਬ੍ਰਿਜ ਜਨਰੇਸ਼ਨ ਆ, ਜਿਹਨੇ ਸਮਾਜ ਦੇ 2 ਹਿੱਸਿਆਂ ਨੂੰ ਜੋੜਨਾ ਆ, ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ। ਉਹ ਬ੍ਰਿਜ ਜਨਰੇਸ਼ਨ ਆ। ਮੇਰਾ ਫਰਜ਼ ਆ ਕਿ ਮੈਂ ਆਪਣੇ ਬਜ਼ੁਰਗਾਂ ਦੇ ਕੋਲੋਂ, ਆਪਣੇ ਮਾਤਾ ਪਿਤਾ ਕੋਲੋਂ ਜੀਵਨ ਸ਼ੈਲੀ ਲਵਾਂ, ਵਿਰਸੇ ਦੀਆਂ, ਵਿਰਾਸਤ ਦੀਆਂ ਬਾਤਾਂ ਲਵਾਂ, ਸਿਆਣਪਾਂ ਲਵਾਂ, ਇਤਿਹਾਸ ਉਹਨਾਂ ਕੋਲੋਂ ਸੁਣਾ, ਸਿੱਖਾਂ, ਔਰ ਉਹਦੇ 'ਚ ਧਰਮ ਜਿਹੜਾ ਵੀ ਮੇਰੇ ਪਰਿਵਾਰ ਦਾ ਆ, ਜਿਹੜਾ ਵੀ ਮੇਰੇ ਸਮਾਜ ਦਾ ਆ, ਉਹਨੂੰ ਲਵਾਂ, ਔਰ ਉਹਦੇ 'ਚ ਉਹਨੂੰ ਬਿਹਤਰ ਕਰਕੇ, ਹੋਰ ਫਾਈਨ ਟਿਊਨ ਕਰਕੇ ਆਪਣੇ ਅਗਲੀ ਪੀੜ੍ਹੀ ਨੂੰ ਦੇ ਦਾਂ। ਇਹ ਬ੍ਰਿਜ ਜਨਰੇਸ਼ਨ ਦਾ ਕੰਮ ਆ। ਜੇ ਅੱਜ ਬੱਚੇ ਜ਼ੁਬਾਨ ਨਾਲ ਨਹੀਂ ਜੁੜ ਰਹੇ ਤਾਂ ਉਹਦੇ 'ਚ ਕਸੂਰ ਸਾਡਾ ਆ, ਕਿਉਂਕਿ ਬੱਚਾ ਇੱਕ ਕੋਰੀ ਸਲੇਟ ਹੁੰਦਾ, ਤੁਸੀਂ ਜੋ ਤੇ ਲਿਖ ਦੇਣਾ ਉਹ ਤੇ ਉੱਕਰ ਜਾਣਾ। ਤੇ ਇਸੇ ਤਰ੍ਹਾਂ ਹੀ ਸਾਡਾ ਫਰਜ਼ ਬਣਦਾ ਕਿ ਚੰਗਾ ਸੰਗੀਤ, ਚੰਗਾ ਸਾਹਿਤ, ਚੰਗੀ ਜ਼ੁਬਾਨ, ਆਪਣੇ ਰੋਲ ਮਾਡਲਸ, ਹਰੀ ਸਿੰਘ ਨਲੂਏ ਵਰਗੇ ਜਿਹੜੇ ਲੋਕ ਸਾਡੇ ਇੱਥੇ ਹੋਏ ਆ, ਉਹਨਾਂ ਦੀਆਂ ਬਾਤਾਂ ਅਗਲੀ ਜਨਰੇਸ਼ਨ ਨੂੰ ਦੇਈਏ। ਜਦੋਂ ਕਦੀ ਕੋਈ ਮੁਸ਼ਕਿਲ ਆਵੇ ਤਾਂ ਉਹਦੇ ਲਈ ਜਿਹੜੇ ਉਹਦੇ ਹੱਕਾਂ ਹਿੱਤਾਂ ਲਈ ਜੂਝੀਏ, ਲੜੀਏ। ਤੇ ਇਸੇ ਤਰ੍ਹਾਂ ਹੀ ਜਿਹੜੀ ਹਰਵੱਲਭ ਸੰਗੀਤ ਸੰਸਥਾ ਆ, ਇਹ 147 ਸਾਲ ਪੁਰਾਣੀ ਸੰਸਥਾ ਆ। ਹਾਂ, ਇਹ ਮੈਂ ਸੋਚਦਾ ਹੁੰਦਾ ਕਿ ਜਿਹੜੀ ਓਵਰਆਲ ਸੱਭਿਆਚਾਰ ਆ ਨਾ, ਇਹ ਇੱਕ ਰੱਥ ਆ। ਇਹ ਰੱਥ ਆ ਜਿਹਦੇ 'ਚ ਜਿਹੜਾ ਰੱਥ ਨੂੰ ਖਿੱਚਣ ਵਾਲਾ ਆ ਉਹ ਹੈ ਸਾਡੀ ਜ਼ੁਬਾਨ। ਸੱਭਿਆਚਾਰਕ ਰੱਥ ਆ ਜਿਹਦੇ ਉੱਤੇ ਸਾਡੀ ਜੀਵਨ ਸ਼ੈਲੀ, ਜਿਹਦੇ ਤੋਂ ਸਾਡਾ ਖਾਣਾ, ਗਾਣਾ, ਜਿਉਣਾ, ਪਹਿਨਣਾ, ਰੀਤੀ ਰਿਵਾਜ, ਧਰਮ, ਉਹ ਸਭ ਕੁਝ ਉਸ ਰੱਥ ਉੱਤੇ ਸਵਾਰ ਆ। ਤੇ ਇਸ ਰੱਥ ਨੂੰ ਖਿੱਚ ਕੇ ਕੌਣ ਲਿਜਾ ਰਿਹਾ? ਸਾਡੀ ਜ਼ੁਬਾਨ। ਮਤਲਬ ਕਿ ਇਹ ਜ਼ੁਬਾਨ ਰਾਹੀਂ ਮੇਰੇ ਪੜਦਾਦੇ ਨੇ, ਪੜਦਾਦੀ ਨੇ, ਮੇਰੇ ਮਾਤਾ ਪਿਤਾ ਨੂੰ, ਮੇਰੇ ਦਾਦਾ ਦਾਦੀ ਨੂੰ ਇਹ ਚੀਜ਼ਾਂ ਉਸ ਜ਼ੁਬਾਨ 'ਚ ਦਿੱਤੀਆਂ। ਫਿਰ ਮੇਰੇ ਦਾਦਾ ਦਾਦੀ ਨੇ, ਮੇਰੇ ਨਾਨਾ ਨਾਨੀ ਨੇ ਮੇਰੇ ਮਾਤਾ ਪਿਤਾ ਨੂੰ ਦਿੱਤੀਆਂ। ਫਿਰ ਮੇਰੇ ਮਾਤਾ ਪਿਤਾ ਨੇ ਉਹ ਚੀਜ਼ਾਂ ਮੈਨੂੰ ਦਿੱਤੀਆਂ ਉਸੇ ਜ਼ੁਬਾਨ 'ਚ। ਹੁਣ ਮੇਰਾ ਫਰਜ਼ ਆ ਕਿ ਮੈਂ ਉਹੀ ਜਿਹੜਾ ਸੱਭਿਆਚਾਰ ਦਾ ਰੱਥ ਆ ਉਹ ਆਪਣੇ ਅਗਲੇ ਬੱਚਿਆਂ ਨੂੰ ਦੇ ਦੇਵਾਂ, ਫਿਰ ਅੱਗੇ ਉਹਨਾਂ ਦਾ ਕੰਮ ਆ। ਸੋ ਇਸ ਤਰ੍ਹਾਂ ਨਾਲ ਇਹ ਹਰਵੱਲਭ ਸੰਗੀਤ ਸੰਸਥਾ ਵੀ ਇੱਕ ਰੱਥ ਵਾਂਗ ਆ, ਇੱਕ ਰੱਥ 'ਤੇ ਸਵਾਰ ਆ, ਕਿਉਂਕਿ ਇਹ ਭਾਰਤੀ ਸ਼ਾਸਤਰੀ ਸੰਗੀਤ ਜਿਹੜਾ ਕਿ ਪੁਰਾਤਨ ਜ਼ਮਾਨੇ 'ਚ ਪੰਜਾਬ ਦਾ ਸੰਗੀਤ ਸੀਗਾ। ਜਿਹੜਾ ਇੰਡੀਅਨ ਕਲਾਸੀਕਲ ਮਿਊਜ਼ਿਕ ਆ, ਬੇਸਿਕਲੀ ਉਹ ਪੰਜਾਬ ਦਾ ਆ। ਉਹ ਪੰਜਾਬੀ ਪੁਰਾਤਨ ਸੰਗੀਤ ਆ ਉਹ,
ਦੁਨੀਆ 'ਚ ਵੈਸੇ ਤਾਂ ਸੰਗੀਤ ਦੇ ਤੌਰ 'ਤੇ ਤਾਂ ਪਹਿਲਾਂ ਫੋਕ ਮਿਊਜ਼ਿਕ ਪੈਦਾ ਹੋਇਆ ਨਾ, ਕਿ ਜਦੋਂ ਮਨੁੱਖ ਅਚਨਚੇਤ ਖੇਤਾਂ 'ਚ ਘੁੰਮਦਾ ਹੁੰਦਾ ਸੀ, ਜਦੋਂ ਉਹਨੇ ਹਲ ਵਾਹੁਣਾ, ਜਦੋਂ ਖੇਤੀ ਕਰਨੀ, ਜਦੋਂ ਸੁਆਣੀਆਂ ਨੇ ਦੁੱਧ ਰਿੜਕਣਾ, ਧਾਰਾਂ ਕੱਢਣੀਆਂ, ਤਾਂ ਉਸ ਵੇਲੇ ਉਹਨਾਂ ਨੇ ਗੁਣਗੁਣਾਉਣਾ, ਗਾਉਣਾ, ਖੁਸ਼ੀ 'ਚ ਝੂਮਣਾ, ਦੁੱਖ 'ਚ ਵਿਰਾਗਣਾ, ਉਹ ਸਾਰਾ ਤੁਹਾਡਾ ਫੋਕ ਮਿਊਜ਼ਿਕ ਬਣਦਾ। ਜਿਹੜੇ ਕੁਦਰਤਨ ਸਾਜ਼ ਤੁਹਾਨੂੰ ਲੱਭੇ ਉਹ ਉਹਨਾਂ 'ਚ ਜਿਹੜੀਆਂ ਆਵਾਜ਼ਾਂ ਆਉਂਦੀਆਂ ਸੀਗੀਆਂ ਉਹ ਠੀਕ ਕੈਲਕੂਲੇਸ਼ਨ 'ਚ ਆਉਣੀਆਂ ਸ਼ੁਰੂ ਹੋ ਗਈਆਂ, ਤਾਂ ਫੋਕ ਮਿਊਜ਼ਿਕ ਪੈਦਾ ਹੋ ਗਿਆ। ਫਿਰ ਜਦੋਂ ਫੋਕ ਮਿਊਜ਼ਿਕ ਪੈਦਾ ਹੋ ਗਿਆ ਤਾਂ ਉਹਦੇ ਵਿੱਚ ਫਿਰ ਕੁਝ ਮਹਾਨ ਲੋਕ ਆ ਗਏ ਜਿਨ੍ਹਾਂ ਨੇ ਉਹਦੀਆਂ ਬਰੀਕੀਆਂ ਨੂੰ ਸਮਝ ਲਿਆ। ਫਿਰ ਰਿਸ਼ੀ ਮੁਨੀ ਆ ਗਏ, ਠੀਕ ਹੈ ਜੀ। ਫਿਰ ਉਹਨਾਂ ਨੇ ਸਾਰੀਆਂ ਉਹਦੀਆਂ ਤਰਬਾਂ ਤਿਆਰ ਕਰ ਲਈਆਂ, ਉਹਨਾਂ ਨੇ ਉਹਦੀਆਂ ਕੈਲਕੂਲੇਸ਼ਨਸ ਬਣਾ ਲਈਆਂ, ਉਹਨਾਂ ਨੇ ਉਹਦੀਆਂ ਸੁਰ ਸ਼ਰੂਤੀਆਂ ਉਹ ਬਣਾ ਲਈਆਂ। ਫਿਰ ਉਹਨਾਂ ਨੇ ਉਹਨੂੰ ਕੀ ਕੀਤਾ, ਲਿਖਣਾ ਸ਼ੁਰੂ ਕਰ ਦਿੱਤਾ, ਉਹਦੇ ਸ਼ਾਸਤਰ ਬਣ ਗਏ। ਜਦੋਂ ਸ਼ਾਸਤਰ ਬਣ ਗਏ ਤਾਂ ਉਹ ਸ਼ਾਸਤਰੀ ਸੰਗੀਤ ਬਣ ਗਿਆ। ਸੋ ਇਸ ਤਰ੍ਹਾਂ ਨਾਲ ਪਹਿਲਾ ਲੋਕ ਸੰਗੀਤ ਜਿਹੜਾ ਪਹਿਲਾ ਤਾਂ ਹੀ ਅਪੀਲ ਜ਼ਿਆਦਾ, ਜਿਹੜਾ ਲੋਕ ਸੰਗੀਤ ਹੈ ਉਹ ਅਪੀਲ ਕਿਉਂ ਜ਼ਿਆਦਾ ਕਰਦਾ, ਕਿਉਂਕਿ ਲੋਕਾਂ ਦੇ ਸੁਭਾਅ 'ਚੋਂ ਪੈਦਾ ਹੋਇਆ, ਖੁੱਲ੍ਹੇ ਡੁੱਲੇ ਸੁਭਾਅ 'ਚੋਂ। ਜਦੋਂ ਖੇਤਾਂ 'ਚ ਕਿਸਾਨ ਜਿਹੜਾ ਆ ਉਹ ਹਲ ਵਾਹੁੰਦਾ, ਉੱਚੀ ਉੱਚੀ ਗਾਉਂਦਾ, ਹੇਕਾਂ ਲਾਉਂਦਾ ਜਾਂਦਾ ਹੈ ਨਾ, ਉਹ ਆਲੇ ਦੁਆਲੇ ਦੇ ਲੋਕਾਂ ਨੂੰ ਅਪੀਲ ਕਰਦੀਆਂ। ਸੋ ਉਹ ਜਿਹੜੀ ਨੇਚਰ ਪੈਦਾ ਕਰਦੀ ਆ ਉਹ ਫੋਕ ਮਿਊਜ਼ਿਕ ਆ। ਜਿਹੜੇ ਫਿਰ ਵਿਦਵਾਨ ਲੋਕਾਂ ਨੇ ਪੈਦਾ ਕੀਤਾ ਕਿ ਯੈਸ ਸੰਗੀਤ ਨੂੰ ਅਸੀਂ ਇਹਨਾਂ ਤਰੀਕਿਆਂ ਨਾਲ ਵੰਡ ਸਕਦੇ ਹਾਂ, ਇਹਨਾਂ ਤਰੀਕਿਆਂ 'ਚ ਇਹਦੀ ਹੋਰ ਮੁਹਾਰਤ, ਇਹਨੂੰ ਤੁਸੀਂ ਬੈਟਰ ਕਰਨਾ ਤਾਂ ਇਹਨੂੰ ਇਹਨਾਂ ਤਰੀਕਿਆਂ ਦਾ ਧਿਆਨ ਰੱਖਣਾ ਪਏਗਾ, ਤਾਂ ਫਿਰ ਉਹ ਸ਼ਾਸਤਰੀ ਸੰਗੀਤ ਬਣ ਗਿਆ। ਅਤੇ ਇਵੇਂ ਹਰਵੱਲਭ ਜਿਹੜਾ ਸ਼ਾਸਤਰੀ ਸੰਗੀਤ ਦਾ ਸਮਾਗਮ ਆ ਇਹ 1875 'ਚ ਸ਼ੁਰੂ ਹੋਇਆ ਸੀ, ਅਤੇ ਇਸ ਵਾਰੀ ਹੁਣ 23, 24, 25 ਦਸੰਬਰ ਨੂੰ 147ਵਾਂ ਹਰਵੱਲਭ ਸੰਗੀਤ ਸੰਮੇਲਨ ਹੋ ਰਿਹਾ, ਜਿਹੜਾ ਕਿ ਜਿਹਦੇ 'ਚ ਭਾਰਤ ਪਾਕਿਸਤਾਨ ਦੀ ਵੰਡ, ਭਾਰਤ ਦੀ ਇੰਡੀਪੈਂਡੈਂਸ ਹੋਈ, ਅੰਗਰੇਜ਼ਾਂ ਦਾ ਜ਼ਮਾਨਾ ਰਿਹਾ, ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਹਾਲਾਤ ਬਦਲੇ, ਲੇਕਿਨ ਉਹ ਆਪਣੇ ਆਪ 'ਚ ਚੱਲਦਾ ਰਿਹਾ। ਉਹ ਵੀ ਕਿਉਂਕਿ ਵੈਰਾਈਟੀ ਆ ਸੋਸਾਇਟੀ 'ਚ, ਹਰ ਬੰਦੇ ਦੇ ਟੇਸਟ ਆ। ਸੋ ਇਸ ਤਰ੍ਹਾਂ ਨਾਲ ਉਹਦੇ ਵਿੱਚ ਵੀ ਅਸੀਂ ਯੂਥ ਲਈ ਕੰਪੀਟੀਸ਼ਨ ਕਰਾਉਂਦੇ ਹਾਂ। ਇਸ ਕਰਕੇ ਕਿ ਅੱਜ ਮੈਨੂੰ ਬੜੇ ਅੱਛੇ ਗਾਇਕ ਚੰਗੇ ਲੱਗਦੇ ਆ, ਮੈਂ ਉਹਨਾਂ ਨੂੰ ਬੁਲਾਉਂਦਾ, ਮੈਂ ਆਪਣੇ ਲਈ ਆਨੰਦ ਲੈਂਦਾ, ਸੁਣ ਕੇ ਤੇ ਉਹਨਾਂ ਨੂੰ ਭੇਜ ਦਿੰਦਾ। ਇਹ ਰੋਲ ਮੈਂ ਕਿੰਨਾ ਚਿਰ ਕਰ ਲਾਂਗਾ। ਜੇ ਮੇਰੇ ਪੰਜਾਬ 'ਚ ਆਉਣ ਵਾਲੇ ਸਮੇਂ 'ਚ ਹੋਰ ਕਲਾਸੀਕਲ ਗਾਇਕ ਨਹੀਂ ਪੈਦਾ ਹੋਏ, ਹੋਰ ਕਲਾਸੀਕਲ ਗਾਇਕੀ ਨੂੰ ਪਿਆਰ ਕਰਨ ਵਾਲੇ, ਉਹਦੇ ਪ੍ਰਬੰਧਕ, ਉਹਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਵਾਲੇ ਜਨਰੇਸ਼ਨ ਨਹੀਂ ਪੈਦਾ ਹੋਈ, ਤੇ ਹਰਵੱਲਭ ਮੇਰੇ ਤੋਂ 5-10 ਸਾਲ ਤੱਕ ਅਗਾਂਹ ਚੱਲ ਕੇ ਬੰਦ ਹੋ ਜਾਏਗਾ। ਤਾਂ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਉਹੋ ਜਿਹੇ ਪ੍ਰਬੰਧਕ, ਉਹੋ ਜਿਹੇ ਹੋਰ ਸਿਆਣੇ ਲੋਕ, ਉਹੋ ਜਿਹੇ ਗਵਈਏ, ਉਹੋ ਜਿਹੇ ਵਾਦਕ, ਉਹੋ ਜਿਹੇ ਚਿੰਤਕ ਲੋਕ ਪੈਦਾ ਕਰੀਏ, ਤਾਂ ਕਿ ਜਿਹੜੇ ਸਾਡੇ ਸਮਾਜ ਦੀਆਂ ਕੋਮਲ ਕਲਾਵਾਂ ਆ ਇਹ ਇਸੇ ਤਰ੍ਹਾਂ ਜਿਉਂਦੀਆਂ ਰਹਿਣ ਔਰ ਇਹ ਅਗਾਂਹ ਤੁਰਦੀਆਂ ਰਹਿਣ। ਬਿਲਕੁਲ। ਜਿਹੜੇ ਸਾਡੇ ਦਰਸ਼ਕ ਉਸ ਪੱਖ ਤੋਂ ਕੋਰੇ ਨੇਗੇ ਕਿ ਰਾਜਨੀਤੀ ਦਾ ਜਾਂ ਇੱਕ ਜਿਹੜੀ ਮੁੱਖ ਸਰਕਾਰ ਹੁੰਦੀ ਹੈ ਸੂਬੇ ਦੀ, ਤਾਂ ਉਹਦਾ ਮੀਡੀਆ ਇੰਚਾਰਜ ਕੀ ਹੁੰਦਾ ਤੇ ਉਹਦੀਆਂ ਕੀ ਭੂਮਿਕਾਵਾਂ ਹੁੰਦੀਆਂ ਨੇ, ਉਹਨਾਂ ਨੂੰ ਜੇ ਅਸੀਂ ਦੱਸਣਾ ਹੋਵੇ ਤੁਹਾਡੇ ਕੰਮ ਬਾਰੇ ਤਾਂ ਉਹਨਾਂ ਬਾਰੇ। ਬੇਸਿਕਲੀ ਪਾਰਟੀ ਦੇ ਆਪਣੇ ਕੰਮ ਹੁੰਦੇ ਆ। ਜੇ ਮੈਨੂੰ ਹੁਣ ਸੰਗਠਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਸੋ ਇਹੀ ਹੁੰਦਾ ਕਿ ਠੀਕ ਤਰੀਕੇ ਨਾਲ ਜਿਹੜਾ, ਵੈਸੇ ਤਾਂ ਹੁਣ ਤਾਂ ਗੌਰਮੈਂਟ ਆ ਪੰਜਾਬ ਦੇ ਵਿੱਚ, ਹੁਣ ਤਾਂ ਕੋਈ ਬਹੁਤਾ ਕੰਮ ਹੈ ਨਹੀਂ ਮੇਰਾ, ਬਟ ਉਹ ਹੁਣ ਸਰਕਾਰ ਕਰ ਰਹੀ ਆ ਆਪਣੇ ਤਰੀਕੇ ਨਾਲ, ਸਰਕਾਰ ਦਾ ਸਾਰਾ ਜਿਹੜਾ ਕੰਮ ਆ। ਪਰ ਫਿਰ ਵੀ ਇੱਕ ਬ੍ਰਿਜ ਦੇ ਤੌਰ 'ਤੇ ਕਿ ਸਾਰੀਆਂ, ਕਿਉਂਕਿ ਅਸੀਂ ਪੰਜਾਬ ਦੇ ਲੋਕ ਆ, ਸਾਨੂੰ ਇਸ ਗੱਲ ਦਾ ਪਤਾ ਆ ਕਿ ਪੰਜਾਬ 'ਚ ਲੋਕ ਕਿਸ ਤਰ੍ਹਾਂ ਦੇ ਬਿਹਤਰ, ਜੋ ਵੀ ਤੁਹਾਡੀਆਂ ਸਲਾਹਾਂ ਹੋ ਸਕਦੀਆਂ ਤੁਸੀਂ ਉਹ ਦੇ ਸਕਦੇ ਆ। ਔਰ ਪੰਜਾਬ ਦੇ ਵਿੱਚ ਸਾਰੇ ਜਿਹੜੇ ਪੱਤਰਕਾਰ ਲੋਕ ਨੇ ਉਹਨਾਂ ਦੇ ਵਿਚਾਰ ਸੁਣਨੇ, ਉਹ ਸਰਕਾਰ ਤੱਕ ਪਹੁੰਚਾਉਣੇ, ਕਿਉਂਕਿ ਹਰ ਬੰਦੇ ਕੋਲ ਗਿਆਨ ਦਾ ਖਜ਼ਾਨਾ ਆ, ਹਰ ਵਿਅਕਤੀ ਆਪਣੇ ਆਪ 'ਚ ਗਿਆਨ ਦਾ ਸਰੋਤ ਆ। ਸੋ ਜਦੋਂ ਤੁਸੀਂ ਉਹਨਾਂ ਨਾਲ ਮਿਲਦੇ ਆ, ਉਹ ਗੱਲਾਂ ਸਾਂਝ ਜਿਹੜੀ ਆ, ਕੋਈ ਅੱਛਾ ਆਈਡੀਆਜ਼ ਆ, ਉਹ ਕਿਉਂਕਿ ਬੜੇ ਜਰਨਲਿਸਟ ਅੱਛੇ ਹੈਗੇ ਆ ਜਿਹਨਾਂ ਕੋਲ ਯੂਨੀਕ ਆਈਡੀਆਜ਼ ਹੁੰਦੇ ਆ, ਤੁਸੀਂ ਉਹਨਾਂ ਨਾਲ ਮਿਲਦੇ ਗਿਲਦੇ ਆ, ਉਹ ਆਈਡੀਆਜ਼ ਜਿਹੜੇ ਆ ਉਹ ਪਾਰਟੀ 'ਚ ਜਾਂ ਸਰਕਾਰ ਨਾਲ ਸ਼ੇਅਰ ਕਰਦੇ ਆ, ਤਾਂ ਉਹ ਉਹਦੇ ਨਾਲ ਹੈ ਅਲਟੀਮੇਟਲੀ ਤਾਂ ਹਰ ਕੰਮ 'ਚੋਂ ਸਮਾਜ ਦੀ, ਪੰਜਾਬ ਦੀ ਬਿਹਤਰੀ ਆ। ਹਰ ਉਹ ਕੰਮ ਜਿਹਦੇ ਨਾਲ ਪੰਜਾਬ ਦੇ ਲੋਕ, ਪੰਜਾਬੀਅਤ ਵਧੇ ਫੁੱਲੇ, ਉਹ ਕੰਮ ਪਾਰਟੀ ਦਾ, ਉਹੀ ਕੰਮ ਸਰਕਾਰ ਦਾ ਹੈ ਜੀ। ਤੇ ਪਿੱਛੇ ਜੇ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ ਕਿ 21 ਫਰਵਰੀ ਨੂੰ ਅਸੀਂ ਮਾਂ ਬੋਲੀ ਦਿਹਾੜਾ ਮਨਾਉਂਦੇ ਹਾਂ, ਤੇ ਉਸ ਦਿਹਾੜੇ ਤੱਕ ਸਾਡੇ ਸਾਰੇ ਬੋਰਡ, ਜਿਹਦੀ ਚਰਚਾ ਤੁਸੀਂ ਹੁਣੇ ਕਰਕੇ ਹਟੇ ਹੋ ਕਿ ਸਾਰੇ ਬੋਰਡ ਪੰਜਾਬੀ ਦੇ ਵਿੱਚ
ਲਿਖੇ ਜਾਣ ਅਤੇ ਜਿਹੜੀਆਂ ਦੂਜੀਆਂ ਭਾਸ਼ਾਵਾਂ ਨੇ ਉਹ ਭਾਵੇਂ ਤੁਸੀਂ ਥੱਲੇ ਲਿਖ ਸਕਦੇ ਹੋ। ਪਰ ਉੱਥੇ ਇੱਕ ਮੁੱਦਾ ਇਹ ਵੀ ਆ ਜਾਂਦਾ ਹੈ ਕਿ ਅਸੀਂ ਪੰਜਾਬੀ ਦੇ ਬੋਰਡ ਲਿਖ ਵੀ ਦੇਵਾਂਗੇ, ਜਿਵੇਂ ਬਹੁਤੇ ਬੋਰਡ, ਮੈਂ ਪਿੰਡਾਂ ਦੇ ਜਿਹੜੇ ਨਾਮ ਅਸੀਂ ਲਿਖੇ ਹੁੰਦੇ ਨੇ ਉਹਨਾਂ ਦੀ ਉਦਾਹਰਣ ਦੇ ਕੇ ਗੱਲ ਕਰਦੀ ਹਾਂ ਕਿ ਉੱਥੇ ਬੜੇ ਸਾਰੇ ਨਾਮ ਗਲਤ ਲਿਖੇ ਹੁੰਦੇ ਨੇ, ਪੰਜਾਬੀ ਗਲਤ ਲਿਖੀ ਹੁੰਦੀ ਹੈ, ਪੰਜਾਬੀ ਲਿਖੀ ਹੋਈ ਆ ਪਰ ਪੰਜਾਬੀ ਗਲਤ ਲਿਖੀ ਹੋਈ ਆ। ਇਹ ਵੀ ਬਹੁਤ ਵੱਡਾ ਕੰਸਰਨ ਆ। ਇਹਦੇ ਲਈ ਕੋਈ ਖਾਸ ਤੌਰ 'ਤੇ ਕੋਈ ਬੋਲੀ ਦਾ ਮਾਹਰ, ਕੋਈ ਸਾਡੇ ਕੋਲੇ ਡਿਪਾਰਟਮੈਂਟ ਦੇ ਵਿੱਚ ਕੋਈ ਹੋਊਗਾ ਇਸ ਤਰੀਕੇ ਦਾ ਕਿ ਪੰਜਾਬੀ ਜੇ ਲਿਖੀ ਹੋਈ ਹੈ ਤੇ ਗਲਤ ਨਾ ਲਿਖੀ ਜਾਵੇ? ਤੁਸੀਂ ਬਹੁਤ ਵਧੀਆ ਗੱਲ ਕੀਤੀ ਆ, ਮੈਨੂੰ ਗੱਲ ਬੜੀ ਅਪੀਲ ਕੀਤੀ ਇਹ। ਇਹਦੇ ਲਈ ਮੈਂ ਗੱਲ ਕਰਾਂਗਾ ਭਾਸ਼ਾ ਦੇ ਜਿਹੜੇ ਮਿਨਿਸਟਰ ਨੇ ਮੀਤ ਹੇਰ ਜੀ, ਉਹਨਾਂ ਨਾਲ ਵੀ, ਭਾਸ਼ਾ ਵਿਭਾਗ ਨਾਲ ਵੀ, ਕਿ ਜਿਹੜੀ ਪੰਜਾਬੀ ਲਿਖੀ ਹੋਈ ਹੈ ਹਰ ਜ਼ਿਲ੍ਹੇ 'ਚ ਭਾਸ਼ਾ ਅਫਸਰ ਆ, ਤੇ ਭਾਸ਼ਾ ਅਫਸਰ ਇਹ ਯਕੀਨੀ ਬਣਾਵੇ ਕਿ ਜਿੰਨੇ ਵੀ ਜਿਹੜੇ ਸਰਕਾਰੀ ਬੋਰਡ ਲੱਗਦੇ ਆ, ਜਿੰਨੇ ਵੀ ਸਰਕਾਰੀ ਸੜਕਾਂ 'ਤੇ, ਚਾਹੇ ਉਹ ਜਿਹੜੇ ਤੁਹਾਡੇ ਮੀਲ ਪੱਥਰ ਨੇ, ਉਹਨਾਂ ਦੀ ਪੰਜਾਬੀ ਸਹੀ ਹੋਵੇ, ਦਰੁਸਤ ਹੋਵੇ, ਔਰ ਉਹਦੀ ਅਗਰ ਕੋਈ ਗਲਤ ਲਿਖਿਆ ਤਾਂ ਉਹਦੀ ਸ਼ਨਾਖਤ ਹੋ ਕੇ ਉਹ ਤੁਰੰਤ ਉਹ ਉੱਤੇ ਕਾਰਵਾਈ ਹੋਵੇ, ਠੀਕ ਹੋਵੇ ਉਹ। ਇਹਦੇ ਲਈ ਭਾਸ਼ਾ ਵਿਭਾਗ ਜਿਹੜਾ ਪੰਜਾਬ ਦਾ ਇੱਕ ਖਾਸ ਤੌਰ 'ਤੇ ਲੈਂਗੁਏਜ ਡਿਪਾਰਟਮੈਂਟ ਬਣਾਇਆ ਹੋਇਆ ਕਿ ਜਿਹੜਾ ਭਾਸ਼ਾ ਦੇ ਰੱਖ ਰਖਾਅ ਲਈ, ਭਾਸ਼ਾ ਦੇ ਪ੍ਰਚਾਰ ਲਈ, ਭਾਸ਼ਾ ਨਾਲ ਸੰਬੰਧਿਤ ਸਮਾਗਮਾਂ ਲਈ, ਔਰ ਮੇਰੇ ਖਿਆਲ 'ਚ ਉਹਦੇ ਕੋਲ ਇਹ ਵੀ ਕੰਮ ਜ਼ਰੂਰ ਹੋਏਗਾ ਕਿ ਭਾਸ਼ਾ ਦੀ ਸਹੀ ਜਿਹੜੀ ਦੇਖਿਆ ਉਹਦੀ ਬਣਤਰ ਆ, ਉਹਦੀ ਪੇਸ਼ਕਾਰੀ ਹੋਣੀ ਚਾਹੀਦੀ ਆ। ਨਿਰਸੰਦੇਹ ਤੁਹਾਡਾ ਆਈਡੀਆ ਬਹੁਤ ਵਧੀਆ ਆ। ਸੋ ਆਈ ਟਾਕ ਟੂ ਦੀ ਮਿਨਿਸਟਰ ਕੰਸਰਨਡ ਫॉर ਦਿਸ ਕਿ ਕਿਤੇ ਵੀ, ਕਿਉਂਕਿ ਅੱਜ ਬੱਚਿਆਂ ਦੇ ਅੰਦਰ ਇਹੀ ਕਨਫਲਿਕਟ ਇੱਕ ਪੈਦਾ ਹੋ ਰਿਹਾ। ਅਸੀਂ ਜਿਹੜੀ ਪੰਜਾਬੀ ਪੜ੍ਹੀ ਆ ਉਹਦੇ ਚ ਅੱਖ ਐੜੇ ਤੇ ਅੱਧਕ ਖੱਖਾ ਆਖਿਆ, ਪਰ ਲੇਕਿਨ ਅੱਜ ਕੱਲ੍ਹ ਜਿਹੜੀਆਂ ਕਿਤਾਬਾਂ ਆਉਂਦੀਆਂ CBSE ਬੋਰਡ ਉਹਨਾਂ 'ਚ ਐੜਾ ਖੱਖਾ ਆਖਿਆ, ਅੱਧਕ ਉੜ ਗਿਆ ਉਹਦੇ ਵਿੱਚੋਂ। ਹੁਣ ਸਾਡਾ ਆਪਣੇ ਬੱਚਿਆਂ ਨਾਲ ਇਹੀ ਕਨਫਲਿਕਟ ਪੈਦਾ ਹੋ ਜਾਂਦਾ। ਉਹ ਕਹਿੰਦੇ ਨੇ ਕਿ ਐੜਾ ਖੱਖਾ ਆਖਿਆ, ਅਸੀਂ ਕਹਿੰਦੇ ਨਹੀਂ ਇੱਥੇ ਅੱਧਕ ਪਾ। ਉਹ ਪਾਉਂਦਾ ਨਹੀਂ ਕਿਉਂਕਿ ਉਹਦੀ ਟੀਚਰ ਨੇ ਉਹਨੂੰ ਉਹ ਪੜ੍ਹਾਇਆ ਹੁੰਦਾ। ਸੋ ਮੇਰੇ ਆਪਣਾ ਜਦੋਂ ਮੇਰਾ ਬੇਟਾ ਪੜ੍ਹਦਾ ਸੀ ਤਾਂ ਮੇਰਾ ਇਹ ਬੜਾ ਇਸ਼ੂ ਰਹਿੰਦਾ ਸੀ, ਉਹਦੀ ਟੀਚਰ ਨੇ ਸਹੀ ਕੀਤਾ ਹੁਣ ਸਾਰਾ, ਤਾਂ ਮੈਂ ਉਹਦੀ ਕਾਪੀ 'ਚ ਗੋਲੇ ਮਾਰ ਦੇਣੇ। ਮੈਂ ਕਹਿਣਾ ਨਹੀਂ, ਤੇਰੀ ਟੀਚਰ ਨੇ ਤਾਂ ਆਹ ਗਲਤ ਆ, ਇਹਨੂੰ ਕਿੱਦਾਂ ਸਹੀ ਕਰ ਦਿੱਤਾ? ਤਾਂ ਉਹਨੇ ਕਹਿਣਾ ਨਹੀਂ ਪਾਪਾ ਤੁਸੀਂ ਆਹ ਨਾ ਕਰੋ, ਮੇਰੀ ਟੀਚਰ ਨੇ ਤਾਂ ਸਹੀ ਲਿਖਿਆ ਇਹਨੂੰ। ਮੈਂ ਕਹਿਣਾ ਨਹੀਂ, ਤਾਂ ਆਪਣੀ ਟੀਚਰ ਨੂੰ ਲਿਖ ਕੇ ਦੇ ਮੇਰੇ ਵੱਲੋਂ ਕਿ ਆਹ ਗਲਤ ਆ, ਉਹਨੇ ਗਲਤ ਨੂੰ ਸਹੀ ਕਿੱਦਾਂ ਕਰ ਦਿੱਤਾ? ਪਰ ਹੈ ਉਹ ਇੱਕ ਡਿਫਰੈਂਸ ਆ ਕਿਉਂਕਿ CBSE ਬੋਰਡ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਈਲ ਆ ਤਾਂ ਉਹਦੇ 'ਚ ਅੱਧਕ ਦੀ ਵਰਤੋਂ ਨਹੀਂ ਕਰਦੇ ਜ਼ਿਆਦਾ। ਅਤੇ ਇਹ ਜਿਹੜਾ ਭਾਸ਼ਾ ਦਾ ਸਹੀ ਰੂਪ ਪੇਸ਼ ਹੋਵੇ ਤਾਂ ਕਿ ਇੱਕ ਫਾਰਮੈਟ 'ਤੇ ਜਿਹੜਾ ਸਿੰਗਲ ਫਾਰਮੈਟ ਸਭ ਜਗ੍ਹਾ 'ਤੇ ਜਾਵੇ, ਉਹਦੇ ਨਾਲ ਦਰੁਸਤੀ ਦੇ ਜ਼ਿਆਦਾ ਚਾਂਸਸ ਆ। ਬਿਲਕੁਲ। ਤੇ ਇੱਕ ਤੇ ਹੋ ਗਈ ਚਲੋ ਪੰਜਾਬੀ ਲਿਖਣ ਦੀ ਗੱਲ। ਕੱਲ੍ਹ ਹੀ ਅਸੀਂ ਮੇਰੇ ਕੋਈ ਦੋਸਤ ਪੱਤਰਕਾਰ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ, ਇਹੀ ਚਰਚਾ ਚੱਲ ਰਹੀ ਸੀਗੀ ਕਿ ਇਹ ਬਹੁਤ ਵਧੀਆ ਕਦਮ ਆ ਪੰਜਾਬ ਸਰਕਾਰ ਦਾ ਕਿ ਉਹ ਸੂਬੇ ਦੀ ਭਾਸ਼ਾ ਨੂੰ ਪਹਿਲ ਦੇ ਆਧਾਰ 'ਤੇ ਲੈ ਰਹੇ ਨੇ ਤੇ ਬਾਕੀ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਲੈ ਕੇ ਆ ਰਹੇ ਨੇਗੇ ਕਿ ਹਾਂਜੀ ਤੁਸੀਂ ਆਪਣੀ ਮਾਂ ਬੋਲੀ ਨੂੰ ਤਰਜੀਹ ਦਿਓ, ਹੈ ਨਾ। ਉੱਥੇ ਤੇ ਇੱਕ ਗੱਲ ਇਹ ਚੱਲ ਰਹੀ ਸੀਗੀ ਕਿ ਪੰਜਾਬੀ ਜਿਹੜੀ ਲਿਖੀ ਹੋਈ ਆ ਤਾਂ ਸ਼ੁੱਧ ਲਿਖੀ ਹੋਵੇ ਤਾਂ ਉਹਦੇ ਲਈ ਕੋਈ ਨਿਗਰਾਨ ਸਾਡੇ ਕੋਲੇ ਹੋਣਾ ਚਾਹੀਦਾ। ਅਤੇ ਦੂਸਰਾ ਇਹ ਸੀਗਾ ਕਿ ਪੰਜਾਬੀ ਦਾ ਮੁਹਾਵਰਾ ਵੀ ਪੰਜਾਬੀ ਹੋਵੇ। ਜਿਵੇਂ ਪੰਜਾਬੀ ਦੇ ਵਿੱਚ ਬਹੁਤ ਸਾਰੇ ਹਿੰਦੀ ਸ਼ਬਦਾਂ ਦਾ ਰਲੇਵਾਂ ਹੋ ਗਿਆ, ਉਰਦੂ ਸ਼ਬਦਾਂ ਦਾ ਅਸੀਂ ਰਲੇਵਾਂ ਕਰਨ ਲੱਗ ਗਏ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਦਾਹਰਣ ਦੇ ਤੌਰ 'ਤੇ ਉਹ ਕਹਿੰਦੇ ਕਿ ਹਰਿਮੰਦਰ ਸਾਹਿਬ ਸਾਡੇ ਲਈ ਹਰਿਮੰਦਰ ਸਾਹਿਬ ਆ, ਪਰ ਬਹੁਤ ਜਗ੍ਹਾ ਪੰਜਾਬੀ ਦੇ ਵਿੱਚ ਉਸ ਸਥਾਨ ਨੂੰ ਸਵਰਨ ਮੰਦਰ ਲਿਖਿਆ ਜਾਂਦਾ। ਉਹ ਸਾਡੇ ਲਈ ਕਹਿੰਦੇ ਸਵਰਨ ਮੰਦਰ ਨਹੀਂ ਆ, ਉਹ ਸਾਡੇ ਲਈ ਹਰਿਮੰਦਰ ਸਾਹਿਬ ਆ। ਇਸ ਚੀਜ਼ ਦੇ ਉੱਪਰ ਵੀ ਗਵਰਨਮੈਂਟ ਕੰਮ ਕਰੇਗੀ? ਦੇਖੋ, ਗਵਰਨਮੈਂਟ ਕੰਮ ਤਾਂ ਕਰਨਾ ਚਾਹੀਦਾ ਗਵਰਨਮੈਂਟ ਨੂੰ ਕੰਮ, ਪਰ ਇਹਦੇ ਲਈ ਜਿਹੜੇ ਅਦਾਰੇ ਜਿਵੇਂ ਜ਼ਿਆਦਾ ਸ਼ਬਦ ਜਿਹੜੇ ਆ ਅਖਬਾਰ ਦੇ ਵਿੱਚ ਬਹੁਤ ਵੱਡੀ ਮਾਤਰਾ 'ਚ ਡੇਲੀ ਸ਼ਬਦ ਜਿਹੜੇ ਉਹ ਪੈਦਾ ਹੁੰਦੇ ਆ। ਬਿਲਕੁਲ। ਤਾਂ ਵੈਸੇ ਅਖਬਾਰਾਂ ਨੂੰ ਆਪਣੇ ਆਪ 'ਚ ਧਿਆਨ ਰੱਖਣਾ ਚਾਹੀਦਾ ਔਰ ਕਿਤੇ ਵੀ ਜਦੋਂ ਹਰਿਮੰਦਰ ਸਾਹਿਬ ਲਿਖਿਆ ਜਾਂਦਾ ਸਹੀ ਸ਼ਬਦ ਜਿਹੜਾ, ਸਵਰਨ ਮੰਦਰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਬਿਲਕੁਲ ਇਹ ਉਹ ਗੋਲਡਨ ਟੈਂਪਲ ਦਾ ਉੜੱਥਾ ਹੈ। ਤਾਂ ਨਿਰਸੰਦੇਹ ਤੁਹਾਡਾ ਆਈਡੀਆ ਤਾਂ ਬਹੁਤ ਵਧੀਆ। ਸੋ ਮੈਂ ਗੱਲ ਵੀ ਕਰਾਂਗਾ ਕਿ ਔਰ ਸੰਬੰਧਿਤ ਅਫਸਰਾਂ ਨਾਲ ਵੀ ਅਤੇ ਅਖਬਾਰਾਂ ਨਾਲ ਵੀ ਕਿ ਕਿਸੇ ਵੀ ਅਖਬਾਰ 'ਚ ਸਵਰਨ ਮੰਦਰ ਜਿਹੜਾ ਆ ਉਹ ਨਹੀਂ ਲਿਖਿਆ ਜਾਵੇ। ਮੇਰੇ ਖਿਆਲ ਮੁਤਾਬਕ ਤਾਂ ਚਾਹੇ ਪੰਜਾਬੀ ਹੋਵੇ ਜਾਂ ਅੰਗਰੇਜ਼ੀ ਹੋਵੇ, ਉਹਨਾਂ ਨੂੰ ਹਰਿਮੰਦਰ ਸਾਹਿਬ ਲਿਖਣਾ ਚਾਹੀਦਾ ਕਿਉਂਕਿ ਇਹ ਕੋਈ ਐਸਾ ਸ਼ਬਦ ਨਹੀਂ ਹੈ ਜਿਹਨੂੰ ਤੁਸੀਂ ਟਰਾਂਸਲੇਟ ਕਰਕੇ ਵੇਖ ਸਕਦੇ ਹਾਂ। ਔਰ ਆਈ ਥਿੰਕ ਸੋ ਕਿ ਇਹਦੇ ਬਾਰੇ ਤਾਂ ਸਭ ਚਿੰਤਕਾਂ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਹਰਿਮੰਦਰ ਸਾਹਿਬ
ਨੂੰ ਹਰਮੰਦਰ ਸਾਹਿਬ ਹੀ ਲਿਖਿਆ ਜਾਣਾ ਚਾਹੀਦਾ। ਗੋਲਡਨ ਟੈਂਪਲ ਇਹਦਾ ਨਾਮ ਨਹੀਂ ਬਣਦਾ, ਇਹਦਾ ਨਾਮ ਹਰਮੰਦਰ ਸਾਹਿਬ ਹੀ, ਕਿਉਂਕਿ ਜਦੋਂ ਅਸੀਂ ਹਰਮੰਦਰ ਸਾਹਿਬ ਕਹਿੰਦੇ ਆ ਤਾਂ ਸਾਡੇ ਅੰਦਰ ਇੱਕ ਸ਼ਰਧਾ ਪੈਦਾ ਹੁੰਦੀ ਹੈ, ਸਾਡੇ ਅੰਦਰ ਇੱਕ ਉਹ ਇਤਿਹਾਸ ਆ ਜਾਂਦਾ, ਸਾਡੇ ਅੰਦਰ ਉਸ ਪਾਵਨ ਜਿਹੜਾ ਹੈ ਇਹ ਜਗ੍ਹਾ ਆ ਇਹਦੇ ਪ੍ਰਤੀ ਇੱਕ ਭਾਵਨਾ ਪੈਦਾ ਹੁੰਦੀ ਹੈ। ਜਦੋਂ ਤੁਸੀਂ ਗੋਲਡਨ ਟੈਂਪਲ ਕਹਿੰਦੇ ਆ ਤਾਂ ਉਹ ਉਹਦੀ ਅੰਗਰੇਜ਼ੀ ਟਰਾਂਸਲੇਸ਼ਨ ਹੈ, ਬਿਲਕੁਲ ਠੀਕ ਹੈ, ਜਦ ਕਿ ਜਿਹੜਾ ਇਹਦਾ ਪੁਰਾਤਨ ਨਾਮ ਹੈ ਇਹਨੂੰ ਇਸੇ ਨਾਮ ਨਾਲ ਹੀ ਲਿਖਿਆ ਜਾਣਾ ਚਾਹੀਦਾ, ਇਸੇ ਨਾਮ ਨਾਲ ਹੀ ਪੜ੍ਹਿਆ ਜਾਣਾ ਚਾਹੀਦਾ, ਬੋਲਿਆ ਜਾਣਾ ਚਾਹੀਦਾ। ਇੱਕ ਹੋਰ ਚੀਜ਼ ਆ ਵੀ ਜਿਵੇਂ ਰੀਸੈਂਟਲੀ ਬਿਆਨ ਆਇਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਪੰਜਾਬ 'ਚ ਨੌਕਰੀ ਲੈਣ ਦੇ ਲਈ ਤੁਹਾਨੂੰ ਘੱਟੋ ਘੱਟ ਪੰਜਾਬੀ 'ਚ 50% ਨੰਬਰ ਹੋਣੇ ਚਾਹੀਦੇ ਨੇ ਤੁਹਾਡੇ ਕੋਲੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਦਰ ਥੋੜ੍ਹੀ ਜ਼ਿਆਦਾ ਹੋਣੀ ਚਾਹੀਦੀ ਹੈ? ਕਿਉਂਕਿ 50% 'ਤੇ ਕੋਈ ਵੀ ਤੁਸੀਂ ਜਿਵੇਂ ਮੰਨ ਲਓ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ ਕਿ ਮੈਂ 2 ਮਹੀਨੇ ਆਇਲਸ ਦੀਆਂ ਕਲਾਸਾਂ ਲਾਉਂਗੀ ਤਾਂ ਮੈਂ ਉਨੇ ਕੁ ਬੈਂਡ ਲੈ ਸਕਦੀ ਹਾਂ ਅੰਗਰੇਜ਼ੀ ਦਾ ਟੈਸਟ ਪਾਸ ਕਰਨ ਦੇ ਲਈ। ਸੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਦਰ ਥੋੜ੍ਹੀ ਜ਼ਿਆਦਾ ਹੋਣੀ ਚਾਹੀਦੀ ਹੈ? ਮੇਰਾ ਖਿਆਲ ਹੈ ਕਿ ਤੁਸੀਂ ਪਹਿਲਾਂ ਜਿਹੜੇ ਦਰ ਵਧਾਉਣ ਦੀ ਮੰਗ ਕਰਦੇ ਆ, ਜੇ ਤੁਸੀਂ ਇੱਥੋਂ ਬਾਹਰ ਨਿਕਲ ਕੇ ਆਲੇ ਦੁਆਲੇ ਲੋਕਾਂ ਵੱਲ ਝਾਤ ਮਾਰਾਂਗੇ ਤਾਂ ਉਹ ਕਹਿਣਗੇ ਦਰ ਘਟਾ ਦਿਓ ਥੋੜ੍ਹੀ ਜਿਹੀ, ਕਿਉਂਕਿ ਅੱਜ ਦੀ ਪੀੜ੍ਹੀ ਨੂੰ 50% ਨੰਬਰ ਉਹਨਾਂ ਨੇ ਬਹੁਤ ਸੋਚ ਸਮਝ ਕੇ ਇੱਕ ਜਿਹੜੀ ਪਰਸੈਂਟੇਜ ਰੱਖੀ ਆ। ਜੋ ਅੱਜ ਤੁਸੀਂ ਹਾਲਾਤ ਦੇਖਦੇ ਨਾ ਆਪਣੇ ਆਲੇ ਦੁਆਲੇ 'ਚ, ਆਪਣੇ ਮਿੱਤਰਾਂ ਦੋਸਤਾਂ ਦੇ ਘਰਾਂ ਜਾਂਦੇ ਆ, ਜਦੋਂ ਤੁਸੀਂ ਦੇਖਦੇ ਆ ਕਿ ਕਿਸ ਤਰ੍ਹਾਂ ਹੈ, ਚਾਹੇ ਉਹ ਪਰਿਵਾਰ ਅਲੀਟ ਸਿੱਖ ਹੋਣ ਜਾਂ ਹਿੰਦੂ ਹੋਣ, ਜਦੋਂ ਉਹਨਾਂ ਦੇ ਬੱਚੇ ਜ਼ੋਰ ਲਾ ਲਾ ਕੇ ਵੀ ਪੰਜਾਬੀ ਨਹੀਂ ਬੋਲਦੇ, ਜਦੋਂ ਮਾਂ ਬਾਪ ਵੀ ਇਹੀ ਚਾਹੁੰਦੇ ਆ ਕਿ ਸਾਡੇ ਬੱਚੇ ਹਿੰਦੀ ਅਤੇ ਅੰਗਰੇਜ਼ੀ 'ਚ ਹੀ ਗੱਲ ਕਰਨ, ਤਾਂ ਉੱਥੇ 50% ਇੱਕ ਬਹੁਤ ਵੱਡੀ ਪਰਸੈਂਟੇਜ ਲੱਗਦੀ ਆ ਕਿ ਜਦੋਂ 50% ਵੀ ਟੀਚਾ ਜੇ ਬੱਚੇ ਪ੍ਰਾਪਤ ਕਰ ਲੈਣ ਤਾਂ ਬਾਕੀ ਸਹਿਜ ਸੁਭਾਅ ਉਹਨਾਂ ਨੇ ਸਿੱਖ ਲੈਣਾ। ਤਾਂ ਪਹਿਲਾਂ 50% ਵਾਲਾ ਦੇਖ ਲੈਂਦੇ ਆ ਕਿ ਕਿਸ ਤਰ੍ਹਾਂ ਹੁੰਦਾ, ਜੇ ਲੱਗਿਆ ਕਿ ਈਜ਼ੀਲੀ ਸਾਰੇ ਅਚੀਵ ਕਰੀ ਜਾਂਦੇ ਆ ਤਾਂ ਫਿਰ ਉਹ ਵਧਾ ਦੇਣਗੇ। ਬਟ ਆਈ ਥਿੰਕ ਅੱਜ ਦੇ ਜਿਹੜੇ ਐਕਚੁਅਲ ਗਰਾਊਂਡ ਰਿਐਲਿਟੀ ਜੇ ਤੁਸੀਂ ਦੇਖਦੇ ਆ ਤਾਂ ਫਿਰ ਮੈਨੂੰ 50% 'ਤੇ ਵੀ ਸ਼ੱਕ ਆ ਕਿ 50% ਵੀ ਉਹਨਾਂ ਕੋਲ ਔਖੇ ਹੋਣੇ ਆ। ਅੱਜ ਤੁਸੀਂ ਦੇਖ ਲਓ ਜਾ ਕੇ ਸਕੂਲਾਂ ਦੇ ਵਿੱਚ ਐਸੇ, ਹੁਣ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਬਿਆਨ ਦਿੱਤਾ ਕਿ ਪੰਜਾਬੀ ਬੋਲਣ 'ਤੇ ਜਿਨ੍ਹਾਂ ਸਕੂਲਾਂ ਨੇ ਪਾਬੰਦੀਆਂ ਲਾਈਆਂ ਹੋਣ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ। ਇਹ ਬੇਹੱਦ ਵੱਡਾ ਫੈਸਲਾ ਆ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇਨ ਬਿਨ ਲਾਗੂ ਕਰਾਈਏ ਹਰ ਸਕੂਲ ਦੇ ਉੱਤੇ, ਕਿਉਂਕਿ ਜਿੱਥੋਂ ਬੱਚੇ ਨੇ ਬਣਨਾ ਆ, ਬੱਚਾ ਘਰ 'ਚ ਉਹਨਾਂ ਸਮਾਂ ਨਹੀਂ ਰਹਿੰਦਾ ਜਿੰਨਾ ਸਮਾਂ ਸਕੂਲ 'ਚ ਰਹਿੰਦਾ। ਜੇ ਸਕੂਲ 'ਚ ਉਹਨੂੰ ਉਹਦੀ ਜ਼ੁਬਾਨ ਬੋਲਣ 'ਤੇ ਪਾਬੰਦੀ ਆ ਤਾਂ ਉਹਦੇ ਅੰਦਰ ਪੰਜਾਬੀਅਤ ਵਾਲਾ ਇੱਕ ਪੰਜਾਬੀ ਇਨਸਾਨ ਪੈਦਾ ਨਹੀਂ ਹੋ ਸਕਦਾ। ਨਹੀਂ, ਨਾਲੇ ਇੱਕ ਬਹੁਤ ਛੋਟੇ ਬੱਚੇ ਦੇ ਮਨ 'ਚ ਤੁਸੀਂ ਬੋਲੀ ਨੂੰ ਲੈ ਕੇ ਇਨਫੀਰੀਅਰਿਟੀ ਕੰਪਲੈਕਸ, ਹੀਣ ਭਾਵਨਾ ਤੁਸੀਂ ਪੈਦਾ ਕਰਦੇ ਨੇ। ਸੋ ਬਹੁਤ ਇਹ ਮਤਲਬ ਕਮਾਲ ਦੀਆਂ ਦੋਨੋਂ ਸਟੇਟਮੈਂਟਸ ਨੇ CM ਸਾਹਿਬ ਦੀਆਂ, ਔਰ ਸਾਨੂੰ ਵੀ ਚਾਹੀਦਾ ਕਿ ਤੁਸੀਂ ਵੀ ਸਾਰੇ ਪੰਜਾਬ ਦੇ ਲੋਕ ਆਪ ਇਸ ਗੱਲ ਨੂੰ ਇਨ ਬਿਨ ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਆ, ਸਰਕਾਰ ਪ੍ਰਸ਼ਾਸਨ ਅਸੀਂ ਸਭ ਲੋਕ ਉਹਨਾਂ ਦੇ ਨਾਲ ਆ, ਔਰ ਉਹ ਆਪ ਜਾ ਕੇ ਪੰਜਾਬੀ ਦੇ ਹੱਕਾਂ ਹਿੱਤਾਂ ਲਈ ਜਾਗਰੂਕਤਾ ਪੈਦਾ ਕਰਨ, ਆਪ ਜਾ ਕੇ ਲੜਨ, ਉਹ ਉਹਨਾਂ ਨਾਲ ਭਿੜਨ, ਦੱਸਣ ਕਿ ਇਹ ਸਰਕਾਰ ਦਾ ਅਸੂਲ ਆ, ਅਸੀਂ ਆਪਣੀ ਜ਼ੁਬਾਨ ਦੇ ਆਪਣੀ ਮਿੱਟੀ ਦੇ ਰਾਖੇ ਬਣਨਾ। ਬਿਲਕੁਲ, ਕਿਉਂਕਿ ਤੁਸੀਂ ਮੌਜੂਦਾ ਸਰਕਾਰ ਦੀ ਮੀਡੀਆ ਇੰਚਾਰਜ ਹੋ ਤਾਂ ਖਾਸ ਸਵਾਲ ਤੁਹਾਡੇ ਲਈ ਹੋਰ ਨੇਗੇ। ਜਿਵੇਂ ਹੁਣ ਮੈਂ ਆਪਣੀ ਬੇਟੀ ਦਾ ਸਕੂਲ ਸ਼ੁਰੂ ਕਰਨਾ ਆ ਤਾਂ ਮੈਂ ਕਹਿੰਦੀ ਹਾਂ ਮੈਂ ਕਿ 10 ਕਿ 12 ਸਕੂਲ ਮੋਹਾਲੀ ਚੰਡੀਗੜ੍ਹ ਦੇ ਪਤਾ ਕੀਤੇ ਨੇ ਤਾਂ ਕਿਸੇ ਵੀ ਸਕੂਲ ਦੀ ਪ੍ਰੀ ਨਰਸਰੀ ਦੀ ਫੀਸ 1 ਲੱਖ ਤੋਂ ਥੱਲੇ ਨਹੀਂ ਆ। ਅਤੇ ਜਾਂ ਤਾਂ ਅਸੀਂ ਮਤਲਬ ਬਿਲਕੁਲ ਹੀ ਉਹ ਸਕੂਲ 'ਚ ਪਾ ਦਈਏ ਜਿੱਥੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਿਰਫ ਮੈਂ ਫੀਸ ਘੱਟ ਕਰਨ ਕਰਕੇ ਮੈਂ ਉਹ ਸਕੂਲ 'ਚ ਬੱਚਾ ਆਪਣਾ ਪਾਤਾ, ਜਾਂ ਜੇ ਮੈਂ ਆਪਣੇ ਬੱਚੇ ਨੂੰ ਚਾਹੁੰਦੀ ਹਾਂ ਕਿ ਥੋੜ੍ਹੀਆਂ ਸਹੂਲਤਾਂ ਵੀ ਹੋਣ, ਇਹ ਥੋੜ੍ਹਾ ਜਿਹਾ ਵਧੀਆ ਪੜ੍ਹੇ ਲਿਖੇ ਵੀ, ਇਹਨੂੰ ਪੜ੍ਹਾਉਣ ਲਿਖਾਉਣ ਵਾਲੇ ਵੀ ਵਧੀਆ ਹੋਣ, ਸਕੂਲ ਦਾ ਥੋੜ੍ਹਾ ਜਿਹਾ ਨਾਮ ਹੋਵੇ, ਉਹ ਮੇਰੀ ਅਫੋਰਡੇਬਿਲਿਟੀ ਦੇ ਵਿੱਚ ਨਹੀਂ ਆ। ਅੱਜ ਤੋਂ 10 ਸਾਲ ਪਹਿਲਾਂ ਤਾਂ ਇਹ ਚੀਜ਼ਾਂ ਹੈ ਨਹੀਂ ਸੀਗੀਆਂ। ਅਸੀਂ ਮਾਸਟਰਸ ਕੀਤੀ ਆ, ਗ੍ਰੈਜੂਏਸ਼ਨ ਕੀਤੀ ਆ, ਉਦੋਂ ਵੀ ਇੰਨੀਆਂ ਫੀਸਾਂ ਨਹੀਂ ਸੀਗੀਆਂ। ਕੀ ਪੰਜਾਬ ਸਰਕਾਰ ਇਹਨਾਂ ਚੀਜ਼ਾਂ 'ਤੇ ਵੀ ਕੰਮ ਕਰੂਗੀ? ਚਲੋ ਚੰਡੀਗੜ੍ਹ ਸਾਡੇ ਦੇਖੋ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਆ ਵੀ ਜਿਹੜੇ ਸਕੂਲਾਂ ਦੀਆਂ ਫੀਸਾਂ ਉਹ ਇੰਨੀਆਂ ਵੱਧ ਚੁੱਕੀਆਂ ਕਿ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈਆਂ। ਵੀ ਤਾਂ ਠੀਕ ਆ ਵੀ ਆਮ ਵਿਅਕਤੀ ਦੀ ਆਮਦਨ ਦੇ ਹਿਸਾਬ ਨਾਲ 500 700 ਹਜ਼ਾਰ ਤੱਕ ਤੇ ਫੀਸ ਜਾਇਜ਼ ਹੈ ਉਹਦੀ, ਪਰ ਲੇਕਿਨ ਜੇ ਹੁਣ 20 ਹਜ਼ਾਰ ਮਤਲਬ ਉਹਦੀ 10 ਹਜ਼ਾਰ ਰੁਪਈਆ ਫੀਸ ਹੀ ਹੋ ਗਈ ਬੱਚਿਆਂ ਦੀ, ਤਾਂ ਮੈਨੂੰ ਲੱਗਦਾ ਹੈ ਬਹੁਤ ਜ਼ਿਆਦਾ ਹੈ। ਇਹ ਬਿਲਕੁਲ ਹੁਣ ਸਰਕਾਰ ਨੇ ਪਿੱਛੇ ਜੇ ਕਿਹਾ ਵੀ ਸੀਗਾ ਕਿ ਹਰ ਸਾਲ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਆ ਇਹਦੇ 'ਤੇ ਇੱਕ ਨਿਗਰਾਨ ਕਮੇਟੀ ਤੈਅ ਕੀਤੀ ਗਈ ਆ
ਜਿਹੜੀ ਕਿ ਅਗਲੀ ਵਾਰੀ ਫੀਸ ਜੇ ਵਧਾਉਣੀ ਆ ਤਾਂ ਪਹਿਲਾਂ ਉਹਦੀ ਅਪਰੂਵਲ ਹੋਏਗੀ। ਕਈ ਡਿਪਟੀ ਕਮਿਸ਼ਨਰ ਨੇ ਤਾਂ ਇਹਨੂੰ ਬਹੁਤ ਇੰਪਲੀਮੈਂਟ ਵੀ ਕਰ ਦਿੱਤਾ ਆ, ਤੇ ਮੈਂ ਪਤਾ ਵੀ ਕਰਾਂਗਾ ਔਰ ਗੱਲ ਵੀ ਕਰਾਂਗਾ ਕਿ ਇਹ ਬਿਲਕੁਲ ਨਾਇਨਸਾਫੀ ਆ। ਇਸ ਤਰ੍ਹਾਂ ਦੀ ਬਿਲਕੁਲ ਨਹੀਂ ਹੋਣੀ ਚਾਹੀਦੀਆਂ ਕਿ ਜੇ ਤੁਸੀਂ ਇਨਫਰਾਸਟ੍ਰਕਚਰ ਜ਼ਿਆਦਾ ਵੀ ਦੇ ਰਹੇ ਹੋ ਤਾਂ ਵੀ ਵਾਜਬ ਜਿਹੜੇ ਮੁਨਾਫੇ ਰੱਖਣੇ ਚਾਹੀਦੇ। ਇੰਨੀਆਂ ਵੱਧ ਫੀਸਾਂ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਆ। ਬਿਲਕੁਲ, ਕਿਉਂਕਿ ਜੇ CBSE ਆ ਸਿਲੇਬਸ ਉਹਦਾ ਵੀ ਉਹੀ ਆ, ਪੰਜਾਬ ਸਕੂਲ ਬੋਰਡ ਦਾ ਸਾਰੇ ਪਾਸੇ ਇੱਕ ਸਾਰੇ ਸਕੂਲਾਂ 'ਚ ਇੱਕੋ ਜਿਹਾ ਸਿਲੇਬਸ ਹੋਊਗਾ, ਇੱਕੋ ਜਿਹੀ ਪੜ੍ਹਾਈ ਕਰਾਈ ਜਾਊਗੀ, ਹੈ ਨਾ। ਮੰਨ ਲਓ ਕਿ ਜੇ ਕੋਈ ਬੱਚਾ ਪ੍ਰੀ ਨਰਸਰੀ ਦੇ ਵਿੱਚ ਐਡਮਿਸ਼ਨ ਲੈ ਰਿਹਾ ਤਾਂ 1,20,000 ਜੇ ਉਹਦੀ ਸਾਲ ਦੀ ਫੀਸ ਆ ਤੇ 50,000 ਐਡਮਿਸ਼ਨ ਫੀਸ ਦੇ ਰਿਹਾ, ਬਹੁਤ ਜ਼ਿਆਦਾ ਹੈ ਨਾ, ਬਹੁਤ ਜ਼ਿਆਦਾ ਹੈ। ਤੇ ਦੂਸਰਾ ਫਿਰ ਉਹਨਾਂ ਸਕੂਲਾਂ ਦੀਆਂ ਫਾਰਮੈਲਿਟੀਜ਼ ਇਦਾਂ ਦੀ ਹੁੰਦੀਆਂ ਨੇ ਵੀ ਕੋਈ ਫੰਕਸ਼ਨ ਆ ਗਿਆ, ਕੋਈ ਐਕਟੀਵਿਟੀ ਆ ਗਈ ਤਾਂ ਮੈਂ ਕਹਿੰਦੀ ਉਹਨਾਂ ਦਾ ਇੱਕ ਦਿਨ ਦਾ ਖਰਚਾ 500 ਤੋਂ 700 ਦਾ ਹੈਗਾ ਹੀ ਹੈਗਾ ਆ ਕਿ ਤੁਸੀਂ ਆਹ ਲੰਚ ਲੈ ਕੇ ਆਉਣਾ, ਆਹ ਤੁਸੀਂ ਆਹ ਚੀਜ਼ਾਂ ਲੈ ਕੇ ਆਉਣੀਆਂ ਨੇ, ਅੱਜ ਤੁਸੀਂ ਆਹ ਕਾਸਟਿਊਮ ਦੇ ਵਿੱਚ ਆਉਣਾ, ਹੈ ਨਾ। ਇਹ ਫਾਰਮੈਲਿਟੀਜ਼ ਵੀ ਬਹੁਤ ਜ਼ਿਆਦਾ ਹੋ ਗਈਆਂ। ਨਹੀਂ ਡੈਫੀਨੇਟਲੀ ਇਹ ਗੱਲ ਤੁਹਾਡੀ ਬੜੀ ਵਧੀਆ ਆ, ਮੈਂ ਤਾਂ ਜ਼ਰੂਰ ਗੱਲ ਕਰਾਂਗਾ, ਪਰ ਇਹ ਬਹੁਤ ਗਲਤ ਗੱਲ ਹੈ। ਇੰਨੀਆਂ ਫੀਸਾਂ ਜਿਹੜੀਆਂ ਇਹ ਤਾਂ ਇੱਕ ਔਰ ਇਹ ਤਾਂ ਸਮਾਜ ਦੀ ਲੁੱਟ ਆ ਕਿ ਠੀਕ ਹੈ ਇਨਫਰਾਸਟ੍ਰਕਚਰ ਦੀ ਹੋਰ ਚੀਜ਼ਾਂ ਦੀ ਕਾਸਟ ਤੁਸੀਂ ਕਰ ਲਓ, ਪਰ ਲੇਕਿਨ ਇੰਨੀ ਜ਼ਿਆਦਾ 10,000 ਰੁਪਈਆ ਇੱਕ ਬੱਚੇ ਦੀ ਸਿਰਫ ਸਕੂਲ ਫੀਸ ਹੀ ਹੋਵੇ ਮਹੀਨੇ ਦੀ, ਬਹੁਤ ਨੰਬਰ ਆਫ ਟਾਈਮਸ ਜ਼ਿਆਦਾ ਹੈ। ਮੇਰਾ ਖਿਆਲ ਇਹ 10 ਗੁਣਾ ਜ਼ਿਆਦਾ ਆ। 1,000 ਰੁਪਈਆ ਚਾਹੀਦਾ ਤੇ ਉਹ 10,000 ਹੈ, ਜਾਂ ਇੰਨੀ ਜ਼ਿਆਦਾ ਉਹਦੀ ਗਿਣਤੀ ਜ਼ਿਆਦਾ। ਕਿਉਂਕਿ ਸੁਸਾਇਟੀ ਬਿਲਡ ਕਰਨ ਦੇ ਲਈ ਇਹੀ ਦੋ ਬੇਸਿਕ ਚੀਜ਼ਾਂ ਨੇ, ਇੱਕ ਸਾਡੀ ਹੈਲਥ ਤੇ ਇੱਕ ਐਜੂਕੇਸ਼ਨ। ਜੇ ਐਜੂਕੇਸ਼ਨ ਸਾਡੀ ਅਫੋਰਡੇਬਿਲਿਟੀ ਦੇ ਵਿੱਚ ਨਹੀਂ ਹੈਗੀ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਅੱਗੇ ਜਾ ਕੇ ਇੱਕ ਬਿਹਤਰ ਸਮਾਜ ਦੀ ਕੋਈ ਕਲਪਨਾ ਵੀ ਕਰ ਸਕਦੇ ਹਾਂ ਕਿ ਬੱਚੇ ਪੜ੍ਹੇ ਲਿਖੇ ਆਉਣਗੇ ਜਾਂ ਬਿਹਤਰ ਸਮਾਜ ਹੋਊਗਾ। ਜੇ ਇੱਕ ਮਾਂ-ਬਾਪ ਬੱਚੇ ਨੂੰ ਪੜ੍ਹਾ ਰਿਹਾ ਵਾ ਤਾਂ ਫਿਰ ਉਹਦੀ ਮਾਨਸਿਕ ਸਿਹਤ ਨਹੀਂ ਅਸੀਂ ਕਹਿ ਸਕਦੇ ਕਿ ਤੰਦਰੁਸਤ ਰਹੂਗੀ। ਇੰਨੇ ਪ੍ਰੈਸ਼ਰ ਦੇ ਵਿੱਚ ਉਹ ਬੱਚੇ ਨੂੰ ਪੜ੍ਹਾਊਗਾ ਜਾਂ ਕਮਾਊਗਾ, ਕੁਛ ਵੀ ਕਰੂਗਾ, ਹੈ ਨਾ। ਅਤੇ ਦੂਸਰੀ ਖਾਸ ਗੱਲ ਇਹ ਸੀਗੀ ਕਿ ਬਾਹਰਲੇ ਸੂਬਿਆਂ ਤੋਂ ਆਏ ਹੋਏ, ਫੋਰ ਐਗਜ਼ਾਮਪਲ ਕਿ ਬਿਹਾਰ UP ਤੋਂ ਆਏ ਹੋਏ ਲੋਕ ਇੱਥੇ ਸਾਡੇ ਆਧਾਰ ਕਾਰਡ ਬਣਾ ਲੈਂਦੇ ਨੇ, ਥਾਵਾਂ ਵੀ ਲੈ ਲੈਂਦੇ ਨੇਗੇ। ਕਿ ਇਹ ਨਹੀਂ ਹੋ ਸਕਦਾ ਕਿ ਇਹ ਅਸੀਂ ਕਾਨੂੰਨ ਬਣਾ ਦਈਏ ਕਿ ਪੰਜਾਬ ਸੂਬੇ ਦੇ ਵਿੱਚ ਆ ਕੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ, ਜਾਂ ਜਿੰਨੀ ਸਾਡੀ ਫਰਟਾਈਲ ਲੈਂਡ ਆ ਉਹਦੇ ਉੱਤੇ ਅਸੀਂ ਕੰਸਟਰਕਸ਼ਨ ਕਰੀ ਜਾ ਰਹੇ ਹਾਂ, ਕੋਈ ਇਹਦੇ ਤੇ ਕਾਨੂੰਨ ਨਹੀਂ ਹੋ ਸਕਦਾ? ਦੇਖੋ ਤੁਹਾਡੇ ਦੋ ਵੱਖ-ਵੱਖ ਕੁਐਸਚਨ ਨੇ। ਇੱਕ ਤਾਂ ਹੈਗਾ ਜਿਹੜਾ ਬਾਹਰੋਂ ਆਏ ਲੋਕਾਂ ਦੀ ਜ਼ਮੀਨ ਖਰੀਦਣ ਤੇ ਇਜਾਜ਼ਤ ਹੋਣੀ ਚਾਹੀਦੀ ਜਾਂ ਨਹੀਂ, ਤਾਂ ਉਹਦੇ ਲਈ ਦੇਖੋ ਕੁਝ ਸਟੇਟਸ ਹੈਗੀਆਂ ਹਿਮਾਚਲ ਜਾਂ JNK ਜਿੱਥੇ ਨਹੀਂ ਕਰ ਸਕਦੇ। ਅਦਰਵਾਈਜ਼ ਅਸੀਂ ਦਿੱਲੀ ਜਾ ਕੇ ਵੀ ਕਰ ਸਕਦੇ ਹਾਂ, ਅਸੀਂ ਰਾਜਸਥਾਨ ਜਾ ਕੇ ਵੀ, ਸਾਡੇ ਲੋਕਾਂ ਦੀ ਰਾਜਸਥਾਨ 'ਚ ਕਿੰਨੀਆਂ ਜ਼ਮੀਨਾਂ ਆ, ਹੋਰ ਉਹ ਖਰੀਦੋ ਫਰੋਖਤ ਵੀ ਕਰਦੇ ਆ। ਇਸ ਤੋਂ ਇਲਾਵਾ ਭਾਰਤ ਦੇ ਕਈ ਪ੍ਰਦੇਸ਼ਾਂ 'ਚ ਇਸ ਤਰ੍ਹਾਂ ਦੇ ਰੂਲਸ ਹੈਗੇ ਆ ਕਿ ਅਸੀਂ ਉੱਥੇ ਜਾ ਕੇ, ਸਾਡੇ ਲੋਕ ਬੰਬੇ 'ਚ ਹੁਣ ਸਭ ਐਕਟਰਸ ਇੱਥੋਂ ਸਾਡੇ ਗਏ ਹੋਏ ਆ, ਉਹਨਾਂ ਨੇ ਸਾਰਿਆਂ ਨੇ ਘਰ ਲਏ ਹੋਏ ਆ, ਫਿਰ ਤਾਂ ਉਹ ਵੀ ਸਭ ਬੇਘਰੇ ਹੋ ਜਾਣਗੇ। ਜੇ ਬਿਹਾਰ ਤੋਂ ਆਇਆ ਸਾਡੇ ਇੱਥੇ ਪ੍ਰਵਾਸੀ ਆ ਤਾਂ ਇੱਥੋਂ ਬੰਬੇ ਗਿਆ ਵੀ ਪ੍ਰਵਾਸੀ ਆ, ਫਿਰ ਧਰਮਿੰਦਰ ਵੀ ਪ੍ਰਵਾਸੀ ਆ, ਹੈ ਨਾ, ਫਿਰ ਉੱਥੇ ਉਹ ਪ੍ਰਵਾਸੀ ਆ। ਫਿਰ ਤਾਂ ਇਹ ਇੱਕ ਬੜਾ ਮਤਲਬ ਮੈਂ ਤਾਂ ਸੋਚਦਾ ਕਿ ਜਿੱਥੇ ਹਿਮਾਚਲ ਉੱਥੇ ਵੀ ਇਜਾਜ਼ਤ ਉਹਨਾਂ ਨੂੰ ਵੀ, ਜਿੱਥੇ ਨਹੀਂ ਹੈਗੀ ਉੱਥੇ ਖੁੱਲ੍ਹ ਦੇਣੀ ਚਾਹੀਦੀ ਹੈ। ਪਰ ਸਾਨੂੰ ਰੜਕ ਦੋ ਹੀ ਆ, ਠੀਕ। ਹਾਂ, ਮਤਲਬ ਮੰਗ ਇਹ ਹੋਣੀ ਚਾਹੀਦੀ ਆ ਕਿ ਜਿੱਥੇ ਪਾਬੰਦੀ ਆ ਉੱਥੇ ਖੁੱਲ੍ਹ ਦਿਓ। ਇੱਥੇ ਪਾਬੰਦੀਆਂ ਲਾਉਣ ਦੀ ਲੋੜ ਨਹੀਂ ਹੈ, ਜਿੱਥੇ ਪਾਬੰਦੀ ਹੈ ਉੱਥੇ ਖੁੱਲ੍ਹ ਦਿਓ। ਜਦੋਂ ਤੁਸੀਂ ਇੱਕ ਬੰਦੇ ਨੂੰ ਸਿਟੀਜ਼ਨਸ਼ਿਪ ਦੇ ਦਿੱਤੀ ਪੂਰੇ ਭਾਰਤ ਦੀ, ਫਿਰ ਉਹ ਕਿਤੇ ਵੀ ਜਾ ਸਕਦਾ, ਕਿਤੇ ਵੀ ਉਹ ਖਰੀਦ ਸਕਦਾ, ਤੇ ਉਹਦੇ 'ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਜੇ ਪਾਬੰਦੀ ਆ ਤਾਂ ਉਹਦੀ ਉਹਨਾਂ ਨੂੰ ਖੁੱਲ੍ਹ ਦੇ ਦੇਣੀ ਚਾਹੀਦੀ ਆ, ਉਹਨੂੰ ਯੂਨੀਫਾਰਮਿਟੀ ਕਰ ਦੇਣੀ ਚਾਹੀਦੀ ਆ। ਦੂਜੀ ਗੱਲ ਜਿਹੜੀ ਆ, ਮੈਨੂੰ ਵੀ ਕਈ ਵਾਰੀ ਲੱਗਦਾ ਹੁੰਦਾ ਕਿ ਜਿਨ੍ਹਾਂ ਥਾਵਾਂ 'ਤੇ ਫਸਲਾਂ ਉਗਦੀਆਂ ਸੀ, ਜਿਨ੍ਹਾਂ ਥਾਵਾਂ 'ਤੇ ਅਨਾਜ ਪੈਦਾ ਹੁੰਦਾ ਸੀ, ਜਿਹੜੀਆਂ ਜ਼ਰਖੇਜ਼ ਜ਼ਮੀਨਾਂ, ਜਿਹੜੀਆਂ ਉਪਜਾਊ ਜ਼ਮੀਨਾਂ, ਅੱਜ ਉੱਥੇ ਹੁਣ ਫਲੈਟ ਬਣ ਗਏ, ਅੱਜ ਉੱਥੇ ਬਿਲਡਿੰਗਾਂ ਬਣ ਗਈਆਂ, ਅੱਜ ਉੱਥੇ ਕੰਸਟਰਕਸ਼ਨ ਹੋ ਰਹੀ ਆ। ਮੈਂ ਸਿੱਖ ਇਤਿਹਾਸ ਪੜ੍ਹਿਆ ਸੀ ਖੁਸ਼ਵੰਤ ਸਿੰਘ ਹੋਣਾ ਦਾ, ਤਾਂ ਉਹਨਾਂ ਨੇ ਸਟਾਰਟਿੰਗ 'ਚ ਹੀ ਲਿਖਿਆ ਹੋਇਆ ਕਿ ਅੱਜ ਜਿੱਥੇ ਜਿਹਨੂੰ ਦੁਆਬਾ ਕਹਿੰਦੇ ਆ, ਤੇ ਕਦੇ ਇਸ ਇਲਾਕੇ 'ਚ ਘਣੇ ਜੰਗਲ ਹੁੰਦੇ ਸੀ ਕਿ ਕੋਈ ਵਿਅਕਤੀ ਦਿਨ ਵੇਲੇ ਇੱਥੋਂ ਲੰਘ ਨਹੀਂ ਸੀ ਸਕਦਾ, ਇੰਨੇ ਘਣੇ ਜੰਗਲ ਸੀ। ਅੱਜ ਤੁਹਾਨੂੰ ਪੂਰੇ ਦੁਆਬੇ 'ਚ ਕਿਤੇ ਘਣਾ ਜੰਗਲ ਨਹੀਂ ਲੱਭਦਾ। ਹੁਣ ਅਸੀਂ ਕੰਕਰੀਟ ਦਾ ਜੰਗਲ ਪੈਦਾ ਕਰ ਰਹੇ ਹਾਂ। ਸੋ ਨਿਰਸੰਦੇਹ ਇਹਦੇ 'ਤੇ ਹੋਣਾ ਚਾਹੀਦਾ, ਇੱਕ ਬਾਰ ਲਾਉਣੀ ਚਾਹੀਦੀ ਆ ਕਿ ਇੰਨੇ ਹਿੱਸੇ 'ਚ ਹੋ ਸਕਦੇ ਕੰਸਟਰਕਸ਼ਨ, ਇੰਨੇ 'ਚ ਨਹੀਂ ਹੋ ਸਕਦੀ। ਕਿਉਂ ਨਹੀਂ ਤਾਂ ਉਪਜਾਊ ਜ਼ਮੀਨਾਂ ਜਿਹੜੀਆਂ ਇਹ ਆਪਣੇ ਆਪ 'ਚ ਘਟਣਗੀਆਂ, ਘਟ ਜਾਣਗੀਆਂ। ਕਾਸ਼ਤ ਵਾਲੀਆਂ, ਖੇਤੀ ਵਾਲੀਆਂ ਜ਼ਮੀਨਾਂ, ਕੰਸਟਰਕਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਜਾਏਗੀ। ਡੈਫੀਨੇਟਲੀ ਆਈ ਸਪੋਰਟ ਟੂ ਯੋਰ ਸਟੇਟਮੈਂਟ ਕਿ ਇਹਦੇ 'ਤੇ ਕੋਈ ਨਾ ਕੋਈ ਬਾਰ ਜਿਹੜੀ ਹੈ ਜ਼ਰੂਰ ਲੱਗਣੀ ਚਾਹੀਦੀ, ਕਿਉਂਕਿ ਫਸਲ ਦੀ ਪੈਦਾਵਾਰ ਨੂੰ ਲੈ ਕੇ ਜੇ ਜ਼ਮੀਨਾਂ ਹੀ ਨਹੀਂ ਹੋਣਗੀਆਂ ਤਾਂ ਸਾਨੂੰ ਬਾਹਰੀ ਸੂਬਿਆਂ ਦੇ ਉੱਪਰ ਡਿਪੈਂਡ
ਹੋਣਾ ਪੈਣਾ ਆਈ ਡੂ ਐਗਰੀ ਵਿਦ ਯੂ, ਮੈਂ ਸਹਿਮਤ ਹਾਂ ਇਸ ਗੱਲ ਨਾਲ। ਤੁਸੀਂ ਕਿਤਾਬਾਂ ਦੇ ਵੀ ਬੜੇ ਸ਼ੌਕੀਨ ਹੋ, ਇਸ ਟਾਈਮ ਫਿਲਹਾਲ ਕੋਈ ਕਿਤਾਬ ਪੜ੍ਹ ਰਹੇ ਹੋ? ਹਾਂ, ਇਸ ਟਾਈਮ 'ਚ ਮੈਂ ਇੱਕ ਤਾਂ ਸਿੱਖ ਇਤਿਹਾਸ ਮੇਰਾ ਜ਼ਿਆਦਾ ਫੇਵਰਟ ਸਬਜੈਕਟ ਆ। ਮੈਂ ਹੁਣੇ ਇੱਕ ਉਹਦੀ ਮਹਾਤਮਾ ਗਾਂਧੀ ਦੇ ਪੋਤਰੇ ਰਾਜਮੋਹਨ ਗਾਂਧੀ ਨੇ ਇੱਕ ਕਿਤਾਬ ਲਿਖੀ ਹੋਈ ਆ, ਔਰੰਗਜ਼ੇਬ ਟੂ ਮਾਊਂਟਬੈਟਨ, ਉਹ ਮੈਂ ਪੜ੍ਹ ਰਿਹਾ। ਸੋ ਉਹਦੇ 'ਚ ਮੈਨੂੰ ਬੜੀਆਂ ਦਿਲਚਸਪ ਜਿਹੜੇ ਇਤਿਹਾਸ ਮੇਰਾ ਬੜਾ ਪਸੰਦੀਦਾ ਵਿਸ਼ਾ ਰਿਹਾ ਕਿ ਇਤਿਹਾਸ ਬੇਸਿਕਲੀ ਕਈ ਲੋਕਾਂ ਨੂੰ ਇਤਿਹਾਸ ਬੋਰਿੰਗ ਲੱਗਦਾ, ਮੈਨੂੰ ਹੁੰਦਾ ਇਤਿਹਾਸ ਲਾਹੇਵੰਦ ਆ। ਇਤਿਹਾਸ ਨੂੰ ਪੜ੍ਹ ਕੇ ਤੁਸੀਂ ਭਵਿੱਖ ਵਧੀਆ ਸਿਰ ਸਕਦੇ ਆ। ਤੁਸੀਂ ਜੋ ਇਤਿਹਾਸ ਲੋਕਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਪੜ੍ਹ ਲੈਂਦੇ ਆ, ਤੁਸੀਂ ਉਹ ਗਲਤੀਆਂ ਨਹੀਂ ਦੁਹਰਾਉਂਦੇ। ਇਤਿਹਾਸ ਦੇ ਵਿੱਚ ਸਹੀ ਤੇ ਗਲਤ ਦੋਵੇਂ ਤਰ੍ਹਾਂ ਦੇ ਕਰੈਕਟਰਸ ਹੁੰਦੇ ਆ, ਤੁਸੀਂ ਉਹਨਾਂ ਕੋਲੋਂ ਸਹੀ ਵਾਲਾ ਕਰੈਕਟਰ ਅਡਾਪਟ ਕਰ ਸਕਦੇ ਆ। ਸੋ ਮੈਂ ਉਹ ਕਿਤਾਬ ਪੜ੍ਹ ਰਿਹਾ, ਉਹ ਬੜੀ ਵਧੀਆ ਕਿਤਾਬ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਪਾਰਟੀਸ਼ਨ ਤੋਂ ਸ਼ੁਰੂ ਕੀਤੀ ਆ, ਕਿ ਮੈਂ ਕਿਵੇਂ ਅਸੀਂ ਇਕੱਠੇ ਪੜ੍ਹਦੇ ਸੀ, ਫਿਰ ਅਲੱਗ-ਅਲੱਗ ਹੋ ਗਏ, ਫਿਰ ਉਹਨਾਂ ਨੇ ਉੱਥੋਂ ਸਾਰਾ ਦੱਸਿਆ ਕਿ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਕੀਤਾ, ਹੈ ਨਾ, ਇਸ ਖਿੱਤੇ 'ਚ ਆਜ਼ਾਦੀ ਕਿਵੇਂ ਆਈ, ਸਾਰਾ ਮੈਂ ਜਿਹੜੀ ਔਰੰਗਜ਼ੇਬ ਟੂ ਮਾਊਂਟਬੈਟਨ, ਰਾਜਮੋਹਨ ਗਾਂਧੀ ਜਿਹੜੇ ਇਲਾਨੋਇਸ ਯੂਨੀਵਰਸਿਟੀ 'ਚ ਪ੍ਰੋਫੈਸਰ ਨੇ, ਉਹਨਾਂ ਦੀ ਕਿਤਾਬ ਮੈਂ ਪੜ੍ਹ ਰਿਹਾ। ਵੈਸੇ ਮੇਰਾ ਇਹ ਪੱਕਾ ਹੀ ਆ ਕਿ ਮੈਂ ਜਿੱਥੇ ਵੀ ਸੌਵਾਂ, ਮਤਲਬ ਮੈਂ ਚਾਹੇ ਹੋਟਲ 'ਚ ਹੋਵਾਂ ਜਾਂ ਘਰ ਹੋਵਾਂ, ਜਿੰਨੀ ਦੂਰ ਮੇਰੇ ਹੱਥ ਜਾਣਗੇ ਉਨੀ ਦੂਰ ਕਿਤਾਬ ਪਈ ਹੋਏਗੀ। ਮੈਨੂੰ ਆਦਤ ਹੀ ਆ, ਮਤਲਬ ਮੈਨੂੰ ਕਿਤਾਬ ਮੇਰੇ ਕੋਲ ਪਈ ਹੋ, ਮੈਨੂੰ ਆਸਰਾ ਰਹਿੰਦਾ। ਮੈਂ ਜੇ ਫਲਾਈਟ 'ਚ ਵੀ ਜਾਣਾ, ਕਿਤੇ ਟਰੈਵਲ ਵੀ ਜਾਣਾ, ਤਾਂ ਮੈਂ 1-2 ਕਿਤਾਬਾਂ ਜ਼ਰੂਰ ਨਾਲ ਰੱਖ ਕੇ ਲੈ ਕੇ ਜਾਣਾ। ਤੁਹਾਡਾ ਮੈਂ ਸੰਗਤਾਰ ਹੋਰਾਂ ਦੇ ਨਾਲ ਪੋਡਕਾਸਟ ਸੁਣ ਰਹੀ ਸੀਗੀ, ਤਾਂ ਉਹਦੇ ਵਿੱਚ ਉਹ ਜ਼ਿਕਰ ਕਰ ਰਹੇ ਸੀ ਵੀ ਜਿਹੜਾ ਬੰਦਾ ਕੁਛ ਨਹੀਂ ਕਰਦਾ ਤਾਂ ਉਹ ਕ੍ਰਿਟਿਸਿਜ਼ਮ ਤੋਂ ਵੀ ਬਚ ਜਾਂਦਾ ਆ। ਜਦੋਂ ਤੁਸੀਂ ਪੰਜਾਬ ਗਵਰਨਮੈਂਟ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀਗੇ, ਜਦੋਂ ਅਨਾਊਂਸ ਹੋਇਆ ਕਿ ਤੁਸੀਂ ਉਹਨਾਂ ਦੇ ਮੀਡੀਆ ਸਲਾਹਕਾਰ ਹੋ ਜਾਂ ਵੈਸੇ ਤੁਹਾਡਾ ਨਾਮ ਆਉਣ ਲੱਗਿਆ ਕਿ ਤੁਸੀਂ ਪਾਰਟੀ ਨੂੰ ਸਪੋਰਟ ਕਰ ਰਹੇ ਹੋ, ਤਾਂ ਉੱਥੇ ਤੁਹਾਡੇ ਲਈ ਵੀ ਥੋੜ੍ਹਾ ਜਿਹਾ ਕ੍ਰਿਟਿਸਿਜ਼ਮ ਹੋਇਆ ਸੀਗਾ ਕਿ ਪੈਸਿਆਂ ਦਾ ਲੈਣ ਦੇਣ, ਟਿਕਟਾਂ ਨੂੰ ਲੈ ਕੇ, ਹੈ ਨਾ, ਤਾਂ ਉਹਨਾਂ ਚੀਜ਼ਾਂ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ, ਕੁਛ ਨਹੀਂ ਕਹਿਣਾ ਉਹਨਾਂ ਬਾਰੇ। ਉਹਨਾਂ ਲੋਕਾਂ ਦਾ ਨਜ਼ਰੀਆ ਆ ਕਿ ਉਹ ਕਿਸ ਤਰ੍ਹਾਂ ਸੋਚਦੇ ਆ। ਮੇਰਾ ਨਜ਼ਰੀਆ ਹੈ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਦਾ, ਮੈਂ ਸਮਾਜ ਨੂੰ ਸਮਰਪਿਤ ਹਾਂ, ਮੈਂ ਚੰਗੇ ਵਿਚਾਰ ਨੂੰ ਸਮਰਪਿਤ ਹਾਂ, ਮੈਂ ਚੰਗੇ ਵਿਚਾਰਵਾਨ ਲੋਕ ਅਰਵਿੰਦ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਸਾਹਿਬ, ਮਨੀਸ਼ ਸਿਸੋਦੀਆ ਜੀ, ਰਾਘਵ ਜੀ, ਇਹਨਾਂ ਸਾਰਿਆਂ ਦੇ ਥਾਟਸ ਤੋਂ ਇੰਪ੍ਰੈਸ ਹਾਂ। ਔਰ ਮੈਨੂੰ ਲੱਗਦਾ ਕਿ ਇਹ ਜਿਹੜੀ ਇੱਕ ਪੁਰਾਣੀ ਰਵਾਇਤੀ ਸਿਆਸਤ ਆ, ਉਹਦੇ ਤੋਂ ਹਟ ਕੇ ਇਹ ਮੁੱਦਿਆਂ ਦੀ ਸਿਆਸਤ 'ਤੇ ਕੰਮ ਕਰ ਰਹੇ ਆ। ਇਹ ਧਰਮਾਂ ਦੇ ਨਾਂ 'ਤੇ ਜਾਂ ਹੋਰ ਜਾਤਾਂ ਦੇ ਨਾਂ 'ਤੇ ਸਮਾਜ ਦੇ ਲੋਕਾਂ ਨੂੰ ਕਿਸੇ ਝਗੜੇ 'ਚ ਨਹੀਂ ਪਾ ਰਹੇ। ਬਾਕੀ ਉਹ ਉਹਨਾਂ ਦਾ, ਲੋਕਾਂ ਦਾ ਆ, ਉਹ ਲੋਕਾਂ ਨੂੰ ਲੱਗਦਾ ਹੁੰਦਾ ਵੀ ਐਲੀਗੇਸ਼ਨਸ ਲਾਓ, ਹੈ ਨਾ। ਮੈਂ ਤਾਂ ਉਹੀ ਕਿਹਾ ਕਿ ਤੁਸੀਂ ਪ੍ਰੂਵ ਕਰ ਦਿਓ ਤਾਂ ਮੈਂ ਉਸ ਗੱਲ ਨੂੰ ਸਵੀਕਾਰ ਕਰਾਂਗਾ। ਲੌਜਿਕ ਲੈ ਆਓ, ਪੇਪਰ 'ਤੇ ਲਿਖ ਕੇ ਮੈਨੂੰ ਦਿਓ ਕਿ ਮੈਂ ਕਿਹੜੇ 10 ਕੰਮ ਗਲਤ ਕੀਤੇ। ਹਾਂ, ਕਿਸੇ ਨੂੰ ਮੈਂ ਚੰਗਾ ਨਹੀਂ ਲੱਗਦਾ ਕਿ ਮੈਂ ਪੋਲੀਟਿਕਸ ਵਿੱਚ ਆ ਗਿਆ, ਹੈ ਨਾ, ਤਾਂ ਉਹ ਉਹਨਾਂ ਦੀ ਮਰਜ਼ੀ ਹੈ। ਇਹਦਾ ਮੇਰੇ ਕੋਲ ਕੋਈ ਇਲਾਜ ਨਹੀਂ ਹੈਗਾ ਕਿ ਕਿਸੇ ਨੂੰ ਮੇਰਾ ਕੰਮ ਪਸੰਦ ਨਹੀਂ ਜਾਂ ਕੁਛ ਨਹੀਂ ਹੈ। ਪਰ ਜੇ ਕੋਈ ਮੈਨੂੰ ਇਹ ਕਵੇ ਕਿ ਮੈਂ ਆਹ ਚੀਜ਼ ਗਲਤ ਕੀਤੀ ਆ, ਉਹਦਾ ਕੋਈ ਸਬੂਤ ਦੇ ਦੇਵੇ, ਫਿਰ ਮੈਂ ਆਪਣੇ ਆਪ ਨੂੰ ਸਵੀਕਾਰ ਕਰਾਂਗਾ। ਅਦਰਵਾਈਜ਼ ਉਹਨਾਂ ਦਾ ਜਵਾਬ ਦੇਣਾ ਮੈਂ ਜ਼ਰੂਰੀ ਨਹੀਂ ਸਮਝਦਾ। ਬਿਲਕੁਲ। ਆਖਰੀ ਸਵਾਲ ਹੈ, ਅੱਜ ਤੋਂ 7 ਮਹੀਨੇ ਪਹਿਲਾਂ ਗਲੋਬਲ ਸਟਾਰ ਜਾਂ ਸਾਡੇ ਪੰਜਾਬ ਦੇ ਬਹੁਤ ਵੱਡੇ ਕਲਾਕਾਰ ਦਾ ਮਰਡਰ ਹੋ ਜਾਂਦਾ ਆ, ਸਿੱਧੂ ਮੂਸੇਵਾਲੇ ਉਹਨਾਂ ਦਾ। ਤਾਂ ਉਹ ਜਦੋਂ, ਚਲੋ ਬਾਕੀ ਜਿਹੜਾ ਕੰਮ ਇਨਵੈਸਟੀਗੇਸ਼ਨ ਦਾ ਆ ਉਹ ਤਾਂ ਗਵਰਨਮੈਂਟ ਨੇ ਜਾਂ ਪੁਲਿਸ ਡਿਪਾਰਟਮੈਂਟ ਨੇ ਕਰਨਾ ਹੀ ਕਰਨਾ ਆ, ਪਰ ਜਦੋਂ ਇੱਕ ਇੰਨਾ ਹਾਈ ਪ੍ਰੋਫਾਈਲ ਕੇਸ ਹੁੰਦਾ ਆ ਤਾਂ ਉਹਦੇ ਵਿੱਚ ਮੀਡੀਆ ਹਰ ਤਰ੍ਹਾਂ ਦੀ ਕਵਰੇਜ ਕਰ ਰਿਹਾ ਆ। ਕਿ ਗਵਰਨਮੈਂਟ ਵੱਲੋਂ ਕੋਈ ਇੱਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਮੀਡੀਆ ਕਵਰੇਜ ਦੀ ਵੀ ਗੇਟ ਕੀਪਿੰਗ ਕੀਤੀ ਜਾਵੇ? ਕਿਉਂਕਿ ਜੇ ਤੁਸੀਂ ਆਮ ਕੋਈ ਵੀ ਚੈਨਲ, ਕੋਈ ਵੀ ਅਦਾਰਾ, ਮੀਡੀਆ ਅਦਾਰਾ ਸੀਗਾ, ਤਾਂ ਮੈਂ ਕਹਿੰਦੀ ਹਾਂ 7 ਮਹੀਨਿਆਂ 'ਚ ਕੋਈ ਵੀ ਉਹਨਾਂ ਦਾ ਇੰਟਰਵਿਊ, ਕੋਈ ਵੀ ਉਹਨਾਂ ਦਾ ਸਾਦਾ ਕੋਈ ਲਿੰਕ, ਉਹਨਾਂ ਦੀ ਫੋਟੋ, ਉਹਨਾਂ ਦੇ ਨਾਮ ਜਾਂ ਉਹਨਾਂ ਦੀ ਗੱਲ ਕੀਤੇ ਬਗੈਰ ਰਿਲੀਜ਼ ਨਹੀਂ ਹੋਇਆ ਟਿਲ ਡੇਟ। ਅਤੇ ਤੁਸੀਂ ਕਿਸੇ ਇੰਡਸਟਰੀ 'ਚੋਂ ਕਿਸੇ ਇੱਕ ਗਾਇਕ ਨੂੰ, ਕਿਸੇ ਕਲਾਕਾਰ ਨੂੰ ਵੀ ਇੰਟਰਵਿਊ ਕਰ ਰਿਹਾ, ਅਤੇ ਭਾਵੇਂ ਉਹਨਾਂ ਦੇ ਨਾਲ ਕੋਈ ਲਿੰਕ ਸੀ, ਸੰਬੰਧ ਸੀ ਨਾ ਸੀ, ABCD ਕੋਈ ਵੀ ਬੰਦਾ ਸੀਗਾ, ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਇੱਕ ਪਾਰਟ ਆ ਜਿਹੜਾ ਉਹਨਾਂ ਦੇ ਨਾਮ ਦਾ ਜ਼ਰੂਰ ਰੱਖਿਆ ਜਾਂਦਾ ਗੱਲਬਾਤ ਦੇ ਵਿੱਚ, ਤਾਂ ਕਿ ਉਸ ਇੰਟਰਵਿਊ ਨੂੰ ਜਾਂ ਉਸ ਲਿੰਕ ਨੂੰ ਹਾਈਪ ਮਿਲੇ। ਤਾਂ ਉੱਥੇ ਜਦੋਂ ਕੋਈ ਐਡਾ ਹਾਈ ਪ੍ਰੋਫਾਈਲ ਕੇਸ ਹੁੰਦਾ ਆ, ਗਲੋਬਲ ਸਟਾਰ ਸੀਗੇ ਉਹ, ਗਲੋਬਲ ਲੈਵਲ ਦੇ ਉੱਪਰ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਜਾਂ ਉਸ ਇਨਸੀਡੈਂਟ ਦੀ ਗੱਲਬਾਤ ਹੋ ਰਹੀ ਹੈ,
ਤਾਂ ਉੱਥੇ ਗਵਰਨਮੈਂਟ ਕੋਈ ਇਦਾਂ ਦਾ ਕਾਨੂੰਨ ਨਹੀਂ ਬਣਾ ਸਕਦੀ ਕਿ ਜਦੋਂ ਕਿਤੇ ਵੀ ਕੋਈ ਇਦਾਂ ਦਾ ਅਨਫੋਰਚੂਨੇਟ ਇਨਸੀਡੈਂਟ ਵਾਪਰ ਜਾਂਦਾ ਆ ਤਾਂ ਉੱਥੇ ਮੀਡੀਆ ਦੀ ਜੋ ਕਾਰਗੁਜ਼ਾਰੀ ਆ ਉਹਦੇ ਤੇ ਗੇਟਕੀਪਿੰਗ ਜਾਂ ਫਿਲਟਰੇਸ਼ਨ ਹੋਵੇ? ਦੇਖੋ ਫਿਰ ਹੁਣ ਤੁਹਾਡੇ ਸਵਾਲ ਚੋਂ ਪਹਿਲੇ ਸਵਾਲ ਤੇ ਇਹਦੇ ਸਵਾਲ ਦੋ ਚੀਜ਼ਾਂ ਆਪੇ ਸਾਬਤ ਹੋਈਆਂ। ਪਹਿਲੀ ਤਾਂ ਗੱਲ ਹੈ ਕਿ ਸਰਕਾਰ ਇਸ ਤਰ੍ਹਾਂ ਨਹੀਂ ਕਰ ਸਕਦੀ। ਮੀਡੀਆ ਆਜ਼ਾਦ ਆ, ਮੀਡੀਆ ਜਿਹੜਾ ਇਹਦਾ ਥੰਮ ਆ ਡੈਮੋਕ੍ਰੇਸੀ ਦਾ, ਉਹਨਾਂ ਨੂੰ ਤੁਸੀਂ ਗਾਈਡਲਾਈਨਸ ਨਹੀਂ ਦੇ ਸਕਦੇ ਕਿ ਤੁਸੀਂ ਆਹ ਚੀਜ਼ ਚਲਾਓ, ਆਹ ਚੀਜ਼ ਨਾ ਚਲਾਓ। ਜੇ ਇਸ ਤਰ੍ਹਾਂ ਸਰਕਾਰ ਕਰੇਗੀ ਫਿਰ ਸਰਕਾਰ ਦਾ ਕ੍ਰਿਟਿਸਿਜ਼ਮ ਹੋਏਗਾ ਕਿ ਸਰਕਾਰ ਨੇ ਐਮਰਜੈਂਸੀ ਲਾਈ ਹੋਈ ਹੈ, ਮੀਡੀਆ ਤੇ ਪਾਬੰਦੀ ਲਾਈ ਹੋਈ ਹੈ, ਸਰਕਾਰ ਮੀਡੀਆ ਨੂੰ ਡਿਕਟੇਟ ਕਰਦੀ ਆ। ਜਿਹੜਾ ਪਹਿਲਾਂ ਤੁਸੀਂ ਮੈਨੂੰ ਕਿਹਾ ਸਵਾਲ ਕਿ ਮੇਰੇ ਤੇ ਐਲੀਗੇਸ਼ਨਸ ਲੱਗਦੇ ਆ, ਸੋ ਇਸ ਤਰ੍ਹਾਂ ਨਹੀਂ ਹੈ। ਮੀਡੀਆ ਇੰਡੀਪੈਂਡੈਂਟ ਆ, ਮੀਡੀਆ ਦੇ ਕੋਲ ਆਪਣੇ ਜ਼ਹੀਨ ਲੋਕ ਨੇ, ਸਾਰੇ ਟੀਵੀ ਚੈਨਲਸ, ਅਖਬਾਰਾਂ ਸਾਰੀਆਂ ਬੜੇ ਜ਼ਹੀਨ ਲੋਕ ਨੇ, ਬੜੇ ਉਹਨਾਂ ਨੂੰ ਵੀ ਪੰਜਾਬ ਦਾ ਫਿਕਰ ਆ, ਉਹਨਾਂ ਦੀ ਵੀ ਫਿਕਰਮੰਦੀ 'ਚ ਪੰਜਾਬ, ਉਹਨਾਂ ਨੂੰ ਵੀ ਪਤਾ ਆ ਕਿ ਜੇ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ ਚਲਾਵਾਂਗੇ ਇਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੋਣਗੇ। ਸੋ ਉਹਨਾਂ ਦੇ ਵੀ ਬੱਚੇ ਇੱਥੇ ਜੇ ਉਹ ਚਲਾ ਰਹੇ ਆ ਤਾਂ ਉਹ ਇਹੀ ਸੋਚ ਲੈਣ, ਜੇ ਉਹ ਨਹੀਂ ਚਲਾ ਰਹੇ ਤਾਂ ਵੀ ਇਹੀ ਸੋਚ ਲੈਣ ਕਿ ਪੰਜਾਬ ਉਹਨਾਂ ਦੇ ਟੀਵੀ ਚੈਨਲਾਂ ਦੀ ਜਿਹੜੀਆਂ ਰਿਪੋਰਟਸ ਆ ਉਹਨਾਂ ਨੇ ਪੰਜਾਬ ਕਿਸ ਤਰ੍ਹਾਂ ਦਾ ਬਣਾਉਣਾ ਆ, ਉਹਨਾਂ ਦੇ ਬੱਚਿਆਂ ਨੇ ਵੀ ਇੱਥੇ ਹੀ ਰਹਿਣਾ। ਇਹ ਨਹੀਂ ਹੈ ਵੀ ਕਿਸੇ ਅਖਬਾਰ ਜਾਂ ਟੀਵੀ ਦੇ ਸੰਪਾਦਕ ਦੇ ਬੱਚੇ ਜਿਹੜੇ ਆ ਉਹ ਉਹਦੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹਿ ਲੈਣਗੇ। ਅਲਟੀਮੇਟਲੀ ਉਹਨਾਂ ਨੇ ਵੀ ਇੱਥੇ ਕਾਲਜ 'ਚ ਜਾਣਾ, ਇੱਥੇ ਯੂਨੀਵਰਸਿਟੀ ਜਾਣਾ, ਇਹਨਾਂ ਗਰਾਊਂਡਾਂ 'ਚ ਖੇਡਣਾ ਆ। ਸੋ ਮੀਡੀਆ ਦੇ ਲੋਕ ਆਪਣੇ ਆਪ 'ਚ ਹੀ ਬਹੁਤ ਜ਼ਹੀਨ ਨੇ, ਬੜੇ ਸਿਆਣੇ ਨੇ, ਬੜੇ ਵਿਚਾਰਵਾਨ ਨੇ, ਬੜੇ ਜ਼ਿੰਮੇਵਾਰ ਨੇ, ਅਤੇ ਸਰਕਾਰ ਵੱਲੋਂ ਜਾਂ ਪਾਰਟੀ ਵੱਲੋਂ ਉਹਨਾਂ ਨੂੰ ਕੋਈ ਇੱਦਾਂ ਦੀ ਜਿਹੜੀ ਦਿਸ਼ਾ ਨਿਰਦੇਸ਼ ਨਾ ਦਿੱਤੀ ਜਾ ਸਕਦੀ ਆ, ਨਾ ਹੀ ਦੇਣਾ ਸਹੀ ਆ। ਉਹ ਇੰਡੀਪੈਂਡੈਂਟ ਨੇ, ਉਹ ਜਿਸ ਤਰ੍ਹਾਂ ਵੀ ਉਹਨਾਂ ਨੂੰ ਸਹੀ ਲੱਗਦਾ ਉਸ ਤਰ੍ਹਾਂ ਕਰਨ, ਪਰ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਉਹ ਆਪਣੇ ਆਪ ਹੀ ਤੈਅ ਕਰ ਲੈਣ ਕਿ ਉਹਨਾਂ ਨੇ ਕੀ ਕਰਨਾ ਹੈ। ਉਹਨਾਂ ਨੇ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ, ਕਿਉਂਕਿ ਰੈਵਨਿਊ, TRP, ਫਾਈਨੈਂਸ਼ੀਅਲ ਬੈਨੀਫਿਟਸ, ਔਨ ਦਾ ਅਦਰ ਸਾਈਡ ਸਿਕਿਉਰਿਟੀ, ਪ੍ਰੋਸਪੈਰਿਟੀ and togetherness of the state is more important than all these things। ਜੀ ਬਹੁਤ ਸ਼ੁਕਰੀਆ, ਤੁਸੀਂ ਸਾਡੇ ਲਈ ਨਾ ਸਮਾਂ ਕੱਢਿਆ, ਵੀ ਸੋਸ਼ਲ ਦੇ ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ, ਬਹੁਤ ਸ਼ੁਕਰੀਆ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਸਨ ਸਾਡੇ ਨਾਲ ਦੀਪਕ ਬਾਲੀ ਜੀ। ਉਮੀਦ ਹੈ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ। ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ, ਅਸੀਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।